ਕ੍ਰਿਸ਼ਨ ਪ੍ਰਤਾਪ ਸਿੰਘ ਦਾ ਨਾਵਲ ਹੈ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ। ਅੰਗ ਪੰਜਵਾਂ। ਅਗਲੀ ਸ਼ਾਮ ਨੂੰ ਗਲੀ 'ਚ ਫਿਰ ਚਹਿਲ ਪਹਿਲ ਹੋ ਗਈ ਸੀ। ਜਪ ਨਾਮ ਨੇ ਤੇ ਮਲਕੀਤ ਨੇ ਗਲੀ 'ਚ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਝਾੜੂ ਲਗਵਾ ਦਿੱਤਾ। ਸਾਹਿਬ ਵਾਸਤੇ ਕੁਰਸੀਆਂ ਵੀ ਸਜਾ ਕੇ ਰੱਖ ਦਿੱਤੀਆਂ ਸਨ। ਉਹ ਆਪਣੇ ਪੱਖ ਦੇ ਵੱਧ ਤੋਂ ਵੱਧ ਬੰਦਿਆਂ ਨੂੰ ਸੱਦੀ ਜਾ ਰਹੇ ਸਨ। ਸੱਦੇ ਗਏ ਬੰਦਿਆਂ ਨੂੰ ਠੰਡਾ ਵੀ ਪਿਲਾਇਆ ਜਾ ਰਿਹਾ ਸੀ। ਅਸੀਂ ਸਾਰੇ ਜਣੇ ਆਪਣੇ ਉਸ ਕਮਰੇ ਦੇ ਅੰਦਰ ਬੈਠੇ ਸਾਂ ਤੇ ਸਾਨੂੰ ਖਿੜਕੀ ਵਿੱਚ ਦੀ ਬਾਹਰ ਦਾ ਸਾਰਾ ਨਜ਼ਾਰਾ ਨਜ਼ਰੀ ਆ ਰਿਹਾ ਸੀ। ਮੈਂ ਤਾਂ ਬਹੁਤੇ ਬੰਦਿਆਂ ਨੂੰ ਜਾਣਦਾ ਨਹੀਂ ਸੀ, ਪਰ ਮੇਰੇ ਪਿਤਾ ਜੀ ਵੱਖ-ਵੱਖ ਚਿਹਰੇ ਵੇਖ ਕੇ ਅੰਦਾਜ਼ਾ ਲਾ ਰਹੇ ਸਨ ਕਿ ਉਹਨਾਂ 'ਚੋਂ ਕਿਹੜਾ ਬੰਦਾ ਸਾਡੇ ਵਿਰੋਧ 'ਚ ਆ ਕੇ ਖੜ ਰਿਹਾ ਹੈ। ਗੁਰਨੇਕ ਤੇ ਉਹਦਾ ਮੁੰਡਾ ਆਏ ਹੋਏ ਮਹਿਮਾਨਾਂ ਦੀ ਖੂਬ ਸੇਵਾ ਕਰ ਰਹੇ ਸਨ। ਸਾਡੀ ਘਬਰਾਹਟ ਵੱਧਦੀ ਜਾ ਰਹੀ ਸੀ। ਮੈਨੂੰ ਇੰਨਾ ਕੁ ਪਤਾ ਸੀ ਕਿ ਸਾਡੇ ਬੰਦੇ ਭਾਵੇਂ ਗਿਣਤੀ 'ਚ ਕੁਝ ਘੱਟ ਸਨ, ਪਰ ਸਾਰੇ ਸਿਰੜੀ ਸਨ। ਇਹਨਾਂ ਵਿੱਚੋਂ ਕੋਈ ਵੀ ਭੱਜਣ ਵਾਲਾ ਨਹੀਂ ਸੀ, ਕਿਉਂਕਿ ਸਭ ਨੇ ਆਪਣੀ ਜ਼ਿੰਦਗੀ 'ਚ ਸਰਕਾਰਾਂ ਤੇ ਅਧਿਕਾਰੀਆਂ ਵਿਰੁੱਧ ਕਈ ਘੋਲ ਲੜ ਕੇ ਮਨਮਤੀਆਂ ਜਿੱਤਾਂ ਵੀ ਹਾਸਲ ਕੀਤੀਆਂ ਹੋਈਆਂ ਸਨ। DSP ਦੇ ਆਉਣ ਤੋਂ ਪਹਿਲਾਂ ਇੱਕ ਜਿਪਸੀ 'ਚ ਇੱਕ ਥਾਣੇਦਾਰ ਤੇ 5-6 ਸਿਪਾਹੀ ਆ ਗਏ। 3-4 ਮੁੰਡੇ ਠੰਡੇ ਵਾਲੀਆਂ ਟਰੇਆਂ ਤੇ ਬਿਸਕਟਾਂ ਨਾਲ ਭਰੀਆਂ ਸਲੀਕੇ ਨਾਲ ਸਜਾਈਆਂ ਪਲੇਟਾਂ ਲੈ ਕੇ ਉਹਨਾਂ ਦੇ ਸਾਹਮਣੇ ਆ ਖੜੇ ਸਨ। ਪੁਲਿਸ ਵਾਲੇ ਆਪਣੀ ਹੋ ਰਹੀ ਸੇਵਾ ਦਾ ਖੂਬ ਆਨੰਦ ਉਠਾ ਰਹੇ ਸਨ। ਖਾਣ ਪੀਣ ਤੋਂ ਵਿਹਲੇ ਹੋ ਕੇ ਸਾਰੇ ਜਣੇ ਖਿੱਲਰ ਕੇ ਲੋਕਾਂ 'ਚ ਖੜ ਗਏ ਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਪਏ। ਸ਼ਾਇਦ ਉਹ ਕਨਸੂਆਂ ਲੈ ਰਹੇ ਸਨ ਕਿ ਲੋਕ ਇਸ ਮਸਲੇ ਬਾਰੇ ਕੀ ਰਾਏ ਰੱਖਦੇ ਹਨ। 7:30 ਵਜੇ DSP ਦੀ ਗੱਡੀ ਆਉਂਦੀ ਤਾਂ ਨਾ ਦਿਸੀ, ਪਰ ਹੂਟਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਿਸ ਤੋਂ ਸਾਨੂੰ ਅੰਦਾਜ਼ਾ ਲੱਗ ਗਿਆ ਕਿ ਉਹ ਆ ਰਿਹਾ ਹੈ। ਹੁਣ ਤਾਂ ਹੂਟਰ ਇੰਨੀ ਜ਼ਿਆਦਾ ਉੱਚੀ ਕਰਤਾ ਗਿਆ ਸੀ ਕਿ ਦੂਰ ਦੂਰ ਤੱਕ ਪਤਾ ਲੱਗ ਰਿਹਾ ਸੀ ਕਿ ਕੋਈ ਵੱਡਾ ਅਧਿਕਾਰੀ ਪਧਾਰ ਰਿਹਾ। ਅਸੀਂ ਵੀ ਸਾਰੇ ਜਣੇ ਤੇਜ਼ ਧੜਕਣਾਂ ਨਾਲ ਬਾਹਰ ਆ ਗਏ। DSP ਨੇ ਆਉਂਦਿਆਂ ਹੀ ਕਾਲੀਆਂ ਐਨਕਾਂ ਆਪਣੇ ਸੱਜੇ ਹੱਥ ਨਾਲ ਫਿਲਮੀ ਅੰਦਾਜ਼ ਨਾਲ ਉਤਾਰੀਆਂ ਤੇ ਆਪਣੀ ਪੱਗ ਨੂੰ ਠੀਕ ਕੀਤਾ। ਉਹਦੀਆਂ ਨਸ਼ਿਆਈਆਂ ਅੱਖਾਂ ਤੋਂ ਲੱਗ ਰਿਹਾ ਸੀ ਕਿ ਸਾਹਿਬ ਨੇ ਦਾਰੂ ਦੇ 3-4 ਮੋਟੇ ਪੈਗ ਚਾੜੇ ਹੋਏ ਆ। ਕਾਜੂ ਚੱਬਦਾ ਹੋਇਆ ਉਹ ਸਿੱਧਾ ਹੀ ਕੰਮ ਦੀ ਗੱਲ ਤੇ ਆ ਗਿਆ ਤੇ ਰੋਬ ਨਾਲ ਬੋਲਿਆ, ਹਾਂ ਵੀ ਮੁੰਡਿਆ, ਕੀ ਰੌਲਾ ਹੈ ਤੁਹਾਡਾ? ਮੈਂ ਰਜਿਸਟਰੀ ਦੀ ਕਾਪੀ ਉਹਦੇ ਮੂਹਰੇ ਕਰਦਿਆਂ ਨਿਮਰਤਾ ਨਾਲ ਆਖਿਆ, ਸਰ ਆਹ ਸਾਡੇ ਕਾਗਜ਼ ਨੇ ਤੇ ਇਹਨਾਂ ਦੀ ਮਿਣਤੀ ਮੁਤਾਬਕ ਤੁਸੀਂ ਨਿਸ਼ਾਨੀ ਲਾ ਦਿਓ। ਜਿੱਥੋਂ ਤੱਕ ਸਾਡੀ ਜਗ੍ਹਾ ਬਣਦੀ ਹੈ ਉਹ ਦੱਸ ਦਿਓ, ਅਸੀਂ ਵੜ ਲੈਂਦੇ ਹਾਂ। ਮੇਰੀ ਰਜਿਸਟਰੀ ਦੀ ਕਾਪੀ ਨੂੰ ਹੱਥ 'ਚ ਫੜ ਕੇ ਉਹਨੇ ਸਰਸਰੀ ਜੀ ਨਿਗਾਹ ਮਾਰੀ ਤੇ ਫਿਰ ਕਾਗਜ਼ਾਂ ਨੂੰ ਮਰੋੜ ਕੇ ਆਪਣੇ ਹੱਥ ਢਾਕਾਂ ਉੱਤੇ ਟਿਕਾ ਲਏ ਤੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਰੋਬ ਨਾਲ ਬੋਲਿਆ, ਇਹੋ ਜਿਹੀ ਰਜਿਸਟਰੀ ਤਾਂ ਮੈਂ ਘੰਟਾ ਘਰ ਦੀ ਕਰਵਾ ਦਿੰਦਾ, ਗੱਲ ਕਰ ਸਹੀ। ਉਹਦੇ ਬੋਲਾਂ 'ਚੋਂ ਸਕਾਚ ਦੀ ਝਲਕ ਵੱਜ ਰਹੀ ਸੀ। ਸਾਹਿਬ ਦੀ ਪਹਿਲੀ ਗੱਲ ਸੁਣ ਕੇ ਵਿਰੋਧੀਆਂ ਦੇ ਚਿਹਰੇ ਖਿੜ ਗਏ। ਉਹਨਾਂ 'ਚੋਂ ਕੁਝ ਕੁ ਗੁੱਜਾ ਜਿਹਾ ਮੁਸਕਰਾ ਵੀ ਪਏ। ਐਂ ਤਾਂ ਤੂੰ ਕੱਲ੍ਹ ਨੂੰ ਪੂਰੀ ਗਲੀ ਦੀ ਰਜਿਸਟਰੀ ਬਣਾ ਲਏਗਾ ਤੇ ਤੈਨੂੰ ਅਸੀਂ ਵੜਨ ਦੇ ਦਿਆਂਗੇ ਪੂਰੀ ਗਲੀ। ਆਹ ਸਾਰੇ ਮਹੱਲੇ ਵਾਲੇ ਬੈਠੇ ਆ ਜੀ, ਅਸੀਂ ਇਹ ਕੰਧ ਨਹੀਂ ਹੋਣ ਦੇਣੀ। ਗੁਰਨੇਕ ਪੂਰੇ ਜੋਸ਼ ਨਾਲ ਬੋਲਿਆ, ਸਰ ਇਹਦਾ ਤਾਂ ਆਪਣਾ ਕੀਤਾ ਹੋਇਆ ਗਲੀ ਦੇ ਉੱਤੇ ਕਬਜ਼ਾ। ਸਾਡੀ ਥਾਂ ਪੂਰੀ ਹੋ ਕੇ ਵੀ ਗਲੀ 20 ਫੁੱਟ ਵੱਜ ਜਾਂਦੀ ਹੈ, ਪਰ ਇਹਦੇ ਗੇਟ 'ਚੋਂ ਘੱਟ ਕੇ 14 ਫੁੱਟ ਹੀ ਰਹਿ ਜਾਂਦੀ ਹੈ। ਇਹਨੂੰ ਕਹੋ ਜੀ ਆਪਣੀ ਰਜਿਸਟਰੀ ਲਿਆਵੇ ਤੇ ਮਿਣਤੀ ਕਰਵਾਵੇ। ਕਮਲਦੀਪ ਨੇ ਗੁਰਨੇਕ ਦੇ ਘਰ ਵੱਲ ਇਸ਼ਾਰਾ ਕਰਦਿਆਂ ਹੋਇਆਂ DSP ਨੂੰ ਆਖਿਆ। DSP ਉਹਦੇ ਘਰ ਵੱਲ ਗੌਰ ਨਾਲ ਝਾਕਿਆ ਤੇ ਉਹਦੀ ਪੁਲਸੀ ਅੱਖ ਸਾਰਾ ਕੁਝ ਤਾੜ ਗਈ। ਉਹ ਕੁਝ ਪਲ ਚੁੱਪ ਰਿਹਾ ਤੇ ਕੁਝ ਸੋਚਣ ਲੱਗ ਪਿਆ। ਉਹ ਸਾਰੀ ਗੱਲ ਸਮਝ ਵੀ ਚੁੱਕਾ ਸੀ, ਪਰ ਜਾਣ ਬੁੱਝ ਕੇ ਮਿਸਰਣਾ ਜਿਹਾ ਬਣਦਾ ਬੋਲਿਆ, ਇਹ ਮਕਾਨ ਬਣੇ ਨੂੰ ਤਾਂ 20-25 ਸਾਲ ਹੋ ਗਏ ਲੱਗਦੇ ਆ ਤੇ ਤੁਸੀਂ ਉਹਦੀ ਗੱਲ ਛੱਡੋ, ਇਹਦੀ ਕਰੋ। ਜਨਾਬ ਸਾਡੀ ਗੱਲ ਸੁਣੋ ਜੀ, ਸਾਨੂੰ ਸਭ ਨੂੰ ਇਤਰਾਜ਼ ਹੈ ਜੀ ਇਹਦੀ ਕੰਧ ਤੇ ਇਹਦੇ ਜਾਲੀ ਕਾਗਜ਼ਾਂ ਤੇ। ਇਹਨੂੰ ਰੋਕਿਆ ਜਾਵੇ, ਨਹੀਂ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਹੋ ਸਕਦੀ ਹੈ ਜੀ। ਇਹਨਾਂ ਬੰਦਿਆਂ ਤੇ ਦਰਜ ਕਰੋ ਪਰਚਾ ਤੇ ਸਾਨੂੰ ਇਸ ਖਲਜਗਣ ਤੋਂ ਮੁਕਤੀ ਦਿਵਾਓ ਜੀ। ਜਪਨਾਮ ਨੇ ਜੀ ਕਰਦੇ ਹਾਂ ਸਾਡੇ ਵੱਲ ਇਸ਼ਾਰਾ ਕਰਦੇ ਹੋਏ ਆਪਣਾ ਫੈਸਲਾ ਸੁਣਾ ਦਿੱਤਾ। ਯਾਰ ਮੇਰੀ ਗੱਲ ਸੁਣ, ਉਦੋਂ ਦੇ ਝਗੜੇ ਤੋਂ ਲੈ ਕੇ ਸਭ ਤੋਂ ਵੱਧ ਬੰਦ ਟਪੂਸੀਆਂ ਤੂੰ ਹੀ ਮਾਰੀ ਜਾਂਦਾ, ਬਦਮਾਸ਼ੀਆਂ ਕਰਦਾ ਤੂੰ, ਨਜਾਇਜ਼ ਕਬਜ਼ਾਧਾਰੀਆਂ ਦਾ ਸਾਥ ਦੇਣਾ ਤੂੰ, ਲੋਕਾਂ ਦੇ ਕੰਮਾਂ 'ਚੋਂ ਪੈਸੇ ਖਾਣਾ ਤੂੰ, ਤੇ ਤੂੰ SSP ਦੇ ਦਫ਼ਤਰ ਹੌਲਦਾਰ ਹੀ ਲੱਗਾ ਤੇ ਸਮਝੀ ਤੂੰ ਆਪਣੇ ਆਪ ਨੂੰ IG ਜਾਂਦਾ। ਯਾਦਵਿੰਦਰ ਗੁੱਸੇ 'ਚ ਜਪਨਾਮ ਨੂੰ ਲਲਕਾਰਦਾ ਹੋਇਆ ਪੈ ਨਿਕਲਿਆ। ਸ਼ਾਇਦ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਭਰੀ ਪੰਚਾਇਤ 'ਚ ਉਹਦੀ ਇੰਨੀ ਜ਼ਿਆਦਾ ਬੇਇੱਜ਼ਤੀ ਹੋ ਜਾਏਗੀ। ਇਕੱਠ 'ਚ ਰੌਲਾ ਪੈ ਗਿਆ। ਸਾਡੇ ਲਈ ਹੱਕ ਦੀ ਗੱਲ ਇਹ ਸੀ ਕਿ ਵਿਰੋਧੀ ਧਿਰ ਵੱਲੋਂ ਇਕੱਠੇ ਕੀਤੇ ਬੰਦਿਆਂ 'ਚੋਂ ਕੋਈ ਵੀ ਕਿਸੇ ਦੇ ਪੱਖ ਜਾਂ ਵਿਰੋਧ 'ਚ ਨਹੀਂ ਸੀ ਬੋਲਿਆ, ਪਰ ਸਾਡੇ ਵਾਲੇ ਪਾਸੇ ਦੇ ਸਾਰੇ ਬੰਦੇ ਸਿਧਾਂਤਕ ਤੇ ਬਾਦਲੀਲ ਕਰਨ ਵਾਲੇ ਸਨ। ਉਹਨਾਂ ਦੀ ਕਿਸੇ ਵੀ ਗੱਲ ਦਾ ਸਹੀ ਜਵਾਬ ਦੇਣ ਦੇ ਨਾਲ ਨਾਲ ਅਜਿਹਾ ਕੋਈ ਸਵਾਲ ਵੀ ਕਰ ਦਿੰਦੇ ਸੀ ਕਿ ਅਗਲਾ ਨਿਰਉੱਤਰ ਹੋ ਜਾਂਦਾ। ਪੈਂਦੇ ਰੌਲੇ ਰੱਪੇ ਨੂੰ ਇਕੱਠ 'ਚ ਖੜੇ ਸਿਪਾਹੀ ਧੱਕੇ ਨਾਲ ਚੁੱਪ ਕਰਵਾਉਣ ਲੱਗ ਪਏ। 3-4 ਮਿੰਟ 'ਚ ਫਿਰ ਸ਼ਾਂਤੀ ਹੋ ਗਈ। ਜਪਨਾਮ ਖਰੀਆਂ ਸੁਣਨ ਤੋਂ ਬਾਅਦ ਅਜੇ ਵੀ ਜ਼ਹਿਰ ਉਗਲ ਰਿਹਾ ਸੀ। DSP ਵੀ ਉਹਦੀ ਗੱਲ ਨੂੰ ਧਿਆਨ ਨਾਲ ਸੁਣਦਾ ਸੀ। ਉਹ ਫਿਰ ਬੋਲਿਆ, ਜਨਾਬ ਇਹ ਦੱਸਣ ਕਿ ਇਹਨਾਂ ਨੇ ਇਹ ਜਗ੍ਹਾ ਪਹਿਲਾਂ ਕਿਉਂ ਨਹੀਂ ਵਲੀ ਤੇ ਨਾ ਹੀ ਇਹ ਤੋਂ ਪਹਿਲਾਂ ਕਿਸੇ ਮਾਲਕ ਨੇ ਵਲੀ ਹੈ। ਆਹ ਪਲਾਟ ਪਿਆ, ਕੱਲ ਨੂੰ ਤੂੰ ਆਖੇਂਗਾ
ਕਿ ਇੱਥੇ ਤੂੰ ਕੋਠੀ ਪਹਿਲਾਂ ਕਿਉਂ ਨਹੀਂ ਬਣਾਈ ਜਾਂ ਪਹਿਲਾਂ ਮਾਲਕ ਨੇ ਕਿਉਂ ਨਹੀਂ ਬਣਾਈ। ਤੂੰ ਢਾਉਣ ਲੱਗ ਜਾਏਗਾ। ਫਿਰ ਮਾਲਕ ਦੀ ਮਰਜ਼ੀ, ਉਹ ਆਪਣੀ ਜਗ੍ਹਾ ਨੂੰ ਜਿਵੇਂ ਢਾਏ ਜਦੋਂ ਮਰਜ਼ੀ ਵਰਤੇ। ਇਸ 'ਚ ਤੇਰੀ ਇਜਾਜ਼ਤ ਲੈਣ ਦੀ ਤਾਂ ਕੋਈ ਲੋੜ ਨਹੀਂ। ਨਾਲੇ ਤੈਨੂੰ ਦਿਸਦਾ ਨਹੀਂ, ਇੱਥੇ ਇਹਨਾਂ ਦੇ ਦਰਖਤ ਸੀ, ਸਬਜ਼ੀਆਂ ਬੀਜੀਆਂ ਸੀ। ਧਰਮਪਾਲ ਅੰਕਲ ਨੇ ਜਪਨਾਮ ਨੂੰ ਸਿੱਧੀ ਸੁਣਾਤੀ। ਹੁਣ ਤਾਂ ਦੋਵਾਂ ਧਿਰਾਂ ਦਾ ਕੋਈ ਵੀ ਬੰਦਾ ਗੱਲ ਮੂੰਹ 'ਚੋਂ ਮਗਰੋਂ ਕੱਢਦਾ ਸੀ, ਦੂਜੀ ਧਿਰ ਉਹਦੀ ਕਾਟ 'ਚ ਆਪੋ ਆਪਣੀਆਂ ਦਲੀਲਾਂ ਪਹਿਲਾਂ ਦੇਣ ਲੱਗ ਪੈਂਦੀ। ਫਿਰ ਰੌਲਾ ਪੈ ਜਾਂਦਾ। ਅੱਕ ਕੇ ਡੀਐਸਪੀ ਜਿਪਸੀ ਵੱਲ ਨੂੰ ਵਧਿਆ ਤੇ ਸਾਨੂੰ ਆਖਣ ਲੱਗਾ, ਮੇਰੀ ਗੱਲ ਸੁਣੋ, ਝਗੜੇ 'ਚ ਨਾ ਪਾਓ। ਮੈਨੂੰ ਤੁਸੀਂ ਪੜ੍ਹੇ ਲਿਖੇ ਤੇ ਸਿਆਣੇ ਬੰਦੇ ਲੱਗੇ ਹੋ। ਇੱਥੇ ਰੈਂਪ ਜਾਂ ਕੰਧ ਦੀ ਗੱਲ ਛੱਡੋ, ਭਿੰਡੀਆਂ ਤੋਰੀਆਂ ਬੀਜ ਛੱਡਿਆ ਕਰੋ। ਗਲੀ ਖੁੱਲੀ ਚੰਗੀ ਰਹਿੰਦੀ ਆ। ਮਹੱਲੇ ਵਾਲਿਆਂ ਦੀ ਗੱਲ ਮੰਨ ਲਓ, ਰਾਤ ਨੂੰ ਸੋਚ ਵਿਚਾਰ ਕਰ ਲਓ ਤੇ ਸਵੇਰੇ 10 ਵਜੇ ਦਫ਼ਤਰ ਆ ਜਾਓ। ਦੋਵੇਂ ਧਿਰਾਂ ਤੁਹਾਡਾ ਠੀਕ ਫੈਸਲਾ ਕਰਵਾ ਦੇਵਾਂਗੇ। ਉਹਨੇ ਆਪਣੀ ਛੁਰਲੀ ਇਸ ਤਰ੍ਹਾਂ ਛੱਡੀ ਕਿ ਮਹੱਲੇ ਵਾਲਿਆਂ ਨੂੰ ਭੜਕਾ ਕੇ ਸਾਡੇ ਗਲ ਪਵਾਤਾ ਜਾਏ ਤੇ ਇੱਥੇ ਕੰਧ ਤਾਂ ਦੂਰ ਦੀ ਗੱਲ, ਰੈਂਪ ਵੀ ਨਾ ਬਣ ਸਕੇ। ਉਹਦੀ ਜਿਪਸੀ ਹੂਟਰ ਮਾਰਦੀ ਤੁਰ ਗਈ ਤੇ ਲੋਕ ਫਿਰ ਟੋਲੀਆਂ ਬਣਾ ਕੇ ਜਾਬਾਂ ਦਾ ਭੇੜ ਕਰਨ 'ਚ ਜੁਟ ਗਏ। ਕਿਵੇਂ ਭੌਂਕਦਾ ਸੀ ਕੁੱਤਾ, ਅਗੇ ਭਿੰਡੀਆਂ ਤੋਰੀਆਂ ਬੀਜ ਲਿਆ ਕਰੋ। ਵਰਦੀ ਗੁੰਡਾਗਰਦੀਆਂ ਕਰਵਾਉਣ ਨੂੰ ਪਾਈ ਆ। ਕੰਜਰਾ ਇਨਸਾਫ ਨਹੀਂ ਕਰ ਸਕਦਾ ਤਾਂ ਲੋਕਾਂ ਨੂੰ ਭੜਕਾਉਂਦਾ ਕਿਉਂ ਹੈ? ਉਹ ਦਿਸਿਆ ਨਹੀਂ ਪਤੰਦਰ ਕਿੰਨੀ ਗਲੀ ਰੋਕੀ ਬੈਠਾ ਕਈ ਸਾਲਾਂ ਤੋਂ, ਕਾਲੇ ਮੂੰਹ ਵਾਲੇ ਕੁੱਤੇ। ਤਾਈਓ ਲੋਕੀ ਆਖਦੇ ਆ ਇਹ ਤਾਂ ਮੱਥੇ ਲੱਗੇ ਵੀ ਮਾੜੇ ਹੁੰਦੇ ਆ। ਸਾਡੇ ਹੱਕ 'ਚ ਆਈ ਮੁਹੱਲੇ ਦੀ ਇੱਕ ਬਜ਼ੁਰਗ ਔਰਤ ਡੀਐਸਪੀ ਦੀ ਜਾਂਦੀ ਹੋਈ ਜਿਪਸੀ ਨੂੰ ਵੇਖ ਕੇ ਅਜੇ ਵੀ ਗਾਲਾਂ ਕੱਢੀ ਜਾ ਰਹੀ ਸੀ। ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਡੀਐਸਪੀ ਨੇ ਮੌਕਾ ਵੇਖਣ ਆਉਣਾ ਹੈ। ਜਿਹੜੇ ਤਾਂ ਮੌਜੂਦ ਸੀ ਉਹ ਕੱਲ੍ਹ ਆਉਣ ਬਾਰੇ ਆਖ ਕੇ ਚਲੇ ਗਏ। ਬਾਕੀ ਫੋਨ ਤੇ ਹੀ ਪਤਾ ਕਰ ਰਹੇ ਸੀ ਕਿ ਮਾਮਲੇ ਦਾ ਕੀ ਬਣਿਆ। ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਜਦ ਪੁਲਿਸ ਦੀ ਸਾਰੀ ਧੱਕੇਸ਼ਾਹੀ ਬਾਰੇ ਪਤਾ ਲੱਗਾ, ਆਖਣ ਲੱਗਾ, ਮੈਂ ਇੱਕ ਮੰਤਰੀ ਤੋਂ ਤੇਰੀ ਸਿਫਾਰਿਸ਼ ਕਰਾਉਣਾ। ਘੰਟੇ ਕੁ ਬਾਅਦ ਉਹਦਾ ਫੇਰ ਫੋਨ ਆ ਗਿਆ। ਉਹਨੇ ਦੱਸਿਆ ਕਿ ਮੰਤਰੀ ਨੂੰ ਜਦ ਇਸ ਧੱਕੇ ਦਾ ਪਤਾ ਲੱਗਾ ਤਾਂ ਉਹਨੇ ਡੀਐਸਪੀ ਨੂੰ ਬੜਾ ਹੀ ਖਿੱਚਿਆ। ਉਹਨੇ ਪੂਰਾ ਯਕੀਨ ਦਿਵਾਇਆ ਕਿ ਹੁਣ ਇਹ ਮਸਲਾ ਮੰਤਰੀ ਦੇ ਧਿਆਨ 'ਚ ਹੈ ਤੇ ਉਹਨੇ ਸਾਰੀ ਤੇ ਸਹੀ ਜਾਣਕਾਰੀ ਹਾਸਲ ਕਰ ਲਈ ਹੈ। ਹੁਣ ਪੁਲਿਸ ਵਾਲੇ ਤੈਨੂੰ ਖਰਾਬ ਨਹੀਂ ਕਰਨਗੇ। ਉਸ ਮੁਤਾਬਕ ਮੰਤਰੀ ਨੇ ਉਹਦੇ ਸਾਹਮਣੇ ਡੀਐਸਪੀ ਦੀ ਖੂਬ ਝਾੜ ਝੰਬ ਵੀ ਮੌਕੇ ਤੇ ਹੀ ਕਰ ਦਿੱਤੀ। ਸਾਡੇ ਲਈ ਇਹ ਹੌਸਲੇ ਵਾਲੀ ਗੱਲ ਸੀ। ਇਹ ਤਾਂ ਸ਼ੁਕਰ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਤੇ ਸਾਰੇ ਦੋਸਤ ਮਿੱਤਰ ਇਕੱਠੇ ਹੋ ਕੇ ਆ ਜਾਂਦੇ ਸੀ। ਨਹੀਂ ਤਾਂ ਨਿਤ ਛੁੱਟੀਆਂ ਲੈ ਕੇ ਕਿਸ ਨੇ ਮੇਰੇ ਨਾਲ ਤੁਰਨਾ ਸੀ। ਹੁਣ ਇਹ ਸਲਾਹ ਵੀ ਬਣੀ ਕਿ ਜੇ ਪੁਲਿਸ ਵਾਲੇ ਅਜੇ ਵੀ ਕਾਰਵਾਈ ਨਹੀਂ ਕਰਨਗੇ ਤਾਂ ਇਸ ਮਸਲੇ ਨੂੰ ਮੀਡੀਆ 'ਚ ਵੀ ਲਿਆਂਦਾ ਜਾਏ ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾਈ ਜਾਏ। ਉਸ ਦਿਨ ਸਾਨੂੰ ਇਹ ਖਬਰ ਵੀ ਮਿਲ ਗਈ ਕਿ ਸਾਡੇ ਉਸ ਘਰ ਆ ਕੇ ਇੱਟਾਂ ਪੁੱਟਣ ਤੇ ਖਿੜਕੀਆਂ ਨੂੰ ਭੰਨ ਜਾਣ ਵਾਲੇ ਬੰਦੇ ਮੁਹੱਲੇ ਦੇ ਇੱਕ ਨਸ਼ੇ ਦੇ ਵਪਾਰੀ ਪਰਿਵਾਰ ਦੇ ਮੁੰਡੇ ਤੇ ਉਹਨਾਂ ਦੇ ਪਾਲੇ ਹੋਏ ਗੁੰਡੇ ਕਰ ਰਹੇ ਹਨ। ਇਸ ਪਰਿਵਾਰ ਤੇ ਕਈ ਵਾਰ ਪੁਲਿਸ ਨੇ ਛਾਪਾ ਵੀ ਮਾਰਿਆ ਸੀ, ਪਰ ਇਹਨਾਂ ਦੇ ਸਬੰਧ ਉੱਪਰ ਤੱਕ ਹੋਣ ਕਰਕੇ ਉਹ ਅਜੇ ਵੀ ਸ਼ਰੇਆਮ ਨਸ਼ੇ ਦੀ ਵੇਚ-ਵੱਟ ਕਰੀ ਜਾ ਰਹੇ ਸੀ। ਸਾਨੂੰ ਸਭ ਤੋਂ ਵੱਡਾ ਖਤਰਾ ਇਸ ਪਰਿਵਾਰ ਤੋਂ ਜਾਪਣ ਲੱਗ ਪਿਆ ਸੀ, ਕਿਉਂਕਿ ਉਹ ਆਪਣੇ ਪਾਲੇ ਹੋਏ ਨਸ਼ਈ ਬੰਦਿਆਂ ਤੋਂ ਸਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦੇ ਸੀ। ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਜਦ ਸਾਡਾ ਉਸ ਪਰਿਵਾਰ ਨਾਲ ਮਾੜਾ ਮੋਟਾ ਝਗੜਾ ਤਾਂ ਦੂਰ ਦੀ ਗੱਲ, ਕਦੇ ਕੋਈ ਬੋਲ ਬੁਲਾਰਾ ਵੀ ਨਹੀਂ ਸੀ ਹੋਇਆ, ਤਾਂ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿਉਂ ਕਰ ਰਹੇ ਹਨ। ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਦੀ ਨਸ਼ੇ ਦਾ ਧੰਦਾ ਕਰਨ 'ਚ ਮਦਦ ਕਰਨ ਕਾਰਨ ਪੁਲਿਸ ਵਾਲੇ ਆਪਣੇ ਵੱਲੋਂ ਕੀਤੇ ਹੋਏ ਅਹਿਸਾਨਾਂ ਦਾ ਬਦਲਾ ਚੁਕਵਾਉਣ ਖਾਤਰ ਉਹਨਾਂ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕਰ ਰਹੇ ਹਨ। ਅਗਲਾ ਦਿਨ ਵੀ ਆ ਗਿਆ। ਮੇਰੇ ਨਾਲ ਆਉਣ ਵਾਲੇ ਲਗਭਗ ਸਾਰੇ ਬੰਦੇ ਡੀਐਸਪੀ ਦੇ ਦਫ਼ਤਰ ਅੱਗੇ ਪੁੱਜ ਚੁੱਕੇ ਸਨ। ਡੀਐਸਪੀ ਅਜੇ ਦਫ਼ਤਰ 'ਚ ਨਹੀਂ ਸੀ ਆਇਆ ਤੇ ਨਾ ਹੀ ਦੂਜੀ ਧਿਰ ਦਾ ਕੋਈ ਵੀ ਬੰਦਾ ਉੱਥੇ ਪਹੁੰਚਿਆ ਸੀ। ਸਾਡੇ ਲਈ ਇਹ ਵੱਡੀ ਚਿੰਤਾ ਦੀ ਗੱਲ ਸੀ। ਬਾਹਰ ਧੁੱਪ 'ਚ ਖੜਨਾ ਔਖਾ ਹੋ ਰਿਹਾ ਸੀ। ਅਸੀਂ ਕੰਧ ਦੀ ਛਾਂ ਦਾ ਮਾੜਾ ਮੋਟਾ ਆਸਰਾ ਲੈਂਦੇ ਹੋਏ ਬੈਠੇ ਰਹੇ। ਜਦ ਅੰਦਰ ਜਾ ਕੇ ਅਧਿਕਾਰੀ ਦੇ ਆਉਣ ਬਾਰੇ ਪੁੱਛਦੇ ਤਾਂ ਇੱਕੋ ਹੀ ਜਵਾਬ ਮਿਲਦਾ, ਬਸ ਆਉਣ ਹੀ ਵਾਲੇ ਹੈ। ਸਭ ਨੂੰ ਇਹੋ ਹੀ ਸ਼ੱਕ ਹੋ ਰਹੀ ਸੀ ਕਿ ਜਿਹੜੀ ਦੂਜੀ ਧਿਰ ਵੀ ਨਹੀਂ ਆਈ, ਇਹਦਾ ਇੱਕੋ ਇੱਕ ਮਤਲਬ ਹੈ ਕਿ ਸਾਨੂੰ ਜਾਣਬੁੱਝ ਕੇ ਖਰਾਬ ਕਰਨਾ। 1:15 ਵਜੇ ਇੱਕ ਕਾਰ ਦਫ਼ਤਰ ਦੇ ਅੱਗੇ ਆ ਰੁਕੀ, ਜਿਸ 'ਚੋਂ ਜਪਨਾਮ, ਮਲਕੀਤ, ਗੁਰਨੇਕ ਤੇ ਇੱਕ ਹੋਰ ਬਜ਼ੁਰਗ ਉਤਰੇ ਤੇ ਦਫ਼ਤਰ ਦੇ ਅੰਦਰ ਚਲੇ ਗਏ। ਸਭ ਨੇ ਕੰਨ ਚੁੱਕ ਲਏ ਤੇ ਸਾਨੂੰ ਇੱਕ ਆਸ ਬੱਝ ਗਈ ਕਿ ਡੀਐਸਪੀ ਜ਼ਰੂਰ ਆਏਗਾ। ਉਹੀ ਗੱਲ ਹੋਈ। ਨਾਲ ਦੀ ਨਾਲ ਹੀ ਉਹਦੀ ਜਿਪਸੀ ਹੂਟਰ ਮਾਰਦੀ ਦਫ਼ਤਰ ਦੇ ਅੱਗੇ ਆ ਕੇ ਰੁਕ ਗਈ ਤੇ ਪੂਰੀ ਆਕੜ ਨਾਲ ਅੰਦਰ ਚਲਾ ਗਿਆ। ਅਸੀਂ ਵੀ ਦਫ਼ਤਰ ਦੇ ਵਰਾਂਡੇ ਚਲੇ ਗਏ ਤੇ ਬੈਠਣ ਲਈ ਥਾਂ ਘੱਟ ਹੋਣ ਕਾਰਨ ਕਈ ਜਣੇ ਖੜੇ ਹੀ ਰਹੇ। ਘੰਟੇ ਦੇ ਕਰੀਬ ਹੋਰ ਲੰਘ ਗਿਆ, ਪਰ ਸਾਨੂੰ ਆਵਾਜ਼ ਨਾ ਵੱਜੀ ਤੇ ਨਾ ਹੀ ਦੂਜੀ ਧਿਰ ਦਾ ਕੋਈ ਬੰਦਾ ਨਜ਼ਰ ਨਹੀਂ ਆਇਆ। ਅੰਤ ਸਾਨੂੰ ਆਵਾਜ਼ ਪੈ ਗਈ। ਡੀਐਸਪੀ ਦੇ ਕਮਰੇ ਅੰਦਰ ਵੜਦਿਆਂ ਸਭ ਨੂੰ ਠੰਡਕ ਮਹਿਸੂਸ ਹੋਈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਚਾਰੇ ਜਣੇ ਪਹਿਲਾਂ ਹੀ ਅੰਦਰ ਬੈਠੇ ਸਰਕਾਰੀ ਏਸੀ ਦੀ ਠੰਡਕ ਮਾਣ ਰਹੇ ਸਨ। ਮੇਰੇ ਮਨ ਨੇ ਕਿਹਾ, ਵਾਹ, ਸਾਡਾ ਢਾਂਚਾ। ਜਿਹੜੇ ਬੰਦੇ ਮੁਜਰਮ ਨੇ ਉਹਨਾਂ ਨੂੰ ਅਧਿਕਾਰੀ ਕੁਰਸੀਆਂ ਤੇ ਬਿਠਾਈ ਬੈਠੇ ਆ ਤੇ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਉਹ ਸਵੇਰ ਤੋਂ ਧੁੱਪ 'ਚ ਖੜੇ ਆ। ਉਹਨਾਂ ਲਈ ਤਾਂ ਇਹਨਾਂ ਕੋਲ ਬੈਠਣ ਦਾ ਵੀ ਪ੍ਰਬੰਧ ਨਹੀਂ ਹੈ। ਵੇਖੋ ਜੀ, ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਹੁੰਦਾ। ਮੈਂ ਤਾਂ ਇਹੀ ਸਿੱਟਾ ਕੱਢਿਆ ਕਿ ਗਲੀ ਨੂੰ ਚੱਲਦੀ ਰਹਿਣ ਦਿਓ।
ਜਦ ਮਹੱਲੇ ਵਾਲੇ ਚਾਹੁੰਦੇ ਨੇ ਤਾਂ ਤੁਸੀਂ ਕੰਧ ਨਾ ਕੱਢੋ। ਜੇ ਤੁਹਾਨੂੰ ਬਹੁਤਾ ਹੀ ਲਾਲਚ ਹੈ ਤਾਂ ਤੁਸੀਂ ਥਾਂ ਮਿਣ ਕੇ ਇਹਨਾਂ ਤੋਂ ਅੱਧੇ ਥਾਂ ਦੇ ਚੱਲਦੇ ਰੇਟ ਮੁਤਾਬਕ ਪੈਸੇ ਲੈ ਲਓ ਤੇ ਅੱਧੀ ਜਗ੍ਹਾ ਗਲੀ ਨੂੰ ਛੱਡ ਦਿਓ। ਤੇ ਅੱਜ ਡੀਐਸਪੀ ਦੀ ਸੁਰ ਕੁਝ ਕੁ ਨਰਮ ਸੀ। ਜਨਾਬ, ਅਸੀਂ ਤਾਂ ਸਾਰੀ ਛੱਡਤੀ ਸੀ, ਛੱਡ ਵੀ ਦੇਵਾਂਗੇ। ਤੁਸੀਂ ਇਹਨਾਂ ਤੋਂ ਉਹ ਬੰਦੇ ਪੇਸ਼ ਕਰਾਓ ਜਿਹੜੇ ਸਾਡੀ ਪਿੱਠ ਪਿੱਛੇ ਆ ਕੇ ਢਾਹ-ਢੁਆਈ ਕਰਕੇ ਗਏ ਸੀ। ਮੇਰੇ ਪਿਤਾ ਜੀ ਨੇ ਉਸੇ ਅੰਦਾਜ਼ 'ਚ ਕਿਹਾ। ਵੇਖੋ ਜੀ, ਮੈਂ ਇਸ ਕੇਸ 'ਚ ਬੜਾ ਖਰਾਬ ਹੋ ਰਿਹਾ। ਪਲੀਜ਼ ਤੁਸੀਂ ਕਿਸੇ ਹੋਰ ਦੀ ਡਿਊਟੀ ਲਗਵਾ ਲਓ। ਐਸਐਸਪੀ ਸਾਹਿਬ ਦੀ ਮਿੰਨਤ ਮੈਂ ਆਪ ਕਰ ਲਾਂਗਾ। ਮੇਰਾ ਖਹਿੜਾ ਛੱਡ ਦਿਓ। ਮੇਰਾ ਤਾਂ ਬੈਗ ਬੰਨਿਆ ਪਿਆ ਹੈ। ਨੌਕਰੀ ਕਰਨੀ ਹੈ, ਇੱਥੇ ਨਹੀਂ ਕਿਸੇ ਹੋਰ ਸ਼ਹਿਰ 'ਚ ਕਰ ਲਾਂਗਾ। ਡੀਐਸਪੀ ਨੇ ਬਹੁਤ ਹੀ ਆਜ਼ੀ ਨਾਲ ਕਿਹਾ। ਉਹ ਗੁੰਡਾਗਰਦੀ ਕਰਨ ਵਾਲੇ ਬੰਦਿਆਂ ਨੂੰ ਹੱਥ ਪਾਉਣ ਤੋਂ ਵੀ ਘਬਰਾ ਰਿਹਾ ਸੀ। ਮੈਂ ਸਮਝ ਗਿਆ ਕਿ ਇਹ ਤਾਂ ਮੰਤਰੀ ਦੁਆਰਾ ਰਾਤ ਦੀਆਂ ਦਿੱਤੀਆਂ ਝਿੜਕਾਂ ਦਾ ਹੀ ਅਸਰ ਹੈ। ਫਿਰ ਅੰਦਰੋਂ ਅੰਦਰੀ ਹਾਸਾ ਵੀ ਆਇਆ ਕਿ ਮੰਤਰੀ ਦੇ ਡਰ ਕਾਰਨ ਇਹਨੂੰ ਤਾਂ ਰਾਤ ਨੂੰ ਪੀਤੀ ਦਾਰੂ ਵੀ ਚੜ੍ਹੀ ਨਹੀਂ ਹੋਣੀ। ਬਾਹਰ ਆ ਕੇ ਸਭ ਦੀ ਸਲਾਹ ਬਣੀ ਕਿ ਇਹਨੇ ਕੁਝ ਨਹੀਂ ਕਰਨਾ, ਆਪਾਂ ਨੂੰ ਫਿਰ ਐਸਐਸਪੀ ਨੂੰ ਮਿਲਣਾ ਚਾਹੀਦਾ ਹੈ। ਸਾਡੇ ਇੱਕ ਸਾਥੀ ਨੇ ਐਸਐਸਪੀ ਦਫ਼ਤਰ ਵਿਖੇ ਤਾਇਨਾਤ ਆਪਣੇ ਇੱਕ ਜਾਣੂ ਨੂੰ ਫੋਨ ਕਰਕੇ ਤੇ ਪਤਾ ਕੀਤਾ ਕਿ ਵੱਡਾ ਸਾਹਿਬ ਦਫ਼ਤਰ 'ਚ ਹੀ ਹੈ ਤਾਂ ਅਸੀਂ ਉਹਦੇ ਦਫ਼ਤਰ ਵੱਲ ਨੂੰ ਹੋ ਤੁਰੇ। ਉੱਥੇ ਸਾਡੀ ਵਾਰੀ ਛੇਤੀ ਆ ਗਈ। ਅਸੀਂ ਸਾਰੀ ਗੱਲ ਐਸਐਸਪੀ ਨੂੰ ਫਿਰ ਸਮਝਾਈ। ਉਹ ਬੜਾ ਹੀ ਔਖਾ ਭਾਰਾ ਹੋਇਆ। ਇੱਕ ਹੌਲਦਾਰ ਹੀ ਸਾਰੇ ਮਹਿਕਮੇ ਨੂੰ ਵਾਹਣੀ ਪਾਈ ਫਿਰਦਾ। ਉਹਦੀ ਕੀ ਔਕਾਤ ਹੈ ਕਿ ਉਹ ਇੰਜ ਲੋਕਾਂ ਨੂੰ ਖਰਾਬ ਕਰੇ। ਨਾਲੇ ਡੀਐਸਪੀ ਦੀ ਕੀ ਮਜਾਲ ਹੈ ਕਿ ਮੇਰੀ ਮਾਰਕ ਕੀਤੀ ਹੋਈ ਅਰਜ਼ੀ ਉੱਤੇ ਕੋਈ ਕਾਰਵਾਈ ਨਾ ਕਰੇ। ਅਸੀਂ ਸਾਰੇ ਸ਼ਾਂਤ ਸੀ ਕਿ ਚਲੋ ਘੱਟੋ ਘੱਟ ਕੋਈ ਤਾਂ ਹੈ ਜਿਹਨੇ ਸਾਡੀ ਗੱਲ ਧਿਆਨ ਨਾਲ ਸੁਣੀ। ਮਿਲਾ ਓਏ ਡੀਐਸਪੀ ਨੂੰ ਫੋਨ। ਮੈਂ ਹੁਣੇ ਕਰਦਾ ਗੱਲ। ਐਸਐਸਪੀ ਨੇ ਆਪਣੇ ਕੋਲ ਬੈਠੇ ਕਰਮਚਾਰੀ ਨੂੰ ਹੁਕਮ ਕੀਤਾ। ਉਹ ਫੋਨ ਮਿਲਾਉਂਦਾ ਰਿਹਾ, ਕੱਟਦਾ ਰਿਹਾ, ਵਿੱਚ ਦੀ ਆਖ ਦਿੰਦਾ, ਸਰ ਨੰਬਰ ਬਿਜ਼ੀ ਆ ਰਿਹਾ। ਇਸੇ ਦੌਰਾਨ ਇੱਕ ਐਸਪੀ ਰੈਂਕ ਦਾ ਅਧਿਕਾਰੀ ਪੁੱਛ ਕੇ ਅੰਦਰ ਆ ਗਿਆ। ਉਹਨੇ ਸਾਹਿਬ ਨੂੰ ਸਲੂਟ ਮਾਰਿਆ, ਬੈਠ ਗਿਆ। ਸਾਹਿਬ ਆਪ ਹੀ ਸਾਰੀ ਗੱਲ ਉਹਨੂੰ ਦੱਸਣ ਲੱਗਾ। ਸਰ, ਜੇ ਤੁਸੀਂ ਹੁਕਮ ਕਰੋ ਤਾਂ ਮੈਂ ਇਹਨਾਂ ਦਾ ਮਸਲਾ ਹੱਲ ਕਰ ਦਿੰਦਾ। ਐਸਪੀ ਨੇ ਵੱਡਿਆ ਸਾਹਿਬ ਤੋਂ ਆਗਿਆ ਮੰਗੀ। ਚਲੋ ਠੀਕ ਹੈ, ਤੁਸੀਂ ਸੰਭਾਲੋ ਇਸ ਕੇਸ ਨੂੰ। ਐਸਐਸਪੀ ਨੇ ਆਗਿਆ ਦੇ ਦਿੱਤੀ। ਤੁਹਾਡੀ ਕੰਧ ਹੋ ਜਾਏਗੀ, ਬਸ ਮੇਰੀ ਇੱਕ ਸ਼ਰਤ ਪੂਰੀ ਕਰ ਦਿਓ। ਐਸਪੀ ਨੇ ਸਾਨੂੰ ਸੰਬੋਧਿਤ ਹੁੰਦਿਆਂ ਆਖਿਆ। ਕਿਹੜੀ? ਸਭ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ। ਮੈਨੂੰ ਨਗਰ ਨਿਗਮ ਤੋਂ ਇਹ ਲਿਖਵਾ ਕੇ ਲਿਆ ਦਿਓ ਕਿ ਨਿਗਮ ਨੂੰ ਕੰਧ ਕੱਢਣ ਤੇ ਕੋਈ ਇਤਰਾਜ਼ ਨਹੀਂ ਤੇ ਤੁਹਾਡੀ ਜਗ੍ਹਾ ਗਲੀ 'ਚ ਨਹੀਂ ਆਉਂਦੀ। ਬਸ ਸਮਝ ਲਓ ਤੁਹਾਡਾ ਕੰਮ ਹੋ ਗਿਆ। ਉਹਨੇ ਇੰਜ ਚੁਟਕੀ ਮਾਰੀ ਕਿ ਸਾਨੂੰ ਸਭ ਨੂੰ ਆਪਣੀਆਂ ਅੱਖਾਂ ਅੱਗੇ ਨਿਕਲੀ ਕੰਧ ਦਿਸਣ ਲੱਗ ਪਈ। ਇਹ ਤਾਂ ਲਿਖਵਾ ਦੇਾਂਗੇ ਜੀ, ਆਖਦੇ ਹੋਏ ਅਸੀਂ ਉਹਦਾ ਧੰਨਵਾਦ ਕੀਤਾ। ਕਾਕਾ, ਤੂੰ ਮੇਰੇ ਕੋਲ ਕੱਲਾ ਹੀ ਆ ਜੀ। ਐਵੇਂ ਇੰਨੇ ਬੰਦਿਆਂ ਨੂੰ ਧੁੱਪ 'ਚ ਨਾ ਘੜੀਸੀ ਫਿਰੀ। ਉਹਨੇ ਮੈਨੂੰ ਪਿਆਰ ਨਾਲ ਆਖਿਆ ਤੇ ਮੈਂ ਹਾਂ 'ਚ ਸਿਰ ਮਾਰ ਦਿੱਤਾ। ਹੁਣ ਕਾਫੀ ਸਮਾਂ ਹੋ ਚੁੱਕਾ ਸੀ। ਸਵੇਰ ਦੇ ਮੇਰੇ ਨਾਲ ਬੱਝੇ ਬੰਦਿਆਂ ਨੇ ਆਪਣੇ ਘਰੇ ਵੀ ਜਾਣਾ ਸੀ। ਇਸ ਲਈ ਮੈਂ ਸਭ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਨਿਗਮ ਦੇ ਦਫ਼ਤਰ ਜਾ ਕੇ ਖੁਦ ਹੀ ਲਿਖਵਾ ਕੇ ਲੈ ਆਉਣ ਦਾ ਜ਼ਿੰਮਾ ਵੀ ਚੁੱਕ ਲਿਆ। ਸਾਰੇ ਖੁਸ਼ ਸੀ ਕਿ ਚਲੋ ਕੋਈ ਰਾਹ ਤਾਂ ਦਿਸਿਆ, ਨਹੀਂ ਤਾਂ ਹੇਠਲੇ ਅਫਸਰ ਐਵੇਂ ਭਕਾਈ ਮਰਵਾਈ ਜਾ ਰਹੇ ਸੀ। ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਸੀ ਕਿ ਨਗਰ ਨਿਗਮ ਦਾ ਕਾਰਜ ਸਾਧਕ ਅਧਿਕਾਰੀ ਈਓ ਮੇਰੇ ਸਾਲੇ ਦਾ ਸਹਿਕਰਮੀ ਰਹਿ ਚੁੱਕਾ ਸੀ। ਇਸ ਲਈ ਮੈਂ ਆਪਣੇ ਉਸ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਉਹ ਈਓ ਨੂੰ ਕਹਿ ਦੇਵੇ ਤਾਂ ਜੋ ਸੰਬੰਧਿਤ ਲਿਖਤ ਲੈਣ ਲਈ ਮੈਨੂੰ ਜ਼ਿਆਦਾ ਭੱਜ ਦੌੜ ਨਾ ਕਰਨੀ ਪਏ। ਮੇਰੀ ਪੂਰੀ ਗੱਲ ਸੁਣਨ ਤੋਂ ਬਾਅਦ ਉਹਨੇ ਮੈਨੂੰ ਜਵਾਬ ਦੇ ਦਿੱਤਾ ਕਿ ਨਗਰ ਨਿਗਮ ਵਾਲੇ ਕਦੇ ਵੀ ਅਜਿਹਾ ਲਿਖ ਕੇ ਨਹੀਂ ਦਿੰਦੇ ਹੁੰਦੇ। ਉਹਦੀ ਇਸ ਗੱਲ ਨੇ ਮੇਰਾ ਦਿਲ ਤੋੜਤਾ। ਉਸ ਮੁਤਾਬਕ ਨਗਰ ਨਿਗਮ ਵਾਲੇ ਤਾਂ ਬਣੀਆਂ ਇਮਾਰਤਾਂ ਨੂੰ ਹੀ ਚੈੱਕ ਕਰਦੇ ਆ, ਉਹ ਨਕਸ਼ੇ ਮੁਤਾਬਕ ਬਣੀਆਂ ਹੈ ਜਾਂ ਨਹੀਂ। ਉਹਨਾਂ ਕੋਲ ਕਿਸੇ ਦੀ ਮਾਲਕੀ ਨੂੰ ਦਰਸਾਉਣ ਵਾਲਾ ਕੁਝ ਵੀ ਲਿਖ ਕੇ ਦੇਣ ਦਾ ਅਧਿਕਾਰ ਨਹੀਂ ਹੁੰਦਾ। ਮੈਨੂੰ ਉਹਦੀਆਂ ਗੱਲਾਂ ਠੀਕ ਵੀ ਲੱਗੀਆਂ ਕਿਉਂਕਿ ਆਪਣੇ ਦਫ਼ਤਰ ਦੇ ਸਾਰੇ ਅਦਾਲਤੀ ਕੇਸ ਉਹੀ ਕੋਰਟਾਂ 'ਚ ਲੈ ਕੇ ਜਾਂਦਾ ਸੀ। ਖੈਰ, ਮੇਰੇ ਜ਼ਿਆਦਾ ਜ਼ੋਰ ਪਾਉਣ ਤੇ ਉਹਨੇ ਈਓ ਨੂੰ ਫੋਨ ਵੀ ਕਰਤਾ ਤੇ ਮੈਨੂੰ ਦੱਸਤਾ ਕਿ ਮੈਂ ਉਹਦਾ ਨਾਮ ਲੈ ਕੇ ਉਹਨੂੰ ਕਦੇ ਵੀ ਮਿਲ ਸਕਦਾ। ਅਗਲੀ ਸਵੇਰ ਮੈਂ ਸਿੱਧਾ ਨਿਗਮ ਦੇ ਦਫ਼ਤਰ ਜਾ ਪਹੁੰਚਿਆ ਤੇ ਈਓ ਨੂੰ ਜਾ ਮਿਲਿਆ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਦੂਜੀ ਧਿਰ ਨੇ ਪਹਿਲਾਂ ਹੀ ਮੇਰੇ ਖਿਲਾਫ ਸਰਕਾਰੀ ਗਲੀ ਰੋਕਣ ਦਾ ਸ਼ਿਕਾਇਤ ਪੱਤਰ ਦਿੱਤਾ ਹੋਇਆ ਹੈ। ਈਓ ਨੇ ਆਪਣੇ ਇੱਕ ਇੰਸਪੈਕਟਰ ਨੂੰ ਸੱਦਿਆ। ਮੌਕਾ ਵੇਖ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਆਉਣ ਦਾ ਹੁਕਮ ਦੇ ਦਿੱਤਾ। ਇਹਦੇ ਨਾਲ ਹੀ ਉਹਨੇ ਮੈਨੂੰ ਜਵਾਬ ਵੀ ਦੇ ਦਿੱਤਾ ਕਿ ਮੈਂ ਜ਼ਬਾਨੀ ਤੌਰ ਤੇ ਤਾਂ ਐਸਪੀ ਨੂੰ ਦੱਸ ਦਾਂਗਾ ਕਿ ਇਸ ਜਗ੍ਹਾ ਤੇ ਤੇਰੀ ਮਾਲਕੀ ਹੈ, ਪਰ ਮੈਂ ਲਿਖਤੀ ਰੂਪ 'ਚ ਕੁਝ ਵੀ ਨਹੀਂ ਦੇ ਸਕਦਾ। ਉਹਦੀ ਦਲੀਲ 'ਚ ਵਜਨ ਵੀ ਸੀ। ਜੇਕਰ ਉਹਨੇ ਕਿਸੇ ਨੇ ਕੇਸ ਕਰਤਾ ਤਾਂ ਦਸਖਤ ਕਰਨ ਵਾਲੇ ਅਧਿਕਾਰੀ ਨੂੰ ਪੇਸ਼ੀਆਂ ਭੁਗਤਣੀਆਂ ਪੈਂਦੀਆਂ। ਨਗਰ ਨਿਗਮ ਦਾ ਇੰਸਪੈਕਟਰ ਉਸੇ ਸ਼ਾਮ ਨੂੰ ਆ ਗਿਆ। ਉਹਨੇ ਗਲੀ ਦੀ ਤੇ ਮੇਰੇ ਘਰ ਦੀ ਮਿਣਤੀ ਕੀਤੀ। ਮੌਕੇ ਦੇ ਦੋਵਾਂ ਧਿਰਾਂ ਨੂੰ ਦੱਸਤਾ ਕਿ ਜੇ ਇਹ ਇਸ ਜਗ੍ਹਾ 'ਚ ਉਸਾਰੀ ਕਰਨ ਤਾਂ ਨਗਰ ਨਿਗਮ ਨੂੰ ਇਸ 'ਚ ਕੋਈ ਵੀ ਇਤਰਾਜ਼ ਨਹੀਂ ਹੈ। ਮੇਰੀ ਇੱਕ ਬੇਨਤੀ ਤੇ ਉਸ ਨੇ ਗਰਨੇਕ ਦੇ ਘਰ ਵੱਲ ਵੀ ਝਾਤ ਪਾਈ। ਉਹਦੀ ਪਾਰਖੂ ਨਜ਼ਰ ਉਦੋਂ ਹੀ ਸਮਝ ਗਈ ਤੇ ਉਹ ਝੱਟ ਦੇਣੇ ਬੋਲਿਆ, ਇਸ ਦਾ ਸ਼ਰੇਆਮ ਨਜਾਇਜ਼ ਕਬਜ਼ਾ ਕੀਤਾ ਹੈ, ਤਾਂ ਅੰਨੇ ਨੂੰ ਵੀ ਦਿਸੀ ਜਾਂਦਾ। ਅਗਲੇ ਦਿਨ ਫੇਰ ਜਾ ਕੇ ਮੈਂ ਈਓ ਨੂੰ ਮਿਲਿਆ, ਸਾਰੀ ਗੱਲ ਦੱਸਤੀ। ਮੈਂ ਉਹਨੂੰ ਇੱਕ ਬੇਨਤੀ ਕੀਤੀ ਕਿ ਤੁਸੀਂ ਆਪਣੇ ਨਗਰ ਨਿਗਮ ਦੇ ਕਾਗਜ਼ਾਂ ਮੁਤਾਬਕ ਗਲੀ ਦੀ ਚੌੜਾਈ ਲਿਖ ਕੇ ਦੇ ਦਿਓ। ਸ਼ਾਇਦ ਉਹਨੂੰ ਮੇਰੇ ਤੇ ਬਹੁਤ ਹੀ ਤਰਸ ਆ ਗਿਆ ਤੇ ਬੜੇ ਪਿਆਰ ਨਾਲ ਮੈਨੂੰ ਆਖਣ ਲੱਗਾ, ਵੇਖ ਪੁੱਤ, ਮੈਂ ਤੇਰੀ ਹਾਲਤ ਚੰਗੀ ਤਰ੍ਹਾਂ ਸਮਝਦਾ। ਜਿਸ ਤਰ੍ਹਾਂ ਦਾ ਤੂੰ ਰਾਜ ਦਾ ਰਿਸ਼ਤੇਦਾਰ ਹੈ, ਮੈਂ ਵੀ ਤੈਨੂੰ ਉਸੇ ਤਰ੍ਹਾਂ ਹੀ ਸਮਝਦਾ।
ਗਲੀਆਂ ਵੀ ਮਾਲ ਵਿਭਾਗ ਦੇ ਰਿਕਾਰਡ 'ਚ ਹੀ ਦਰਜ ਹੁੰਦੀਆਂ। ਇਹ ਜਿਹੜਾ ਐਸਪੀ ਹੈ ਨਾ, ਬੜਾ ਹੀ ਲੀਚੜ ਤੇ ਕੁੱਤਾ ਬੰਦਾ ਹੈ। ਇਹ ਲਾਅ ਕਾਲਜ 'ਚ ਮੇਰਾ ਸੀਨੀਅਰ ਹੁੰਦਾ ਸੀ। ਇਹਨੂੰ ਪਤਾ ਸੀ ਨਗਰ ਨਿਗਮ ਵਾਲੇ ਕੁਝ ਲਿਖ ਕੇ ਕਦੇ ਵੀ ਨਹੀਂ ਦੇ ਸਕਦੇ, ਇਸੇ ਲਈ ਇਹਨੇ ਤੁਹਾਨੂੰ ਟਰਕਾਇਆ। ਤੂੰ ਤਾਂ ਆਪਣਾ, ਤਾਂ ਹੀ ਮੈਂ ਤੈਨੂੰ ਸਾਰੀ ਗੱਲ ਦੱਸਦੀ ਹੈ। ਇੱਥੇ ਪਤਾ ਨਹੀਂ ਪੁਲਿਸ ਵਾਲਿਆਂ ਦੇ ਡੰਗੇ ਹੋਏ ਕਿੰਨੇ ਬੰਦੇ ਐਵੇਂ ਭਟਕਦੇ ਫਿਰਦੇ ਆ। ਸਰ ਵੇਖ ਲਓ ਜੀ, ਮੇਰੇ ਗੁਆਂਢ ਦਾ ਪੁਲਿਸ ਵਾਲਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਉਹਨੂੰ ਤਾਂ ਕੋਈ ਕੁਝ ਨਹੀਂ ਆਖਦਾ, ਸਗੋਂ ਸਾਡੇ ਨਾਲ ਗੁੰਡਾਗਰਦੀ ਕਰੀ ਜਾਂਦੇ ਆ। ਮੇਰੀ ਆਵਾਜ਼ ਰੋਣ ਹਾਕਿਆਂ ਵਰਗੀ ਹੋ ਗਈ ਸੀ। ਪੁੱਤੂ ਤੂੰ ਚੱਲ ਘਰੇ, ਮੈਂ ਹੁਣੇ ਤੇਰੇ ਮਗਰ ਹੀ ਆਉਣਾ। ਵੇਖੀਏ ਤਾਂ ਸਹੀ ਕਿੰਨੀ ਕੁ ਜਗ੍ਹਾ ਦੱਬੀ ਬੈਠਾ ਵੱਡਾ ਨਾਡੂ ਖਾਂ। ਉਹ ਪਹਿਲਾਂ ਪਿਆਰ ਤੇ ਮਗਰੋਂ ਤਲਖੀ ਨਾਲ ਬੋਲਿਆ। ਅੱਧੇ ਕੁ ਘੰਟੇ 'ਚ ਉਹ ਆਪਣੇ ਅਧੀਨ ਕਰਮਚਾਰੀਆਂ ਨੂੰ ਲੈ ਕੇ ਮੁਹੱਲੇ 'ਚ ਪਹੁੰਚ ਗਿਆ। ਗਰਮੀ ਕਾਫੀ ਜ਼ਿਆਦਾ ਹੋਣ ਕਰਕੇ ਗਲੀਆਂ ਸੁੰਨੀਆਂ ਪਈਆਂ ਸੀ। ਗੁਰਨੇਕ ਦਾ ਘਰ ਵੇਖਦੇ ਸਾਰੀ ਉਹਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ। ਬੱਲੇ ਬੱਲੇ ਬੱਲੇ, ਆਪ ਇੰਨੀ ਥਾਂ ਨੱਪੀ ਬੈਠਾ ਤੇ ਤੁਹਾਡੇ ਨਾਲ ਰੌਲਾ ਪਾ ਰੱਖਿਆ। ਇਹ ਤਾਂ ਉਹ ਗੱਲ ਹੈ, ਲੁੱਚੀ ਘੁੱਗੀ ਕਾਂ ਬਦਨਾਮ। ਉਹਨੇ ਆਪ ਗੁਰਨੇਕ ਦਾ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿਆ। 3-4 ਮਿੰਟ ਤੱਕ ਜਦ ਦਰਵਾਜ਼ਾ ਨਾ ਖੁੱਲਿਆ ਤਾਂ ਮੇਰੇ ਕੋਲ ਆ ਗਿਆ ਤੇ ਮੈਨੂੰ ਬੁੱਕਲ 'ਚ ਲੈ ਕੇ ਹਮਦਰਦੀ ਨਾਲ ਬੋਲਿਆ, ਪੁੱਤ ਮੈਂ ਪੁਲਿਸ ਵਾਲਿਆਂ ਦੀ ਸਾਰੀ ਕਾਰਸਤਾਨੀ ਸਮਝ ਗਿਆ। ਉਹ ਤੈਨੂੰ ਖੱਜਲ ਖੁਆਰ ਕਰ ਰਹੇ ਆ। ਮੈਂ ਤੇਰਾ ਥਾਂ ਵੜਾ ਤਾਂ ਨਹੀਂ ਸਕਦਾ, ਪਰ ਆਹ ਜਿਹੜਾ ਨਜਾਇਜ਼ ਬਲੀ ਬੈਠਾ ਨਾ, ਇਹਦਾ ਢੁਆ ਜ਼ਰੂਰ ਦੇਵਾਂਗਾ। ਬਸ ਮੈਨੂੰ ਇੱਕ ਅਰਜ਼ੀ ਲਿਖ ਕੇ ਦੇ ਦੇ, ਬਾਕੀ ਮੈਂ ਵੇਖੂੰਗਾ ਇਹਦੇ ਨਾਲ। ਤੂੰ ਚੋਰ ਨੂੰ ਨਾ ਦੇਖ, ਚੋਰ ਨੂੰ ਖਾਂਦੇ ਨੂੰ ਨਾ ਵੇਖ, ਪੈਂਦੀਆਂ ਵੇਖੀ। ਤੇ ਉਹ ਮੇਰੇ ਨਾਲ ਮੇਰੇ ਘਰ ਆ ਕੇ ਚਾਹ ਪੀ ਕੇ ਚਲਾ ਗਿਆ। ਅੰਗ 6ਵਾਂ। ਮੈਂ ਗੁਰਨੇਕ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ੇ ਦੀ ਲਿਖਤੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਦਿੱਤੀ। ਹੁਣ ਮੈਂ ਕੁਝ ਹੌਸਲੇ 'ਚ ਹੋ ਗਿਆ ਸੀ। ਅਸੀਂ ਸੋਚਿਆ ਕਿ ਐਸਪੀ ਨੂੰ ਮਿਲ ਕੇ ਵੀ ਜ਼ਰੂਰ ਦੱਸਣਾ ਚਾਹੀਦਾ ਹੈ। ਉਸ ਦਿਨ ਹੀ ਮੈਂ ਤੇ ਯਾਦਵਿੰਦਰ ਐਸਪੀ ਨੂੰ ਮਿਲਣ ਲਈ ਚਲੇ ਗਏ। ਪਤਾ ਕੀਤਾ ਸਾਹਿਬ ਬੈਠੇ ਹੋਏ ਸੀ। ਅਸੀਂ ਪਰਚੀ ਭੇਜਤੀ। ਸਾਨੂੰ ਬੈਠਿਆਂ ਨੂੰ 2-2.5 ਘੰਟੇ ਦੇ ਕਰੀਬ ਹੋ ਚੁੱਕੇ ਸੀ। ਸਾਨੂੰ ਆਵਾਜ਼ ਨਹੀਂ ਸੀ ਵੱਜ ਰਹੀ। ਜਦ ਬਾਹਰ ਖੜੇ ਸੰਤਰੀ ਨੂੰ ਪੁੱਛਦੇ ਤਾਂ ਆਖ ਦਿੰਦਾ, ਭਰਾਵਾ ਅਸੀਂ ਤਾਂ ਹੁਕਮ ਦੇ ਭੱਬੂ ਹਾਂ, ਜਦ ਸਾਹਿਬ ਹੁਕਮ ਕਰਨਗੇ ਤੁਹਾਨੂੰ ਅੰਦਰ ਭੇਜ ਦਾਂਗੇ। ਅੰਤ ਅੱਕ ਕੇ ਅਸੀਂ ਸਾਹਿਬ ਦੇ ਦਫ਼ਤਰ ਦੇ ਨਾਲ ਵਾਲੇ ਕਮਰੇ 'ਚ ਚਲੇ ਗਏ। ਉੱਥੇ ਬੜੀ ਸੋਹਣੀ ਪੱਗ ਬੰਨੀ ਇੱਕ ਕਰਮਚਾਰੀ ਬੈਠਾ ਫਾਈਲ 'ਚੋਂ ਕੁਝ ਪੜ੍ਹ ਰਿਹਾ ਸੀ। ਅਸੀਂ ਸੋਚਿਆ ਇਹਦੀ ਮਿੰਨਤ ਤਰਲਾ ਕਰਕੇ ਹੀ ਵੇਖ ਲੈਂਦੇ ਹਾਂ, ਸ਼ਾਇਦ ਸਾਨੂੰ ਮਿਲਵਾ ਦੇਵੇ। ਜਦ ਉਸ ਨਾਲ ਗੱਲ ਕੀਤੀ ਤਾਂ ਉਹਨੇ ਸ਼ਰਾਰਤੀ ਜਿਹੇ ਲਹਿਜੇ 'ਚ ਸਾਡੇ ਨਾਲ ਹੋਈ ਬੀਤੀ ਸਾਰੀ ਕਹਾਣੀ ਸਾਨੂੰ ਸੁਣਾ ਮਾਰੀ। ਅਸੀਂ ਦੋਵੇਂ ਭਰਾ ਹੈਰਾਨ ਰਹਿ ਗਏ। ਇਹਨੂੰ ਸਾਡੀ ਸਾਰੀ ਕਹਾਣੀ ਦਾ ਕਿਵੇਂ ਪਤਾ ਲੱਗ ਗਿਆ? ਪੁੱਛਣ ਤੇ ਆਖਣ ਲੱਗਾ, ਓਏ ਭੋਲਿਓ, ਤੁਸੀਂ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਹੋ? ਤੁਹਾਡੇ ਭਾ ਦਾ ਇਹ ਹੈ ਕਿ ਤੁਸੀਂ ਸਾਹਿਬ ਨੂੰ ਮਿਲ ਕੇ ਪੁਲਿਸ ਵਾਲਿਆਂ ਤੇ ਕੇਸ ਦਰਜ ਕਰਵਾ ਲਓਗੇ। ਯਾਦ ਰੱਖਿਓ, ਇਹ ਤਾਂ ਕਦੇ ਵੀ ਨਹੀਂ ਹੋ ਸਕਣਾ। ਕਿਉਂ? ਸਾਡੇ ਦੋਵਾਂ ਦੇ ਮੂੰਹ ਸੁਭਾਵਕ ਹੀ ਨਿਕਲਿਆ। ਉਹ ਹੈ ਤਾਂ ਮੈਂ ਵੀ ਇਸੇ ਮਹਿਕਮੇ ਦਾ ਹੀ ਮੁਲਾਜ਼ਮ ਹਾਂ, ਪਰ ਮੇਰੀ ਵੱਡੀ ਰੂਹ ਨਹੀਂ ਕਰਦੀ ਹੁੰਦੀ ਦਫ਼ਤਰ ਆਉਣ ਨੂੰ। ਇੰਨਾ ਗੰਦ ਤੇ ਭ੍ਰਿਸ਼ਟਾਚਾਰ ਹੈ ਨਾ ਇੱਥੇ, ਪੁੱਛੋ ਹੀ ਕੁਛ ਨਾ। ਹਰ ਉੱਪਰ ਵਾਲਾ ਅਧਿਕਾਰੀ ਹੇਠਲੇ ਦੇ ਹੱਥਾਂ ਵੱਲ ਵੇਖੀ ਜਾਂਦਾ ਹੈ ਕਿ ਇਹ ਸ਼ਾਮ ਤੱਕ ਮੈਨੂੰ ਕੀ ਕੁਝ ਕਮਾ ਕੇ ਫੜਾਏਗਾ। ਉਹਦੇ ਸੁਭਾਵਕ ਹੀ ਆਖਿਆ ਪਰ ਸਾਡੇ ਕੰਨ ਖੜੇ ਹੋ ਗਏ ਕਿ ਇੱਕ ਹੋਰ ਦਲਾਲ ਦੀਆਂ ਗੱਲਾਂ ਸੁਣ ਲਈਆਂ ਜਾਣ। ਇਸ ਤਰ੍ਹਾਂ ਦਾ ਇੱਕ ਦਲਾਲ ਸਾਨੂੰ ਪਹਿਲਾਂ ਵੀ ਡੀਐਸਪੀ ਦੇ ਦਫ਼ਤਰ ਵਿਖੇ ਮਿਲ ਚੁੱਕਿਆ ਸੀ। ਸਰ ਅੱਕੇ ਤਾਂ ਅਸੀਂ ਵੀ ਪਏ ਹਾਂ, ਪਰ ਹੁਣ ਸਾਨੂੰ ਸਹੀ ਰਾਹ ਤਾਂ ਦੱਸ ਦਿਓ। ਸਾਨੂੰ ਦੱਸੋ ਤਾਂ ਸਹੀ ਕਿ ਅਸੀਂ ਕਿਹਦੇ ਪੈਰ ਫੜੀਏ। ਮੈਂ ਮੱਧਮ ਜੀ ਆਵਾਜ਼ ਨਾਲ ਉਹਨੂੰ ਪੁੱਛਿਆ। ਜਿਹਦੇ ਮਰਜ਼ੀ ਫੜ ਲਓ, ਪਰ ਮੈਂ ਉਹੋ ਜਿਹਾ ਨਹੀਂ ਜਿਹੜਾ ਤੁਸੀਂ ਮੈਨੂੰ ਸਮਝੀ ਜਾਂਦੇ ਹੋ। ਮੈਂ ਤੁਹਾਡੇ ਮਸਲੇ ਦਾ ਹੱਲ ਕਰਵਾਉਣ ਵਾਲਾ ਵਿਚੋਲਾ ਨਹੀਂ ਹਾਂ। ਉਹਨੇ ਸਾਡੀ ਮਾਨਸਿਕਤਾ ਨੂੰ ਸਮਝਦੇ ਹੋਏ ਸਪਸ਼ਟ ਕਹਿ ਦਿੱਤਾ। ਨਹੀਂ ਸਰ, ਅਸੀਂ ਤੁਹਾਨੂੰ ਉਹੋ ਜਿਹਾ ਨਹੀਂ ਸਮਝ ਰਹੇ, ਪਰ ਜਦ ਇੱਕ ਗਲਤ ਹੌਲਦਾਰ ਦੇ ਵਿਰੁੱਧ ਪੁਲਿਸ ਦੇ ਵੱਡੇ ਅਧਿਕਾਰੀ ਵੀ ਕੁਝ ਸੁਣਨ ਲਈ ਤਿਆਰ ਨਹੀਂ ਹੈ ਤਾਂ ਅਸੀਂ ਜਾਈਏ ਤਾਂ ਫਿਰ ਕਿੱਥੇ ਜਾਈਏ? ਯਾਦਵਿੰਦਰ ਨੇ ਗੱਲ ਨੂੰ ਸਾਂਭਦੇ ਆਖਿਆ। ਇਹ ਜਿਹੜੇ ਅਫਸਰ ਨੇ ਨਾ, ਇਹ ਆਪਣੇ ਤੋਂ ਹੇਠਲੇ ਮੁਲਾਜ਼ਮਾਂ 'ਚ ਆਪਣੀ ਭੱਲ ਬਣਾਉਂਦੇ ਹੁੰਦੇ ਆ ਵੀ ਲੋਕ ਚਾਹੇ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰੀ ਜਾਣ, ਅਸੀਂ ਆਪਣੇ ਮੁਲਾਜ਼ਮ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਾ। ਜੇ ਆ ਤੁਹਾਡੇ ਕੇਸ ਵਿੱਚ ਵੀ ਇਹਨਾਂ ਦੋਵਾਂ ਮੁਲਾਜ਼ਮਾਂ ਤੇ ਕੋਈ ਕਾਰਵਾਈ ਕਰਦੇ ਨੇ ਤਾਂ ਸਾਰੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੇ ਉਤਲੇ ਅਧਿਕਾਰੀਆਂ ਨੂੰ ਖਰਾਬ ਕਰਨ ਲੱਗ ਪੈਣਾ ਹੈ। ਗਾਂ ਨੂੰ ਇਹਨਾਂ ਦੀ ਜਿੱਥੇ ਕਿਤੇ ਬਦਲੀ ਹੋਏਗੀ, ਇਹਦਾ ਲੇਬਲ ਵੀ ਨਾਲ ਹੀ ਚਲਿਆ ਜਾਊਗਾ। ਇਹਨਾਂ ਨੇ ਤੁਹਾਡੇ ਤੋਂ ਕੀ ਲੈਣਾ? ਇਹ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਆਖਦੇ ਹੋਣਗੇ, ਵੇਖ ਲੈ ਭਕਾਈ ਮਾਰ ਕੇ ਹਟ ਗਏ। ਜਪ ਨਾਮ ਵਰਗੇ ਮਸਤੇ ਹੋਏ ਰਿਟਾਇਰ ਹੋਏ ਸਾਹਿਬਾਂ ਨੂੰ ਵੀ 3-3 ਵਾਰ ਸਲੂਟ ਠੋਕਿਆ ਕਰਨਗੇ। ਉਹਦੀਆਂ ਗੱਲਾਂ ਨਾਲ ਸਾਡੇ ਤਾਂ ਜਿਵੇਂ ਕਪਾਟ ਖੁੱਲ੍ਹ ਗਏ ਅਤੇ ਸੱਚਾਈ ਸੁਣ ਕੇ ਮੇਰੇ ਦਿਲ ਨੂੰ ਡੋਬੂ ਵੀ ਪੈ ਰਹੇ ਸੀ। ਉਹ ਬੋਲਦਾ ਹੀ ਗਿਆ, ਤੁਸੀਂ ਸੋਚਦੇ ਹੋਗੇ ਕਿ ਡੀਐਸਪੀ ਡਰ ਗਿਆ ਹੋਣਾ ਯੂਨੀਅਨਾਂ ਤੋਂ। ਉਹਨੇ ਤਾਂ ਨਾਟਕ ਕੀਤਾ ਸੀ ਤੁਹਾਨੂੰ ਐਸਐਸਪੀ ਸਾਹਿਬ ਕੋਲ ਭੇਜ ਕੇ। ਉਹਦੇ ਨਾਲ ਹੀ ਛੋਟੇ ਸਾਹਿਬ ਨੂੰ ਫੋਨ ਕਰਤਾ ਕਿ ਸਾਂਭ ਲਿਓ। ਤਾਂ ਹੀ ਉਸ ਦਿਨ ਉਹਦਾ ਫੋਨ ਨਹੀਂ ਸੀ ਮਿਲਿਆ ਤੇ ਛੋਟਾ ਸਾਹਿਬ ਵੀ ਬਹਾਨੇ ਨਾਲ ਵੱਡੇ ਸਾਹਿਬ ਦੇ ਕਮਰੇ 'ਚ ਪੁੱਜ ਗਿਆ ਸੀ। ਪਹਿਲਾਂ ਤੁਸੀਂ ਡੀਐਸਪੀ ਦੇ ਦਫ਼ਤਰ ਦੇ ਗੇੜੇ ਕੱਢਦੇ ਰਹੇ, ਹੁਣ ਸਾਡੇ ਦਫ਼ਤਰ ਦੇ ਕੱਢਣ ਲੱਗ ਜਾਓਗੇ। ਹਫ਼ਤੇ 10 ਦਿਨ ਨੂੰ ਹਟ ਜਾਓਗੇ, ਕਹਾਣੀ ਖਤਮ। ਉਹਨੇ ਮੇਜ਼ ਉੱਤੇ ਇਸ ਤਰ੍ਹਾਂ ਹੱਥ ਫੇਰਿਆ ਕਿ ਮੈਨੂੰ ਲੱਗਾ ਕਿ ਸੱਚੀ ਕਹਾਣੀ ਖਤਮ ਹੋ ਗਈ। ਐਂ ਤਾਂ ਕਿਸੇ ਨੂੰ ਇਨਸਾਫ ਮਿਲਦਾ ਹੀ ਨਹੀਂ ਹੋਣਾ।
ਇੱਥੇ ਕੋਈ ਵੀ ਇਮਾਨਦਾਰ ਨਹੀਂ ਹੈਗਾ। ਮੈਂ ਨਿਰਾਸ਼ ਜਿਹੇ ਹੋਏ ਨੇ ਪੁੱਛਿਆ। ਇਮਾਨਦਾਰ ਬੰਦਾ ਤਾਂ ਇਸ ਮਹਿਕਮੇ 'ਚ ਫਿੱਟ ਹੀ ਨਹੀਂ ਬੈਠਦਾ। ਇੱਥੇ ਤਾਂ ਥਾਣਿਆਂ ਦੀ ਬੋਲੀ ਲੱਗਦੀ ਆ। ਚੌਂਕ ਵਾਲਾ ਥਾਣਾ ਲੈਣ ਲਈ ਇੰਸਪੈਕਟਰ ਮਹੀਨੇ ਦਾ 15 ਲੱਖ ਉੱਕੇ ਪੁੱਕੇ ਭਰਦਾ ਹੈ ਤੇ ਬਾਕੀ ਉਹਦੇ ਆਪਦੇ। ਜਿਸ ਦਿਨ ਉਹ ਰਾਜਨੀਤਿਕ ਬੰਦਿਆਂ ਦੀ ਮੰਨਣੋਂ ਹਟ ਗਿਆ ਜਾਂ ਫਿਰ ਕਿਸੇ ਨੇ ਬੋਲੀ ਵੱਧ ਲਾਤੀ ਤਾਂ ਉਹਨੂੰ ਵੀ ਖੁੱਡੇ ਲਾਈਨ ਲਾ ਦੇਣਗੇ। ਇਹ ਸਾਰਾ ਹਿੱਸਾ ਆ ਵੱਡੇ ਮਗਰਮੱਛਾਂ ਦੇ ਹੱਥ 'ਚ ਹੁੰਦਾ ਹੈ, ਨੇਤਾਵਾਂ ਤੇ ਮੰਤਰੀਆਂ ਤੱਕ ਚਲਾ ਜਾਂਦਾ ਹੈ। ਹੁਣ ਤੁਸੀਂ ਦੱਸੋ ਵੀ ਕਿਹੜਾ ਆਪਣੇ ਕਮਾਊ ਪੁੱਤ ਤੇ ਕਾਰਵਾਈ ਕਰੇਗਾ? ਤੁਹਾਡੇ ਤੋਂ ਕਿਸੇ ਨੇ ਕੀ ਕੜੀ ਲੈਣੀ ਹੈ? ਉਹ ਸ਼ਰਾਰਤ ਜਿਹੀ ਨਾਲ ਹੱਸਿਆ। ਵੀਰ ਜੀ, ਤੁਸੀਂ ਇੰਨੀਆਂ ਬੇਬਾਕ ਗੱਲਾਂ ਸਾਨੂੰ ਦੱਸੀ ਜਾਂਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ ਕਿ ਭਾਵੇਂ ਸਾਡੇ ਵਰਗਾ ਬੰਦਾ ਜਾ ਕੇ ਚੁਗਲੀ ਕਰ ਦੇਵੇ? ਯਾਦਵਿੰਦਰ ਨੇ ਬੜੀ ਆਪਣੱਤ ਨਾਲ ਉਹਨੂੰ ਪੁੱਛਿਆ। ਜਦੋਂ ਕੋਈ ਘਟਨਾ ਘਟਦੀ ਹੈ ਤਾਂ ਮਿੰਟਾਂ ਸਕਿੰਟਾਂ 'ਚ ਸੰਬੰਧਿਤ ਬੰਦਿਆਂ ਦੀ ਸਾਰੀ CID ਸਾਡੇ ਕੋਲ ਪੁੱਜ ਜਾਂਦੀ ਹੈ। ਜੇ ਉਹ ਘਟਨਾ ਕਿਸੇ ਪੁਲਿਸ ਵਾਲੇ ਨਾਲ ਸੰਬੰਧਿਤ ਹੋਵੇ ਤਾਂ ਇਹ ਕੰਮ ਉਹ ਤੋਂ ਵੀ ਛੇਤੀ ਹੋ ਜਾਂਦਾ ਹੈ। ਅੱਜ ਜਪਨਾਮ ਨੂੰ ਸਾਰੇ ਇਹੀ ਛੇੜਦੇ ਆ ਵੀ ਇਹਦੇ ਮਗਰ ਕਾਮਰੇਡ ਪੈ ਗਏ। ਹੁਣ ਤੁਸੀਂ ਦੱਸੋ, ਜਿਹੜੇ ਬੰਦਿਆਂ ਨੂੰ ਸਾਡਾ ਮਹਿਕਮਾ 15-20 ਦਿਨ ਤੋਂ ਰੱਜ ਕੇ ਖਰਾਬ ਕਰੀ ਆ ਰਿਹਾ ਹੋਵੇ, ਉਹ ਕਿਸੇ ਕੋਲ ਮੇਰੀ ਇਸ ਗੱਲ ਦੀ ਚੁਗਲੀ ਕਰਦਾ ਹੈਗਾ ਭਲਾ? ਉਹ ਆਖਦਾ ਹੋਇਆ ਸਾਡੇ ਚਿਹਰੇ ਵੱਲ ਸਿੱਧਾ ਝਾਕਣ ਲੱਗਾ। ਨਹੀਂ ਜੀ, ਕਦੇ ਵੀ ਨਹੀਂ, ਸਗੋਂ ਕਦਰ ਕਰੇਗਾ ਜਿਵੇਂ ਜਪਨਾਮ ਵਰਗੇ ਤੁਹਾਡੇ ਸਾਹਿਬ ਦੀ ਕਰਦੇ ਆ। ਮੈਂ ਉਹਦੀ ਹਾਂ ਛਾਂ ਮਿਲਾਈ। ਤੁਹਾਨੂੰ ਨਹੀਂ ਪਤਾ, ਪਰ ਇੱਥੇ ਤਾਂ ਅੰਨੇ ਨੂੰ ਬੋਲਾ ਘੜੀਚੀ ਫਿਰਦਾ ਹੈ। ਆ ਵੱਡੇ ਅਫਸਰ ਛੋਟੇ ਕਰਮਚਾਰੀਆਂ ਨੂੰ ਇੰਝ ਹੀ ਕਾਣੇ ਕਰ ਛੱਡਦੇ ਆ, ਮਗਰ ਉਹਨਾਂ ਤੋਂ ਗਲਤ ਮਲਤ ਕੰਮ ਕਰਵਾਈ ਜਾਂਦੇ। ਉਹਨੇ ਦ੍ਰਿੜਤਾ ਨਾਲ ਆਖਿਆ। ਸਾਨੂੰ ਸਾਹਿਬ ਅੱਜ ਮਿਲੇਗਾ ਕਿ ਨਹੀਂ? ਮੈਂ ਫਿਰ ਕੰਮ ਦੀ ਗੱਲ ਵੱਲ ਆਇਆ। ਬੈਠਾ ਤਾਂ ਵਿਹਲਾ ਹੀ ਹੈ, ਹੋਰ ਕਿਹੜੇ ਕੜਛ ਮਾਂਜਦਾ? ਉਹਨੇ ਖਰਾਬ ਕਰਨਾ ਤੁਹਾਨੂੰ, ਵੇਖ ਲਿਓ। ਐਨ ਜਾਣ ਲੱਗਾ ਤੁਹਾਨੂੰ ਆਵਾਜ਼ ਮਾਰੂਗਾ। ਮਿਲ ਕੇ ਵੀ ਕਿਹੜਾ ਉਹਨੇ ਕੁਝ ਕਰ ਦੇਣਾ, ਤੁਹਾਨੂੰ ਟਰਕਾਉਣਾ ਹੀ ਹੈ। ਵੈਸੇ ਮਿਲਣਾ ਤਾਂ ਤੁਹਾਨੂੰ ਜਵਾਬ ਹੀ ਹੈ। ਤੁਸੀਂ ਐਵੇਂ ਕਾਹਲੇ ਪਈ ਜਾਂਦੇ ਹੋ। ਜਾਓ ਬਾਹਰ ਬੈਠ ਜਾਓ ਤੇ ਉਡੀਕ ਕਰ ਲਓ ਭਰਾਓ। ਫਿਰ ਸਾਨੂੰ ਰੋਕ ਕੇ ਆਖਣ ਲੱਗਾ, ਓਏ ਸੱਚ, ਇਹਨਾਂ ਦੀ ਮਿੱਥੀ ਹੋਈ ਆ ਕਿ ਤੁਸੀਂ ਧੱਕੇ ਨਾਲ ਕੰਧ ਕੱਢਣ ਲੱਗ ਜਾਓ ਤੇ ਇਹਨਾਂ ਨੇ ਕੁਝ ਬੰਦੇ ਤੁਹਾਡੇ ਗਲ ਪਵਾ ਦੇਣੇ ਆ ਤੇ ਕੇਸ ਵੀ ਤੁਹਾਡੇ ਤੇ ਦਰਜ ਕਰਵਾ ਦੇਣਾ। ਬਚ ਕੇ ਰਿਓ। ਐਂ ਕਿਹੜਾ ਬੰਦਾ ਮੌਤ ਨੂੰ ਮਾਸੀ ਆਖ ਕੇ ਲੜਨ ਆਊ? ਮੈਂ ਜੋਸ਼ ਨਾਲ ਬੋਲਿਆ। ਉਹ ਭੋਲਿਆ ਪੰਛੀਆ, ਲੈ ਦੱਸ, ਤੂੰ ਕਿਸੇ ਵੀ ਥਾਣੇ ਚਲਾ ਜਾ, 10-20 ਮਸ਼ਕੂਕ ਸਮੈਕੀਏ ਤਾਂ ਫੜੇ ਹੀ ਹੁੰਦੇ ਆ। ਭਲਾ 2-3 ਨੂੰ ਵੀ ਆਖ ਦਿੱਤਾ ਕਿ ਫਲਾਣੇ ਥਾਂ ਜਾ ਕੇ ਗੜਬੜ ਕਰ ਦਿਓ, ਤੁਹਾਡੇ ਕੇਸ ਮਾਫ ਤੇ 15 ਦਿਨਾਂ ਦੀ ਡੋਜ਼ ਫਰੀ। ਤਾਂ ਫੇਰ ਦੱਸ ਭਲਾ ਕਿਹੜਾ ਮਰਦਾ ਹੋਇਆ ਅਮਲੀ ਤੁਹਾਡੇ ਗਲ ਨਹੀਂ ਪਏਗਾ? ਜੇ ਇਹ ਨਾ ਹੋ ਸਕਿਆ ਤਾਂ 109 ਦਾ ਕੇਸ ਤਾਂ ਪੱਕਾ ਹੀ ਦਰਜ ਕਰਵਾ ਦੇਣਾ ਤੇਰੇ ਤੇ। ਉਹਨੇ ਬੜੀ ਗੰਭੀਰਤਾ ਨਾਲ ਆਖਿਆ। ਇਹ 109 ਕਿਹੜੀ ਧਾਰਾ ਹੁੰਦੀ ਹੈ? ਮੈਂ ਜਾਣਕਾਰੀ ਹਿੱਤ ਪੁੱਛਿਆ। ਅਵਾਰਾਗਰਦੀ ਦੀ ਧਾਰਾ। ਸਾਡੇ ਮਹਿਕਮੇ ਕੋਲ ਬਥੇਰੀਆਂ ਗਸ਼ਤੀਆਂ ਦੇ ਦੱਲੇ ਹੁੰਦੇ ਆ। ਸਾਡਾ ਵਿਭਾਗ ਕਿਸੇ ਨੂੰ ਵੀ ਆਖ ਕੇ ਕਿਸੇ ਸ਼ਰੀਫ ਬੰਦੇ ਤੇ ਧਾਰਾ ਲਗਵਾ ਸਕਦਾ ਹੈ। ਉਹਨੇ ਮੈਨੂੰ ਸਮਝਾਉਣ ਦੇ ਤਰੀਕੇ ਨਾਲ ਆਖਿਆ। ਫਿਰ ਤਾਂ ਇਹ ਤਾਂ ਸ਼ਰੇਆਮ ਧੱਕੇਸ਼ਾਹੀ ਆ ਜੀ, ਮੈਂ ਡਰਦੇ ਹੋਏ ਨੇ ਆਖਿਆ। ਭਰਾਵਾ, ਇੱਥੇ ਤਾਂ ਤਕੜੇ ਦਾ 37-20 ਆ। ਤੈਨੂੰ ਚੋਰ ਨਾਲ ਕੀ, ਤੈਨੂੰ ਸਾਧ ਨਾਲ ਕੀ ਵਾਲੀ ਗੱਲ ਬਣੀ ਹੋਈ ਹੈ। ਤੂੰ ਆਪਣੀ ਨਿਬੇੜ, ਉਹਨੇ ਸਹਿਜ ਨਾਲ ਆਖਤਾ। ਚੰਗਾ ਸਰ, ਅਸੀਂ ਚੱਲਦੇ ਹਾਂ, ਉਡੀਕਦੇ ਹਾਂ ਬਾਹਰ ਬਹਿ ਕੇ ਸਾਹਿਬ ਦੀ ਆਵਾਜ਼ ਨੂੰ। ਆਖ ਕੇ ਅਸੀਂ ਉੱਠ ਕੇ ਬਾਹਰ ਆ ਕੇ ਬੈਠ ਗਏ, ਪਰ ਉਸ ਬੰਦੇ ਦੀਆਂ ਸੱਚੀਆਂ ਸੁੱਚੀਆਂ ਗੱਲਾਂ ਨਾਲ ਅਸੀਂ ਅੰਦਰੋਂ ਪੂਰੀ ਤਰ੍ਹਾਂ ਹਿੱਲ ਵੀ ਗਏ। ਯਾਰ, ਮੈਨੂੰ ਤਾਂ ਇਹ ਡਰਾਉਂਦਾ ਲੱਗਦਾ ਸੀ ਕਿ ਆਪਾਂ ਆਖ ਕੇ ਇਸ ਕੇਸ ਦੀ ਪੈਰਵਾਈ ਕਰਨੀ ਛੱਡ ਦਈਏ। ਇਸ 'ਚੋਂ ਨਿਕਲਣਾ ਤਾਂ ਕੁਝ ਵੀ ਨਹੀਂ। ਜਾਂ ਆਖ ਲੈ ਅਫਸਰਾਂ ਨੇ ਕੁਝ ਕੱਢਣ ਨਹੀਂ ਦੇਣਾ। ਮੈਂ ਆਪਣੇ ਮਨ ਦੀ ਸ਼ੰਕਾ ਆਪਣੇ ਭਰਾ ਨਾਲ ਸਾਂਝੀ ਕੀਤੀ। ਡਰਾਉਂਦਾ ਨਹੀਂ ਸੀ, ਰਾਹ ਦੱਸਦਾ ਸੀ ਆਪਾਂ ਨੂੰ। ਜਪਨਾਪ ਹੋਣਾ SP ਦਾ ਪੱਕਾ ਚਮਚਾ। ਜੇ ਨਾ ਵੀ ਹੋਇਆ ਤਾਂ ਆਪਣੇ ਵੱਲੋਂ ਵਾਲੇ ਕੇਸ ਤੋਂ ਡਰਦਾ ਮਾਰਾ ਹੀ ਬਣ ਗਿਆ ਹੋਏਗਾ। ਇਹਦੇ ਨਾਲ ਉਹਦੀ ਖੜਕਦੀ ਹੋਣੀ ਹੈ, ਇਸੇ ਕਰਕੇ ਜਪਨਾਮ ਨਾਲ ਅੰਦਰੋਂ ਖਾਰ ਖਾਂਦਾ ਹੋਏਗਾ। ਉਂਝ ਬੰਦਾ ਕੰਮ ਦਾ ਲੱਗਦਾ ਸੀ। ਅੜੇ ਥੋੜੇ ਆਪਾਂ ਨੂੰ ਵੱਡਾ ਕੰਮ ਦੇ ਸਕਦਾ ਹੈ, ਵੇਖ ਲਈ। ਯਾਦਵਿੰਦਰ ਨੇ ਆਪਣਾ ਲੱਖਣ ਲਾਉਂਦੇ ਆਖਿਆ। ਅੱਧੇ ਕੁ ਘੰਟੇ ਬਾਅਦ ਸਾਨੂੰ ਆਵਾਜ਼ ਵੱਜ ਗਈ। ਅਸੀਂ SP ਨੂੰ EO ਦੁਆਰਾ ਲਿਖ ਕੇ ਨਾ ਦੇਣ ਵਾਲੀ ਸਾਰੀ ਗੱਲ ਦੱਸਦੀ। ਉਹਨੇ ਮੂੰਹ ਜ਼ਬਾਨੀ ਗਵਾਹੀ ਭਰਨ ਬਾਰੇ ਵੀ ਦੱਸਤਾ। SP ਸਿਰ ਮਾਰਨ ਲੱਗ ਪਿਆ। ਹੁਣ ਦੱਸੋ, ਮੈਂ ਲਿਖਤ ਤੋਂ ਬਿਨਾਂ ਤੁਹਾਡੀ ਮਦਦ ਕਿਵੇਂ ਕਰ ਸਕਦਾ? ਜੇ ਕੋਈ ਉਹ ਕੋੜਾ ਕੋਈ ਲਿਖਤ ਦੇ ਦਿੰਦਾ ਤਾਂ ਭਾਵੇਂ ਮੈਂ ਖੁਦ ਹੱਲ ਚੱਲ ਪੈਂਦਾ। SP ਨੇ ਸਾਡੇ ਨਾਲ ਹਮਦਰਦੀ ਜਤਾਉਂਦੇ ਆਖਿਆ। ਅਸੀਂ ਉਹਦੇ ਇਸ ਖਚਰੇਪਣ ਨੂੰ ਸਮਝ ਗਏ ਸੀ। ਸਰ, ਮਾਲ ਵਿਭਾਗ ਦੁਆਰਾ ਕੀਤੀ ਗਈ ਰਜਿਸਟਰਡ ਡੀਡ ਤੋਂ ਵੱਡੀ ਹੋਰ ਕਿਹੜੀ ਲਿਖਤ ਹੁੰਦੀ ਹੈ? ਤੁਸੀਂ ਇਸ ਦਸਤਾਵੇਜ਼ ਦੀ ਰੋਸ਼ਨੀ 'ਚ ਸਾਡਾ ਮਸਲਾ ਹੱਲ ਕਰ ਦਿਓ। ਯਾਦਵਿੰਦਰ ਨੇ ਉਹਦੀ ਗੱਲ ਦਾ ਸੇਧਮਈ ਜਵਾਬ ਦਿੱਤਾ। ਕਰ ਤਾਂ ਦਿੰਦੇ ਕਾਕਾ, ਪਰ ਹੁਣ ਰੌਲਾ ਪੈ ਚੁੱਕਾ ਨਾ। ਕਈ ਵਾਰ ਐਵੇਂ ਲੰਡੂ ਜਿਹਾ ਪੱਤਰਕਾਰ ਹੁੰਦਾ ਤੇ ਅਫਸਰਾਂ ਦੀ ਮਾੜੀ ਜੀ ਖਬਰ ਨੂੰ ਸਨਸਨੀਖੇਜ ਬਣਾ ਕੇ ਲਵਾ ਦਿੰਦਾ। ਭਾਜੜ ਸਾਨੂੰ ਪੈ ਜਾਂਦੀ ਹੈ। ਉਹ ਆਪਣੇ ਵੱਲੋਂ ਆਪਣੇ ਡਰ ਜਾਣ ਦਾ ਨਾਟਕ ਕਰਨ ਲੱਗਾ। ਸਰ, ਰੌਲਾ ਵੀ ਤਾਂ ਜਪਨਾਮ ਨੇ ਹੀ ਪਾਉਣਾ ਹੈ। ਉਹਦੀ ਕੀ ਹਸਤੀ ਤੁਹਾਡੇ ਸਾਹਮਣੇ ਚੂੰ ਵੀ ਕਰ ਜੇ? ਮੈਂ ਵਿੱਚੋਂ ਦੀ ਉਹਦੀ ਗੱਲ ਟੋਕਤੀ। ਨਹੀਂ, ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਜਿੰਨੀਆਂ ਤੁਸੀਂ ਸਮਝਦੇ ਹੋ। ਛੋਟੇ ਮੁਲਾਜ਼ਮ ਤਾਂ ਸਗੋਂ ਵੱਡੇ ਨੂੰ ਫਸਾਉਂਦੇ ਆ, ਮਗਰੋਂ ਮਦਦ ਦੇ ਨਾਂ ਤੇ ਆਸਾਨ ਕਰਕੇ ਕੋਈ ਪੁੱਠੇ ਸਿੱਧੇ ਕੰਮ ਕਰਨ ਲੱਗ ਜਾਂਦੇ ਆ। SP ਨੇ ਨਕਲੀ ਪੰਜਿਆ ਵਿਖਾਉਂਦਿਆਂ ਆਖਿਆ। ਫਿਰ ਉਤਸ਼ਾਹਿਤ ਹੁੰਦਾ ਬੋਲਿਆ, ਤੁਸੀਂ ਐਂ ਕਰੋ,
ਤਹਿਸੀਲਦਾਰ ਕੋਲੋਂ ਨਿਸ਼ਾਨਦੇਹੀ ਕਰਵਾ ਲਓ। ਜਦ ਨਿਸ਼ਾਨਦੇਹੀ ਹੋ ਗਈ ਤਾਂ ਮੈਂ ਆਪ ਜਾ ਕੇ ਕੰਧ ਕਢਵਾ ਕੇ ਆਉਂਗਾ। ਇਹ ਮੇਰੀ ਜ਼ੁਬਾਨ ਰਹੀ ਤੁਹਾਡੇ ਨਾਲ। ਠੀਕ ਆ ਜੀ, ਇਹ ਵੀ ਕਰਕੇ ਵੇਖ ਲੈਨੇ ਆ, ਯਾਦਵਿੰਦਰ ਨੇ ਨਿਰਾਸ਼ਾ ਜਿਹੀ ਨਾਲ ਆਖਿਆ ਤੇ ਅਸੀਂ ਠੰਡੇ ਠਾਰ ਕਮਰੇ ਚੋਂ ਨਿਕਲ ਕੇ ਫਿਰ ਗਰਮ ਲੂ ਵਾਲੀ ਫਿਜ਼ਾ 'ਚ ਆ ਗਏ। ਉਹ ਬੰਦਾ ਠੀਕ ਹੀ ਆਖਦਾ ਸੀ ਕਿ ਇਹਨੇ ਆਪਾਂ ਨੂੰ ਹੀ ਖਰਾਬ ਕਰਨਾ ਹੈ। ਇਹ ਆਪਾਂ ਨੂੰ ਅਜੇ ਤੱਕ ਵੀ ਮੁਰਗੀ ਸਮਝੀ ਜਾਂਦੇ ਆ। ਤੂੰ ਐਂ ਕਰ, ਇਹ ਸਭ ਦੀ ਸ਼ਿਕਾਇਤ ਉੱਪਰ ਤੱਕ ਕਰ ਦੇ, ਆਪੇ ਮਾਰੀ ਦੇ ਮਿਆਂਕਣਗੇ। ਬਾਹਰ ਆਉਂਦੇ ਹੋਏ ਭਰਾ ਨੇ ਮੈਨੂੰ ਸਲਾਹ ਦਿੱਤੀ, ਜਿਹੜੀ ਕਿ ਮੈਨੂੰ ਜੱਜ ਵੀ ਗਈ। ਮੈਂ ਹੁਣ ਤੱਕ ਪੁਲਿਸ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਕੀਤੀਆਂ ਸੀ ਉਹਨਾਂ ਉੱਪਰ ਕੀਤੀ ਗਈ ਕਾਰਵਾਈ ਦੀ ਵੱਖੋ ਵੱਖਰੀ RTI ਵੀ ਪਾਤੀ, ਤਾਂ ਕਿ ਪਤਾ ਤਾਂ ਲੱਗ ਸਕੇ ਕਿ ਪੁਲਿਸ ਨੇ ਜਾਂਚ ਪੜਤਾਲ ਕਰਕੇ ਕੀ ਸਿੱਟਾ ਕੱਢਿਆ। ਇੱਕ ਬੁਝੀ ਜੀ ਉਮੀਦ ਨਾਲ ਅਸੀਂ SP ਦੁਆਰਾ ਆਖੇ ਗਏ ਨਿਸ਼ਾਨਦੇਹੀ ਕਰਵਾਉਣ ਦੇ ਕਾਗਜ਼ਾਂ ਨੂੰ ਪੂਰਾ ਕਰਨਾ ਵੀ ਸ਼ੁਰੂ ਕਰ ਦਿੱਤਾ। ਫਰਦ ਕਢਵਾਉਣ ਤੇ ਫਾਈਲ ਤਿਆਰ ਕਰਨ 'ਚ 3 ਦਿਨ ਲੱਗ ਗਏ। ਜਦੋਂ ਸਾਰਾ ਕੁਝ ਤਿਆਰ ਕਰਵਾ ਕੇ ਮੈਂ ਕਾਨੂੰਗੋ ਕੋਲ ਪੁੱਜਾ ਤਾਂ ਉਹਨੇ ਮੇਰੀ ਫਾਈਲ ਵੇਖਦੇ ਸਾਰ ਆਪਣਾ ਫੈਸਲਾ ਸੁਣਾਤਾ। ਕਾਕਾ, ਅਸੀਂ ਕਿੱਲੇ ਵੱਟ ਦੀ ਹੀ ਨਿਸ਼ਾਨਦੇਹੀ ਕਰ ਸਕਦੇ ਹਾਂ, ਗਲੀਆਂ ਨਾਲੀਆਂ ਨਾਲ ਸਾਡਾ ਕੋਈ ਸੰਬੰਧ ਨਹੀਂ। ਮੈਂ ਸਮਝ ਗਿਆ ਕਿ SP ਨੇ ਦੂਜੀ ਵਾਰ ਸਾਨੂੰ ਬੁੱਧੂ ਬਣਾਤਾ ਹੈ, ਕਿਉਂਕਿ ਅਜਿਹੀਆਂ ਸਭ ਕਾਨੂੰਨੀ ਘੁਣਤਰਾਂ ਜਾਣਦਾ ਹੈ। ਇਸ ਲਈ ਸਾਨੂੰ ਖਰਾਬ ਹੋਣ ਤੇ ਤੁਲਿਆ ਹੋਇਆ। ਫਿਰ ਮੈਨੂੰ ਪੁਲਿਸ ਦੇ ਉਸ ਏਜੰਟ ਵਾਲੀ ਗੱਲ ਵੀ ਯਾਦ ਆਉਣ ਲੱਗ ਜਾਂਦੀ ਸੀ, ਜਿਹੜੀ ਮੁਰਗੀ ਇਹਨਾਂ ਦੇ ਜਾਲ 'ਚ ਨਹੀਂ ਫਸਦੀ, ਉਹਨੂੰ ਭਜਾ ਕੇ ਹੰਭਾ ਦਿੰਦੇ ਆ, ਫਿਰ ਉਹਦਾ ਸ਼ਿਕਾਰ ਕਰਦੇ ਆ। ਪੁਲਿਸ ਵਿਭਾਗ 'ਚ ਆਪਣੀ ਕੋਈ ਵੀ ਸੁਣਵਾਈ ਨਾ ਹੁੰਦੀ ਵੇਖ ਕੇ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਦੁਆਰਾ ਆਮ ਲੋਕਾਂ ਦੀਆਂ ਸ਼ਿਕਾਇਤਾਂ ਹਿੱਤ ਦਿੱਤੀ ਹੋਈ ਈਮੇਲ ਰਾਹੀਂ ਸਾਰਾ ਕੁਝ ਲਿਖ ਕੇ ਭੇਜਤਾ। ਉਸੇ ਦਿਨ ਮੈਂ ਨਾ ਚਾਹੁੰਦੇ ਹੋਏ ਵੀ 181 ਨੰਬਰ ਤੇ ਫੋਨ ਮਿਲਾਤਾ। ਟੈਲੀਫੋਨ ਆਪਰੇਟਰ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਮੈਨੂੰ ਸਾਰੇ ਸਬੂਤ ਈਮੇਲ ਰਾਹੀਂ ਭੇਜਣ ਲਈ ਆਖਤਾ। ਮੈਂ ਤੁਰੰਤ ਸਾਰੇ ਸਬੂਤ ਈਮੇਲ ਰਾਹੀਂ ਭੇਜਤੇ। 2 ਦਿਨ ਬੀਤ ਗਏ ਪਰ ਉਹਨਾਂ ਦਾ ਕੋਈ ਉੱਤਰ ਨਾ ਆਇਆ ਤਾਂ ਮੈਂ ਫਿਰ ਫੋਨ ਮਿਲਾ ਲਿਆ। ਮੇਰੀ ਗੱਲ ਵਿਚਕਾਰ ਹੀ ਸੀ ਫੋਨ ਕੱਟਿਆ ਗਿਆ। ਮੈਂ ਫਿਰ ਮਿਲਾਇਆ, ਫਿਰ ਥੋੜ੍ਹੀ ਜਿਹੀ ਗੱਲ ਤੋਂ ਬਾਅਦ ਫਿਰ ਕੱਟਿਆ ਗਿਆ। ਹਰ ਵਾਰ ਫੋਨ ਕਰਨ ਤੇ ਅੱਗੋਂ ਨਵਾਂ ਆਪਰੇਟਰ ਬੋਲਦਾ ਸੀ, ਜਿਸ ਕਰਕੇ ਮੈਨੂੰ ਸਾਰੀ ਰਾਮ ਕਹਾਣੀ ਸ਼ੁਰੂ ਤੋਂ ਦੱਸਣੀ ਪੈ ਜਾਂਦੀ। ਮੈਨੂੰ ਸ਼ੱਕ ਪੈ ਗਈ ਕਿ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ। ਜਦ ਵੀ ਮੈਂ ਪੁਲਿਸ ਵਾਲਿਆਂ ਨੂੰ ਗੁੰਡਾਗਰਦੀ ਦੀ ਗੱਲ ਕਰਨ ਲੱਗਦਾ ਸੀ ਤਾਂ ਉਸ ਵੇਲੇ ਹੀ ਫੋਨ ਦਾ ਕੱਟਿਆ ਜਾਣਾ ਹੈਰਾਨੀਜਨਕ ਸੀ। ਅੱਕ ਕੇ ਇੱਕ ਟੈਲੀਫੋਨ ਆਪਰੇਟਰ ਨੂੰ ਮੈਂ ਇਸ ਗੱਲ ਦਾ ਸ਼ੁਰੂ ਵਿੱਚ ਹੀ ਉਲਾਂਭਾ ਦੇ ਦਿੱਤਾ। ਉਹਦੇ ਮੂੰਹ ਸੁਭਾਵਕ ਹੀ ਨਿਕਲ ਗਿਆ, ਸਰ ਕਈ ਵਾਰ ਇੱਥੋਂ ਬੰਦੇ ਗੱਲ ਲੀਕ ਕਰਕੇ ਸੰਬੰਧਿਤ ਥਾਣੇ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਆ, ਪਰ ਪੂਰੀ ਸ਼ਿਕਾਇਤ ਉਹ ਵੀ ਨਾ ਸੁਣ ਸਕਿਆ ਕਿਉਂਕਿ ਫੋਨ ਫਿਰ ਕੱਟਿਆ ਜਾ ਚੁੱਕਾ ਸੀ। ਮੈਂ ਕਾਫੀ ਪਰੇਸ਼ਾਨ ਸੀ ਤੇ ਹੈਰਾਨ ਵੀ ਕਿ ਇਹ ਵਿਭਾਗ ਇੰਨਾ ਆਪਸੀ ਸਹਿਚਾਰ ਵਾਲਾ ਹੈ ਕਿ ਸ਼ਾਇਦ ਰਾਜਧਾਨੀ 'ਚ ਬੈਠੇ ਆਪਰੇਟਰਾਂ ਨੂੰ ਵੀ ਸਾਡੇ ਸ਼ਹਿਰ ਵਿਚਲੇ ਆਪਣੇ ਵਿਭਾਗ ਦੇ ਦੋਸ਼ੀ ਕਰਮਚਾਰੀਆਂ ਦਾ ਫਿਕਰ ਲੱਗਾ ਹੋਇਆ ਹੈ। ਉਹ ਆਪਣੇ ਵੱਲੋਂ ਜਿੰਨੀ ਹੋ ਸਕਦੀ ਹੈ ਉਹਨਾਂ ਦੀ ਮਦਦ ਕਰੀ ਜਾ ਰਹੇ ਆ, ਚਾਹੇ ਸੰਬੰਧਿਤ ਦੋਸ਼ੀ ਇੱਕ ਦਫ਼ਤਰ 'ਚ ਬੈਠਾ ਹੋਵੇ ਜਾਂ ਥਾਣੇ 'ਚ। ਮੇਰੇ ਮੂੰਹ ਸੁਭਾਵਕ ਹੀ ਨਿਕਲਿਆ, ਵਾਹ, ਏਕਾ ਹੋਵੇ ਤਾਂ ਇਸ ਮਹਿਕਮੇ ਦੇ ਮੁਲਾਜ਼ਮਾਂ ਵਰਗਾ ਹੀ ਹੋਵੇ। ਬਾਰ-ਬਾਰ ਕੰਪਿਊਟਰ ਦੀ ਆਵਾਜ਼ ਸੁਣਦਿਆਂ ਅਗਲੇ ਦਿਨ ਮੈਨੂੰ ਇੱਕ ਜੁਗਤ ਸੁੱਝ ਗਈ ਕਿ ਕਿਉਂ ਨਾ SMS ਰਾਹੀਂ ਲਿਖ ਕੇ ਆਪਣੀ ਸ਼ਿਕਾਇਤ ਦਰਜ ਕਰਵਾਤੀ ਜਾਏ। ਮੈਂ ਕਾਫੀ ਸਮਾਂ ਲਾ ਕੇ ਸੁਨੇਹਾ ਮੋਬਾਈਲ 'ਚ ਲਿਖਿਆ ਭੇਜਤਾ। ਉਸ ਦਿਨ ਦੁਪਹਿਰ ਵੇਲੇ ਮੈਨੂੰ ਫੋਨ ਆ ਗਿਆ ਤੇ ਆਪਰੇਟਰ ਕੁੜੀ ਦੱਸਣ ਲੱਗ ਪਈ ਕਿ ਤੁਹਾਡੇ ਦੁਆਰਾ ਕੀਤੀ ਗਈ ਈਮੇਲ ਕਿਸੇ ਗਲਤੀ ਕਾਰਨ ਚੈੱਕ ਹੋਣੋਂ ਰਹਿ ਗਈ ਸੀ, ਇਸ ਲਈ ਸ਼ਿਕਾਇਤ ਦਰਜ ਕਰਨ 'ਚ ਦੇਰੀ ਹੋ ਗਈ, ਪਰ ਹੁਣ ਇਹ ਸ਼ਿਕਾਇਤ SSP ਨੂੰ ਮਾਰਕ ਕਰ ਦਿੱਤੀ ਗਈ ਹੈ। ਮੇਰੇ ਲਈ ਤਸੱਲੀ ਵਾਲੀ ਇੱਕ ਗੱਲ ਇਹ ਵੀ ਸੀ ਕਿ ਉਪ ਮੁੱਖ ਮੰਤਰੀ ਦੀ ਈਮੇਲ ਮੈਨੂੰ ਅਗਲੇ ਦਿਨ ਹੀ ਆ ਗਈ ਸੀ ਕਿ ਤੁਹਾਡੀ ਸ਼ਿਕਾਇਤ ਫਲਾਣੇ DIG ਨੂੰ ਸੌਂਪ ਦਿੱਤੀ ਗਈ ਹੈ ਤੇ ਇਸ ਤੇ ਛੇਤੀ ਕਾਰਵਾਈ ਹੋਏਗੀ। ਮੈਂ ਖੁਸ਼ ਸੀ ਕਿ ਚਲੋ ਸੂਬੇ ਦੇ ਛੋਟੇ ਮਾਲਕ ਨੇ ਮੇਰੀ ਸ਼ਿਕਾਇਤ ਵੱਲ ਕੋਈ ਧਿਆਨ ਤਾਂ ਦਿੱਤਾ। ਕਾਰਵਾਈ ਦੀ ਉਡੀਕ ਨੂੰ ਤੋੜਦਿਆਂ 2-3 ਦਿਨ ਬਾਅਦ ਇੱਕ ਹਰਕਾਰਾ ਸਾਡੇ ਘਰ ਆਇਆ। ਉਹਨੇ ਮੈਨੂੰ ਇੱਕ ਚਿੱਠੀ ਸੌਂਪੀ ਜਿਸ 'ਚ ਅਗਲੇ ਦਿਨ 48 ਅਧਿਕਾਰੀ ਅੱਗੇ ਠੀਕ 10 ਵਜੇ ਪੇਸ਼ ਹੋ ਕੇ ਆਪਣੇ ਸਬੂਤ ਤੇ ਗਵਾਹ ਭੁਗਤਾਉਣ ਲਈ ਆਖਿਆ ਗਿਆ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇੱਕ ਤਰਫਾ ਕਾਰਵਾਈ ਕਰ ਦੇਣ ਦੀ ਚੇਤਾਵਨੀ ਵੀ ਸੀ। ਉਹ ਮੇਰੇ ਕੋਲੋਂ ਰਸੀਦ ਵਜੋਂ ਹੀ ਕਾਗਜ਼ ਉੱਤੇ ਦਸਖਤ ਕਰਵਾ ਕੇ ਚਲਾ ਗਿਆ। ਅਸੀਂ ਸਾਰੇ ਖੁਸ਼ ਸੀ ਕਿ ਕਿਤੇ ਨਾ ਕਿਤੇ ਤਾਂ ਸਾਡੀ ਸੁਣੀ ਹੀ ਜਾਏਗੀ। ਅਸੀਂ ਆਪਣੇ ਸਭ ਦੋਸਤਾਂ ਮਿੱਤਰਾਂ ਜਥੇਬੰਦੀ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਤੇ ਉੱਥੇ ਆਉਣ ਦੀ ਬੇਨਤੀ ਕਰਤੀ। ਸਭ ਨੇ ਆਉਣ ਵਾਸਤੇ ਹਾਮੀ ਭਰਤੀ। ਅਗਲੇ ਦਿਨ ਸਾਰੇ ਠੀਕ ਵੇਲੇ ਤੇ ਪੁੱਜ ਗਏ। ਦਫ਼ਤਰ 'ਚ ਸਭ ਤੋਂ ਵੱਧ ਇਕੱਠ ਮੇਰੀ ਬਰਾਤ ਦਾ ਹੀ ਸੀ। ਸਾਰੇ ਜਣੇ ਆਪਣੀ ਵਾਰੀ ਆਉਣ ਤੇ ਆਪਣਾ ਗੁੱਬ-ਗੁਬਾਟ ਕੱਢਣ ਦੀਆਂ ਜੁਗਤਾਂ ਲੜਾ ਰਹੇ ਸੀ। ਪਤਾ ਨਹੀਂ ਇਹ ਵਾਰੀ ਕਿਹੋ ਜਿਹੀ ਸੀ ਕਿ ਆਉਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਸਾਡੇ ਵਾਲੇ ਮਾਮਲੇ ਦੀ ਪੜਤਾਲ ਉਸੇ SP ਨੂੰ ਹੀ ਮਾਰਕ ਕੀਤੀ ਗਈ ਹੈ, ਪਰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਇੰਨਾ ਜ਼ਿਆਦਾ ਹੀ ਖਰਾਬ ਕਰੇਗਾ। 10 ਵਜੇ ਦੇ ਬੈਠਿਆਂ ਨੂੰ 1:30 ਵੱਜ ਗਿਆ ਤਾਂ ਹੁਕਮ ਹੋਇਆ ਕਿ ਸਾਹਿਬ ਦੁਪਹਿਰ ਦੇ ਖਾਣੇ ਤੋਂ ਬਾਅਦ ਮਿਲਣਗੇ। ਅਸੀਂ ਵੀ ਕੈਂਟੀਨ ਤੋਂ ਕੁਝ ਨਾ ਖਾਧਾ, ਫਿਰ SP ਦੇ ਦਰਵਾਜ਼ੇ ਮੂਹਰੇ ਆ ਕੇ ਡਟ ਗਏ।
ਇਹ ਅਫਸਰ ਪਤਾ ਨਹੀਂ ਲੰਚ 'ਚ ਕੀ ਖਾਂਦੇ ਨੇ ਜਿਹੜਾ ਮੁੱਕਦਾ ਹੀ ਨਹੀਂ। ਵੇਖ ਆਪਾਂ 30-32 ਜਣੇ 10 ਮਿੰਟਾਂ 'ਚ ਹੀ ਪੇਟ ਪੂਜਾ ਕਰਕੇ ਆ ਗਏ। ਸੋਹਣ ਸਿੰਘ ਅੰਕਲ ਨੇ ਐਸਪੀ ਦੇ ਲੰਚ ਕਰਨ ਤੇ ਕਾਮਰੇਡਾਂ ਦੇ ਖਾਣਾ ਖਾਣ 'ਚ ਅੰਤਰ ਸਪਸ਼ਟ ਕਰਨ ਹਿੱਤ ਸਭ ਨੂੰ ਸੰਬੋਧਿਤ ਹੁੰਦਿਆਂ ਆਖਿਆ। ਉਹਦੀ ਰਮਜ਼ ਸਾਰੇ ਜਣੇ ਸਮਝ ਗਏ। ਅਧਿਕਾਰੀਆਂ ਦੀ ਖਸਲਤ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ। ਇੰਨੇ 'ਚ ਦੂਜੀ ਧਿਰ ਨੂੰ ਪਤਾ ਲੱਗ ਗਿਆ ਕਿ ਅਸੀਂ ਆਪਣੇ ਮਿਸਤਰੀ ਨੂੰ ਗਵਾਹ ਵਜੋਂ ਪੇਸ਼ ਕਰਨਾ ਹੈ। ਤੇ ਹੋਇਆ ਇੰਝ ਹੀ ਕਿ ਮਿਸਤਰੀ ਨੇ ਇੱਕ ਪੁਲਿਸ ਵਾਲੇ ਦੇ ਘਰ ਦਾ ਕੰਮ ਕੀਤਾ ਸੀ। ਕੁਦਰਤੀ ਉਹ ਦਫ਼ਤਰ 'ਚ ਉਸ ਕਰਮਚਾਰੀ ਨੂੰ ਮਿਲ ਪਿਆ ਸੀ। ਉਸ ਪੁਲਿਸੀਏ ਨੇ ਸੁਭਾਵਕ ਹੀ ਮਿਸਤਰੀ ਨੂੰ ਉੱਥੇ ਫਿਰਦੇ ਹੋਣ ਦਾ ਕਾਰਨ ਪੁੱਛ ਲਿਆ। ਮਿਸਤਰੀ ਨੇ ਸਾਰੀ ਗੱਲ ਸੱਚੋ ਸੱਚ ਦੱਸਦੀ। ਫਿਰ ਕਿਸੇ ਮਿਸਤਰੀ ਨੂੰ ਉਸ ਪੁਲਿਸੀਏ ਦੇ ਫੋਨ ਆਉਣੇ ਸ਼ੁਰੂ ਹੋ ਗਏ ਤੇ ਉਹਨੇ ਗਵਾਹੀ ਨਾ ਦੇਣ ਬਾਰੇ ਦਬਾਅ ਵੀ ਵਧਣ ਲੱਗ ਪਿਆ। ਮਿਸਤਰੀ ਸੱਚੀ ਗੱਲ ਆਖਣ ਤੇ ਅੜਿਆ ਹੋਇਆ ਸੀ। ਇੱਕ ਵਾਰ ਤਾਂ ਉਹ ਕਾਫੀ ਪਰੇਸ਼ਾਨ ਹੋ ਗਿਆ ਤੇ ਪੁਲਿਸ ਨਾਲ ਪੰਗੇ ਦੀ ਗੱਲ ਉਹਦੇ ਮਨ ਨੂੰ ਪਰੇਸ਼ਾਨ ਕਰਨ ਲੱਗ ਪਈ। ਸਾਡੇ ਸਭ ਸਾਥੀਆਂ ਨੂੰ ਵੀ ਪੁਲਿਸ ਵਾਲਿਆਂ ਦੀ ਇਸ ਕਾਰਵਾਈ ਦਾ ਪਤਾ ਲੱਗਿਆ। ਸਾਰੇ ਉਹਨੂੰ ਸਮਝਾਉਣ ਦੇ ਨਾਲ ਨਾਲ ਹੌਸਲਾ ਵੀ ਦੇਣ ਲੱਗ ਪਏ। ਸਾਨੂੰ ਭਾਸਦਾ ਸੀ ਕਿ ਪੁਲਿਸ ਵਾਲੇ ਮਿਸਤਰੀ ਤੇ ਦਬਾਅ ਵਧਾ ਸਕਦੇ ਆ, ਇਸ ਲਈ ਅਸੀਂ ਉਹਨੂੰ ਕਿਤੇ ਵੀ ਇਕੱਲਾ ਨਹੀਂ ਜਾਣ ਦਿੱਤਾ, ਨਾ ਹੀ ਕਿਸੇ ਨੂੰ ਮਿਲਣ ਦਿੱਤਾ। ਕੁਝ ਦੇਰ ਬਾਅਦ ਮਿਸਤਰੀ ਦਾ ਫੋਨ ਫੇਰ ਵੱਜ ਪਿਆ ਤੇ ਸਕਰੀਨ ਉੱਤੇ ਨੰਬਰ ਪੜ੍ਹ ਕੇ ਉਹ ਬਹੁਤਾ ਹੀ ਪਰੇਸ਼ਾਨ ਹੋ ਗਿਆ। ਇੰਨੇ ਨੂੰ ਮੇਰੇ ਚਚੇਰੇ ਭਰਾ ਗੁਰਪਿੰਦਰ ਨੇ ਮਿਸਤਰੀ ਦਾ ਫੋਨ ਫੜ ਲਿਆ ਤੇ ਕੜਕਵੀਂ ਆਵਾਜ਼ 'ਚ ਆਖਤਾ ਕਿ ਉਹ ਸਾਡੇ ਗਵਾਹ ਨੂੰ ਤੰਗ ਪਰੇਸ਼ਾਨ ਕਰਨੋਂ ਹਟ ਜਾਏ, ਨਹੀਂ ਤਾਂ ਹੁਣੇ ਮੀਡੀਆ 'ਚ ਜਲੂਸ ਕੱਢ ਕੇ ਰੱਖਤਾ ਜਾਏਗਾ। ਉਸ ਤੋਂ ਬਾਅਦ ਫੋਨ ਨਹੀਂ ਆਇਆ। ਦਫ਼ਤਰ ਬੰਦ ਹੋਣ ਤੋਂ ਕੁਝ ਦੇਰ ਪਹਿਲਾਂ ਸਾਨੂੰ ਆਵਾਜ਼ ਵੱਜ ਗਈ। ਸਾਡੇ ਜਾਂਦਿਆਂ ਨੂੰ ਐਸਪੀ ਮੈਨੂੰ ਟੁੱਟ ਕੇ ਪੈ ਗਿਆ। ਤੂੰ 181 ਤੇ ਸ਼ਿਕਾਇਤ ਕੀਤੀ ਹੈ ਨਾ, ਭਾਵੇਂ ਤੂੰ 1,81,000 ਤੇ ਕਰ। ਆਖਿਰਕਾਰ ਇਨਕੁਆਇਰੀ ਤਾਂ ਮੈਂ ਹੀ ਕਰਨੀ ਆ, ਜਾਂ ਕਰ ਲੈ ਜੋ ਕਰਨਾ। ਮੈਂ ਸ਼ਰੇਆਮ ਛੱਡਦਾ ਉਹਨਾਂ ਨੂੰ ਜਿਨ੍ਹਾਂ ਨੂੰ ਤੂੰ ਅਪਰਾਧੀ ਦੱਸਦਾ। ਉਹਦੀ ਇਸ ਗੱਲ ਨਾਲ ਸਾਰੇ ਜਣੇ ਠਟੰਬਰ ਗਏ ਵੀ ਇਹ ਕੀ ਬਣ ਗਿਆ। ਸਾਡੇ ਸਭ ਦੇ ਬਿਆਨ ਲਿਖੇ। ਜੇ ਸਾਡੇ 'ਚ ਹਿੰਮਤ ਹੋਈ ਤਾਂ ਜਿਹੜਾ ਕੁਝ ਸੱਚ ਹੈ ਤੁਹਾਡੇ ਤੋਂ ਵੀ ਲਿਖਵਾ ਲਵਾਂਗੇ, ਨਹੀਂ ਤਾਂ ਤੁਸੀਂ ਲਿਖਵਾ ਲਿਓ। ਦਰਸ਼ਨ ਸਿੰਘ ਤੂਰ ਨੇ ਗੱਲ ਉਹਦੇ ਮੂੰਹ ਤੇ ਮਾਰੀ। ਜਮਹੂਰੀ ਅਧਿਕਾਰ ਸਭਾ 'ਚ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹੋਣ ਕਰਕੇ ਤੂਰ ਅੰਕਲ ਉਸ ਐਸਪੀ ਅਹੁਦੇ ਵਾਲੇ ਅਧਿਕਾਰੀ ਨਾਲ ਵੀ ਬਰਾਬਰ ਦੀ ਧਿਰ ਬਣ ਕੇ ਬੋਲੀ ਜਾ ਰਹੇ ਸੀ। ਜਾਓ, ਉਹ ਮੁਨਸ਼ੀ ਨੂੰ ਬਿਆਨ ਦਰਜ ਕਰਵਾ ਦਿਓ ਜਿਹੜੇ ਕਰਵਾਉਣੇ ਨੇ, ਬਾਕੀ ਮੈਂ ਵੇਖਾਂਗਾ। ਤੁਸੀਂ ਮੇਰੀ ਕਲਮ ਵੇਖਿਓ। ਉਹਨੇ ਸਭ ਨੂੰ ਵੰਗਾਰਦਿਆਂ ਆਖਿਆ। ਸਾਰੇ ਜਣੇ ਬਾਹਰ ਆ ਗਏ ਤੇ ਵਿੱਚ ਹੀ ਬੋਲ ਰਹੇ ਸੀ ਕਿ ਹੰਕਾਰਿਆ ਬੜਾ ਫਿਰਦਾ, ਇਹਦੇ ਹੱਥ ਨਹੀਂ ਜੁੜੇ ਆ ਅਜੇ ਕਿਸੇ ਨਾਲ, ਵਰਦੀ ਦਾ ਰੋਪ ਝਾੜਦਾ। ਇਹ ਤਾਂ ਕੁਝ ਵੀ ਨਹੀਂ, ਅਸੀਂ ਤਾਂ ਵੱਡੇ ਵੱਡੇ ਹੰਕਾਰੇ ਹੋਏ ਵੀ ਝੁਕਾਏ ਹੋਏ ਆ। ਜਿਹੜੇ ਭੌਂਕਦੇ ਹੁੰਦੇ ਨੇ ਉਹ ਵੱਢਦੇ ਨਹੀਂ ਹੁੰਦੇ। ਅਜਿਹੀਆਂ ਕਈ ਆਵਾਜ਼ਾਂ ਮੇਰੇ ਕੰਨੀ ਪੈ ਰਹੀਆਂ ਸੀ, ਪਰ ਮੈਨੂੰ ਅਸਲੀਅਤ ਪਤਾ ਸੀ ਵੀ ਇਹ ਬੰਦਾ ਸਭ ਤੋਂ ਖਤਰਨਾਕ ਹੈ। ਇਸ ਐਸਪੀ ਦੀ ਘਰ ਵਾਲੀ ਜੱਜ ਲੱਗੀ ਹੋਣ ਕਰਕੇ ਤੇ ਆਪ ਵੀ ਵਕਾਲਤ ਕੀਤੀ ਹੋਣ ਕਰਕੇ ਛੇਤੀ ਕਿਤੇ ਕਿਸੇ ਦੀ ਮੰਨੇਗਾ ਨਹੀਂ, ਆਪਣੀ ਅੜੀ ਪੁਗਾਏਗਾ। ਆਪਣੇ ਬਿਆਨ ਲਿਖਾਉਂਦਿਆਂ ਸਹਿਜ ਸੁਭਾਈ ਉਹ ਕਿਹੜੀ ਗਾਲ ਸੀ ਜੋ ਉਹਨਾਂ ਬੰਦਿਆਂ ਨੇ ਉਸ ਐਸਪੀ ਨੂੰ ਨਹੀਂ ਵਰਾਈ ਸੀ। ਮੈਨੂੰ ਸ਼ੱਕ ਹੀ ਨਹੀਂ, ਪੱਕਾ ਯਕੀਨ ਵੀ ਸੀ ਤੇ ਹੈ ਵੀ ਕਿ ਸਭ ਦੀ CID ਉਸ ਐਸਪੀ ਕੋਲ ਤੁਰੰਤ ਹੀ ਪੁੱਜ ਗਈ। ਅਸੀਂ ਆਪਣੇ ਬਿਆਨ ਟਾਈਪ ਕਰਵਾ ਕੇ ਦੱਸੇ, ਕਮਰੇ 'ਚ ਸੰਬੰਧਿਤ ਕਰਮਚਾਰੀ ਨੂੰ ਫੜਾਤੇ। ਵਾਪਸ ਮੁੜਦਿਆਂ ਸੋਹਣੀ ਜੀ ਪੱਗ ਵਾਲਾ ਪੁਲਿਸ ਕਰਮਚਾਰੀ ਜਿਹਨੇ ਮੈਨੂੰ ਪੁਲਿਸ ਵਿਭਾਗ ਦੀਆਂ ਕਈ ਗੁੱਝੀਆਂ ਗੱਲਾਂ ਦੱਸੀਆਂ ਸੀ ਫੇਰ ਮਿਲ ਪਿਆ। ਕਿਉਂ ਬਣਾਏ ਫੇਰ ਬੁੱਧੂ? ਝੋਟਿਆਂ ਦੇ ਘਰੋਂ ਲੱਸੀ ਭਾਲੀ ਜਾਂਦੇ ਆ ਵੱਡੇ ਕਾਮਰੇਡ, ਤੁਹਾਡਾ ਕੁਝ ਨਹੀਂ ਬਣਨਾ, ਮੈਥੋਂ ਲਿਖਵਾ ਕੇ ਲੈ ਲਾ। ਸਾਡਾ ਮਹਿਕਮਾ ਨਾ ਕੁੱਤਿਆਂ ਦੇ ਵੀ ਕੁੱਤਿਆਂ ਦਾ ਹੈ। ਉਹਨੇ ਮੈਨੂੰ ਪਛਾਣ ਲਿਆ ਸੀ ਤੇ ਇੱਕੋ ਸਾਹ ਬੋਲਦਾ ਗਿਆ, ਵੀਰੇ ਦੱਸ ਅਸੀਂ ਕਰੀਏ ਕੀ, ਖੱਜਲ ਹੋਏ ਪਏ ਆ। ਮੈਂ ਉਹਨੂੰ ਪਰਦੇ ਜਿਹੇ ਨਾਲ ਪੁੱਛਿਆ। ਜਿੰਨਾ ਚਿਰ ਜਨਤਕ ਲਹਿਰ ਨਹੀਂ ਬਣਦੀ ਜਾਂ ਫਿਰ ਕੋਈ ਬਹੁਤ ਹੀ ਵੱਡੀ ਸਿਫਾਰਿਸ਼ ਨਹੀਂ ਪੈਂਦੀ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਣੀ। ਉਹਨੇ ਗੰਭੀਰ ਹੁੰਦੇ ਆਖਿਆ। ਜਨਤਕ ਤਾਂ ਬਣ ਹੀ ਚੱਲਿਆ, ਮਸਲਾ ਵੇਖ ਲਓ। 7-8 ਯੂਨੀਅਨਾਂ ਵਾਲੇ ਸਵੇਰ ਤੋਂ ਸਾਡੇ ਸਾਹਿਬ ਦੀ ਮਕਾਨ ਆਏ ਹੋਏ ਆ, ਤੁਹਾਡੇ ਸਾਹਿਬ ਦੀ ਮਕਾਨ ਆਏ ਹੋਏ ਆ। ਅਸੀਂ ਤੇ ਠੋਕ ਕੇ ਬਿਆਨ ਵੀ ਲਿਖਵਾਤੇ। ਮੈਂ ਉਹਦੀ ਜਾਣਕਾਰੀ ਹੀ ਦੱਸਿਆ। ਬਿਆਨ ਲਿਖਵਾ ਕੇ ਖੁਸ਼ ਹੁੰਦਾ ਹੋਏਗਾ ਕਿ ਮੈਂ ਤਾਂ ਫਸਾ ਲਿਆ ਪੁਲਸੀਆਂ ਨੂੰ। ਜਾਂ ਨਹੀਂ ਮੰਨਦਾ ਤੇਰੇ ਬਿਆਨਾਂ ਨੂੰ ਇਨਕੁਆਇਰੀ ਅਫਸਰ, ਤੂੰ ਦੁੰਬ ਫੜ ਲਈ ਉਹਨੇ ਫਾਈਲ ਬੰਦ ਕਰ ਦੇਣੀ ਹੈ। ਜੇ ਦੁਬਾਰਾ ਸ਼ਿਕਾਇਤਾਂ ਕਰੇਗਾ ਤੇਰੇ ਤੇ 182 ਲਾ ਕੇ ਤੇਰੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਨ ਦਾ ਮੁਕੱਦਮਾ ਵੀ ਦਰਜ ਕਰਾ ਦੇਣਾ। ਤਿਆਰ ਹੋ ਜਾ, ਤੇਰੇ ਤੇ ਧਾਰਾ ਲੱਗਣ ਹੀ ਵਾਲੀ ਆ। ਉਹਨੇ ਮੈਨੂੰ ਸੁਚੇਤ ਕਰਦਿਆਂ ਗੰਭੀਰਤਾ ਨਾਲ ਦੱਸਿਆ ਤੇ ਮਿੰਨਾ ਜਿਹਾ ਮੁਸਕਰਾਉਂਦਾ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ। ਮੈਨੂੰ ਸੱਚਮੁੱਚ ਹੀ ਜਾਪਣ ਲੱਗ ਪਿਆ ਸੀ ਕਿ ਮੈਂ ਜੱਜ ਦੇ ਸਾਹਮਣੇ ਕਟਹਿਰੇ 'ਚ ਖੜਾ ਤੇ ਜੱਜ ਮੈਨੂੰ ਕਿਸੇ ਸੱਚੇ ਬੰਦੇ ਤੇ ਝੂਠਾ ਇਲਜ਼ਾਮ ਲਾਉਣ ਦੇ ਦੋਸ਼ ਵਿੱਚ ਜੇਲ੍ਹ ਭੇਜਣ ਦੇ ਨਾਲ ਜੁਰਮਾਨਾ ਵੀ ਸੁਣਾ ਰਿਹਾ। ਅੱਜ ਮੈਨੂੰ ਸੋਹਣੀ ਪੱਗ ਵਾਲੇ ਉਸ ਪੁਲਸੀਏ ਦੀਆਂ ਪੁਰਾਣੀਆਂ ਸਾਰੀਆਂ ਗੱਲਾਂ ਵੀ ਸਹੀ ਲੱਗਣ ਲੱਗ ਪਈਆਂ। ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਡੇ ਕੋਲ ਢਾਹ ਢੁਆਈ ਹੋਣ ਦੇ ਤਾਂ ਸਾਰੇ ਸਬੂਤ ਸੀ, ਪਰ ਅਸੀਂ ਕਿਸੇ ਵੀ ਹਾਲਤ 'ਚ ਇਹ ਸਿੱਧ ਕਰਨ ਦੇ ਯੋਗ ਨਹੀਂ ਸੀ ਕਿ ਇਹ ਗੁੰਡੇ ਇਹਨਾਂ ਪੁਲਿਸ ਵਾਲਿਆਂ ਨੇ ਹੀ ਭੇਜੇ ਸੀ।
ਇਹਦੇ ਉਲਟ ਜੇ ਸਾਡੇ ਕਿਸੇ ਬੰਦੇ ਨੇ ਮਾੜੀ ਜੀ ਗਲਤੀ ਵੀ ਕੀਤੀ ਹੁੰਦੀ ਤਾਂ ਪੁਲਿਸ ਵਾਲਿਆਂ ਨੇ ਸਾਡੀ ਨਾਨੀ ਦੀ ਕਢਾਨੀ ਨੂੰ ਵੀ ਇਸ ਮਾਮਲੇ 'ਚ ਘੜੀਸ ਲੈਣਾ ਸੀ। ਉਸ ਕੋਲੋਂ ਧੱਕੇ ਨਾਲ ਹੀ ਜੁਰਮ ਕਬੂਲ ਕਰਵਾ ਲੈਣਾ ਸੀ। ਇਸ ਮਿਲਣੀ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਬੈਠਕ ਹੋਈ। ਪੱਤਰਕਾਰਾਂ ਨੂੰ ਸੱਦ ਕੇ ਪੁਲਿਸ ਦੀ ਧੱਕੇਸ਼ਾਹੀ, ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ਤੇ ਨਜਾਇਜ਼ ਕਬਜ਼ਾ ਧਾਰਕਾਂ ਦੀ ਮਦਦ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਅੰਗ 7ਵਾਂ। ਅਗਲੇ ਦਿਨੀ ਪੰਜਾਬੀ ਤੇ ਹਿੰਦੀ ਦੇ ਪ੍ਰਸਿੱਧ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਇਸ ਖਬਰ ਦੇ ਛਪਣ ਨਾਲ ਮੈਨੂੰ ਫਾਇਦਾ ਹੋਣਾ ਸੀ ਜਾਂ ਨੁਕਸਾਨ, ਇਹ ਸਵਾਲ ਤਾਂ ਭਵਿੱਖ ਦੀ ਕੁੱਖ ਵਿੱਚ ਸੀ। ਪਰ ਸਾਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਸਾਡੇ ਸਾਰੇ ਟੱਬਰ ਦੀ ਰਹਿੰਦੀ ਖੁੰਦੀ ਸ਼ਾਂਤੀ ਵੀ ਚਲੀ ਗਈ ਸੀ। ਜਿਸ ਕਿਸੇ ਨੂੰ ਇਸ ਘਟਨਾ ਦਾ ਨਹੀਂ ਪਤਾ ਸੀ ਉਹਨੂੰ ਵੀ ਪਤਾ ਲੱਗ ਗਿਆ ਸੀ। ਹਰ ਕੋਈ ਆਪਣੇ ਵੱਲੋਂ ਤਾਂ ਹਮਦਰਦੀ ਜ਼ਾਹਰ ਕਰ ਰਿਹਾ ਸੀ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦੇ ਰਿਹਾ ਸੀ। ਖੈਰ ਹਾਲ ਚਾਲ ਪੁੱਛਣਾ, ਹੌਸਲਾ ਦੇਣਾ ਸਭ ਦਾ ਫਰਜ਼ ਹੁੰਦਾ ਹੈ ਤੇ ਲਗਭਗ ਮੇਰੇ ਸਭ ਦੋਸਤਾਂ ਮਿੱਤਰਾਂ ਨੇ ਫਰਜ਼ ਬਾਖੂਬੀ ਨਿਭਾਇਆ ਵੀ। ਪਰ ਉਸੇ ਕਹਾਣੀ ਨੂੰ ਬਾਰ-ਬਾਰ ਦੁਹਰਾ ਕੇ ਮੈਂ ਤਾਂ ਕੀ ਸਾਰੇ ਘਰ ਦੇ ਵੀ ਅੱਕ ਚੁੱਕੇ ਸੀ। ਇਸ ਝਗੜੇ ਦਾ ਕੋਈ ਵੀ ਇੱਕ ਪਾਸਾ ਨਹੀਂ ਸੀ ਹੋ ਰਿਹਾ। ਵਿੱਚੋਂ ਹੀ ਕੋਈ ਸਲਾਹ ਦਿੰਦਾ, ਜਦ ਤੁਹਾਡੇ ਕੋਲ ਰਜਿਸਟਰੀ ਹੈ ਤਾਂ ਆਪਣੀ ਥਾਂ ਵਲ ਕੇ ਪਾਸੇ ਕਰੋ। ਅਸੀਂ ਸੋਚਦੇ ਕਿ ਇਸ ਗੱਲ ਦਾ ਤਾਂ ਸਾਨੂੰ ਵੀ ਪਤਾ, ਪਰ ਹੁਣ ਅੜਿੱਕਾ ਪੁਲਿਸ ਵਾਲੇ ਬਣੇ ਖੜੇ ਆ। ਜੇ ਕੋਈ ਸਧਾਰਨ ਬੰਦਾ ਹੁੰਦਾ ਤਾਂ ਉਹਨੂੰ ਵੀ ਲੜਾਈ ਦਾ ਖਤਰਾ ਹੋਣਾ ਸੀ ਤੇ ਸਾਨੂੰ ਵੀ। ਪਰ ਹੁਣ ਸਥਿਤੀ ਬੜੀ ਗੰਭੀਰ ਹੋਈ ਪਈ ਸੀ, ਕਿਉਂਕਿ ਸਾਹਮਣੀ ਧਿਰ ਨੂੰ ਪੁਲਿਸ ਕੇਸ ਦਰਜ ਹੋਣ ਦਾ ਕੋਈ ਵੀ ਖਤਰਾ ਨਹੀਂ ਸੀ। ਸਗੋਂ ਪੁਲਿਸ ਵਿਭਾਗ ਦਾ ਇੱਕ ਹੌਲਦਾਰ ਤੇ ਇੱਕ ਡਰਾਈਵਰ ਦੀ ਰਖੈਲ ਬਣ ਚੁੱਕੇ ਸੀ। ਉਹਨਾਂ ਨੂੰ ਵੱਡੇ ਅਧਿਕਾਰੀਆਂ ਦੀ ਸ਼ਹਿ ਸੀ ਜੋ ਇਹ ਦੋਵੇਂ ਸਭ ਕੁਝ ਕਰੀ ਜਾ ਰਹੇ ਸਨ। ਨਹੀਂ ਤਾਂ ਜਦੋਂ ਉਹਨਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਸੀ ਤਾਂ ਸਾਨੂੰ ਕਿਸੇ ਦੇ ਹੱਥ ਵੀ ਸੁਨੇਹਾ ਭੇਜ ਸਕਦੇ ਸੀ ਕਿ ਸਾਨੂੰ ਜਿਹੜਾ ਭੁਲੇਖਾ ਸੀ ਹੁਣ ਦੂਰ ਹੋ ਗਿਆ, ਇਸ ਲਈ ਅਸੀਂ ਤੁਹਾਡੇ ਕੰਮ 'ਚ ਕੋਈ ਵੀ ਦਖਲ ਨਹੀਂ ਦੇਵਾਂਗੇ। ਇਹ ਦਿਨ ਪਤਾ ਨਹੀਂ ਕਿਹੋ ਜਿਹੇ ਸੀ ਕਿ ਸਭ ਦੀ ਸੁਰਤ ਇਸ ਕੇਸ 'ਚ ਹੀ ਲੱਗੀ ਰਹਿੰਦੀ ਸੀ। ਮੇਰੀ ਮਾਂ ਦੇ ਜੁਬਾੜੇ ਕਈ ਦਿਨਾਂ ਤੋਂ ਦਰਦ ਕਰ ਰਹੇ ਸਨ। ਉਹ ਵਿਚਾਰੀ ਮੇਰੀ ਭੱਜ ਦੌੜ ਹੁੰਦੀ ਵੇਖ ਕੇ ਆਪਣਾ ਦਰਦ ਛੁਪਾ ਲੈਂਦੀ ਸੀ ਤੇ ਕੋਈ ਨਾ ਕੋਈ ਦਰਦ ਨਿਵਾਰਕ ਗੋਲੀ ਖਾ ਕੇ ਤੜਪਦੀ ਸਾਰੀ ਰਾਤ ਕੱਢ ਲੈਂਦੀ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਮਾਂ ਦੀ ਹਾਲਤ ਬਾਰੇ ਦੱਸਿਆ ਤਾਂ ਮੈਨੂੰ ਬਹੁਤ ਜ਼ਿਆਦਾ ਫਿਕਰ ਹੋਇਆ। 2 ਕੁ ਦਿਨ ਸ਼ਹਿਰ ਦੇ ਚੰਗੇ ਡਾਕਟਰਾਂ ਨੂੰ ਵਿਖਾਇਆ। ਫਰਕ ਪੈਂਦਾ ਨਾ ਵੇਖ ਕੇ ਮੈਂ ਉਹਨੂੰ ਫਰੀਦਕੋਟ ਦੰਦਾਂ ਦੇ ਵੱਡੇ ਹਸਪਤਾਲ ਲੈ ਗਿਆ। ਉਹਨਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ। ਅਸੀਂ ਅਗਲੇ ਦਿਨ ਹੀ ਹਸਪਤਾਲ ਜਾ ਦਾਖਲ ਹੋਏ। ਫਰੀਦਕੋਟ ਨੂੰ ਜਾਂਦੇ ਹੋਏ ਉਹ ਸਾਰੇ ਦਫ਼ਤਰ ਰਾਹ 'ਚ ਆਉਂਦੇ ਸਨ ਜਿਨ੍ਹਾਂ 'ਚ ਮੈਂ ਰੋਜ਼ ਧੱਕੇ ਖਾਂਦਾ ਫਿਰਦਾ ਸੀ। ਜਦ ਵੀ ਅਸੀਂ ਉਸ ਵੱਡੀ ਇਮਾਰਤ ਦੇ ਕੋਲੋਂ ਦੀ ਲੰਘਦੇ ਤਾਂ ਮੈਂ ਆਪਣੀ ਮਾਂ ਨੂੰ ਇਹਨਾਂ ਦਫ਼ਤਰਾਂ 'ਚ ਬੈਠੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸੁਭਾਅ ਤੇ ਕੰਮਕਾਜ ਬਾਰੇ ਦੱਸਣ ਲੱਗ ਪੈਂਦਾ। ਮਾਂ ਨੇ ਸਹਿਜ ਸੁਭਾਈ ਆਖਿਆ, ਪੁੱਤ ਆਪਣੇ ਤੇ ਭੀੜ ਬਣੀ ਤਾਂ ਤੇਰੇ ਨਾਲ ਕਿੰਨੇ ਬੰਦੇ ਆ ਕੇ ਖੜ ਗਏ ਨੇ ਤੇ ਆਪਣੀ ਮਦਦ ਵੀ ਕਰੀ ਜਾਂਦੇ ਨੇ। ਇੱਥੇ ਕਿੰਨੇ ਲੋਕ ਆਉਂਦੇ ਹੋਣਗੇ ਜਿਨ੍ਹਾਂ ਨੂੰ ਇਹ ਹਰ ਰੋਜ਼ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰਦੇ ਹੋਣਗੇ। ਤੁਸੀਂ ਤਾਂ ਚੱਲ ਪੜ੍ਹੇ ਲਿਖੇ ਹੋ। ਇਹੋ ਜਿਹੇ ਅਫਸਰ ਮੇਰੇ ਵਰਗੇ ਅਨਪੜ੍ਹਾਂ ਨੂੰ ਕੁਝ ਨਹੀਂ ਡਾਹ ਦੁਆਲ ਹੁੰਦੇ ਹੋਣੇ। ਮਾਂ ਦੇ ਮੂੰਹ ਇੰਨੀ ਵੱਡੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਸੋਚ ਰਿਹਾ ਸੀ ਸ਼ਾਇਦ ਇਹ ਸਾਡੇ ਲੋਕਾਂ ਦੀ ਅਨਪੜ੍ਹਤਾ ਤੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੀ ਹੈ ਕਿ ਸਾਡੇ ਅਧਿਕਾਰੀ ਇੰਨੇ ਜ਼ਿਆਦਾ ਮੱਛਰੇ ਫਿਰਦੇ ਆ। ਫਰੀਦਕੋਟ ਬੈਠੇ ਦਾ ਦਿਮਾਗ ਵੀ ਘਰ 'ਚ ਘੁੰਮੀ ਜਾ ਰਿਹਾ ਸੀ। ਕਦੀ-ਕਦੀ ਮੈਂ ਸੋਚਣ ਲੱਗ ਪੈਂਦਾ ਕਿ ਮੇਰੇ ਪਰਿਵਾਰ ਤੇ ਕਿੰਨਾ ਮਾੜਾ ਵਕਤ ਆਇਆ ਹੋਇਆ ਕਿ ਮਾਂ ਦੀ ਜ਼ਹਿਮਤ ਤੇ ਥਾਂ ਵਾਲਾ ਕੰਜਰ ਕਲੇਸ਼ ਇੱਕਦਮ ਇਕੱਠੇ ਹੀ ਸਿਰ ਪੈ ਗਏ। ਬੇਸ਼ੱਕ ਮਾੜੇ ਦਿਨ ਚੱਲ ਰਹੇ ਸੀ, ਪਰ ਮਾਂ ਦਾ ਆਪਰੇਸ਼ਨ ਸਫਲ ਹੋ ਜਾਣ ਨਾਲ ਇੱਕ ਆਸ ਜੀ ਵੱਜ ਗਈ ਕਿ ਜਦ ਇੰਨੇ ਗੰਭੀਰ ਦਰਦ ਦਾ ਇਲਾਜ ਹੋ ਗਿਆ ਤਾਂ ਦੂਜੇ ਵੱਡੇ ਦਰਦ ਵੀ ਹੁਣ ਆਪਣੇ ਆਪ ਹੀ ਖਤਮ ਹੋ ਜਾਣਗੇ। ਹੁਣ ਤਾਂ ਹਾਲਤ ਇਹ ਬਣ ਚੁੱਕੀ ਸੀ ਕਿ ਸਵੇਰੇ ਉੱਠਣ ਵੇਲੇ ਹੀ ਸੋਚਦਾ ਸੀ ਕਿ ਜੇ ਅਖਬਾਰ ਬੂਹੇ 'ਚ ਪਏ ਹੋਏ ਤਾਂ ਜਿੱਤ ਪੱਕੀ ਹੈ, ਜੇ ਨਹੀਂ ਤਾਂ ਹਾਰ। ਮੇਰੇ ਇਸ ਮਾਨਸਿਕ ਵਹਿਮ ਕਾਰਨ ਕਿਸੇ ਦਿਨ ਤਾਂ ਅਖਬਾਰ ਸਾਹਮਣੇ ਪਏ ਵੇਖ ਕੇ ਉੱਠਦਿਆਂ ਦਿਲ ਨੂੰ ਧਰਵਾਸ ਹੁੰਦਾ ਕਿ ਇਸ ਲੜਾਈ 'ਚ ਮੇਰੀ ਜਿੱਤ ਹੋਏਗੀ, ਤੇ ਜਿਸ ਦਿਨ ਦਰਵਾਜ਼ਾ ਸੁੰਨਾ ਦਿਸਦਾ ਤਾਂ ਦਿਲ ਨੂੰ ਡੁੱਬੂ ਪੈਣ ਲੱਗ ਪੈਂਦੇ। ਭਾਵੇਂ ਕਿ ਮੈਂ ਸ਼ੁਰੂ ਤੋਂ ਹੀ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਰਿਹਾ, ਪਰ ਮੈਨੂੰ ਇਸ ਤਰ੍ਹਾਂ ਦੀਆਂ ਸੋਚਾਂ ਨੇ ਪਤਾ ਨਹੀਂ ਕਿਉਂ ਘੇਰ ਲਿਆ ਸੀ। ਇਹ ਗੱਲ ਮੇਰੀ ਸਮਝ ਤੋਂ ਵੀ ਬਾਹਰ ਦੀ ਹੈ। ਸ਼ਾਇਦ ਅਜਿਹੀਆਂ ਹਾਲਤਾਂ ਹੀ ਬੰਦੇ ਨੂੰ ਮਨੋਰੋਗੀ ਬਣਾ ਦਿੰਦੀਆਂ ਹਨ। ਮੈਂ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਕਰਕੇ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹਨਾਂ ਨਾਲ ਦੋਸਤੀ ਤਾਂ ਮਾੜੀ, ਪਰ ਦੁਸ਼ਮਣੀ ਤਾਂ ਉਸ ਤੋਂ ਵੀ ਕਈ ਗੁਣਾ ਮਾੜੀ ਹੁੰਦੀ ਹੈ। ਇਸ ਲਈ ਇਹਨਾਂ ਨੇ ਮੇਰਾ ਕੁਝ ਵੀ ਨਹੀਂ ਛੱਡਣਾ। ਇਹ ਮਸਲਾ ਨਿਬੜ ਹੀ ਨਹੀਂ ਸੀ ਰਿਹਾ। ਮੈਂ ਬਾਰ-ਬਾਰ ਥਾਣਿਆਂ ਦਫ਼ਤਰਾਂ ਦੇ ਚੱਕਰ ਕੱਢ ਕੇ ਅੰਦਰੋਂ ਟੁੱਟ ਚੁੱਕਿਆ ਸੀ। ਹਰ ਵਾਰ ਕਈ ਬੰਦਿਆਂ ਨੂੰ ਫੋਨ ਕਰਕੇ ਨਾਲ ਆਉਣ ਦੀ ਮਿੰਨਤ ਕਰਨੀ ਮੈਨੂੰ ਬੜਾ ਔਖਾ ਲੱਗਣ ਲੱਗ ਪਿਆ ਸੀ। ਭਾਵੇਂ ਕਿ ਅਗਲੇ ਦੇ ਮਨ ਦਾ ਮੈਨੂੰ ਕੁਝ ਵੀ ਗਿਆਨ ਨਹੀਂ ਸੀ ਹੁੰਦਾ, ਪਰ ਮੈਨੂੰ ਲੱਗਣ ਲੱਗ ਪੈਂਦਾ ਕਿ ਮੇਰੀ ਵਜ੍ਹਾ ਨਾਲ ਕਈ ਬੰਦੇ ਖਰਾਬ ਹੋਈ ਜਾ ਰਹੇ ਨੇ। ਫਿਰ
ਲੱਗਣ ਲੱਗਦਾ ਕਿ ਇਹ ਸਭ ਕੁਝ ਮੇਰੇ ਕਰਕੇ ਨਹੀਂ ਹੋ ਰਿਹਾ। ਇਹਦੇ ਅਸਲੀ ਕਸੂਰਵਾਰ ਤਾਂ ਪੁਲਿਸ ਵਿਭਾਗ ਦੇ ਸਭ ਕਰਮਚਾਰੀ, ਅਧਿਕਾਰੀ ਤੇ ਕਰਮਚਾਰੀ ਹੀ ਹਨ। ਮੈਂ ਇੰਨਾ ਅੱਕ ਗਿਆ ਸੀ ਕਿ ਮੈਂ ਆਪਣਾ ਖੁਦਕੁਸ਼ੀ ਪੱਤਰ ਤੱਕ ਵੀ ਲਿਖ ਕੇ ਰੱਖ ਦਿੱਤੇ ਸੀ। ਹੁਣ ਮੇਰੇ ਮਨ ਨੂੰ ਵਹਿਮ ਸੀ ਕਿ ਮੈਂ ਮਰ ਜਾਵਾਂਗਾ ਜਾਂ ਗੁੰਡਿਆਂ ਦੇ ਹੱਥੋਂ ਮਰਵਾ ਦਿੱਤਾ ਜਾਵਾਂਗਾ, ਤੇ ਮੈਨੂੰ ਫਿਕਰ ਵੀ ਹੋਣ ਲੱਗ ਪੈਂਦਾ ਕਿ ਮੇਰੇ ਤੋਂ ਬਾਅਦ ਮੇਰੀ ਘਰਵਾਲੀ, ਬੱਚੀਆਂ ਤੇ ਮਾਪਿਆਂ ਦਾ ਕੀ ਬਣੇਗਾ। ਇਹਦਾ ਇੱਕੋ ਹੀ ਹੱਲ ਨਜ਼ਰ ਆ ਰਿਹਾ ਸੀ ਕਿ ਮੈਂ ਆਪਣੀਆਂ ਬੇਟੀਆਂ ਨੂੰ ਆਪਣੇ ਤੋਂ ਪਹਿਲਾਂ ਖਤਮ ਕਰ ਦੇਵਾਂ, ਫਿਰ ਆਪਣਾ ਜੀਵਨ ਤਿਆਗ ਦੇਵਾਂ। ਮੈਂ ਆਪਣੇ ਖੁਦਕੁਸ਼ੀ ਨੋਟ ਲਿਖਣ ਵੇਲੇ ਆਪਣੀ ਪਤਨੀ ਨੂੰ ਦੂਸਰਾ ਵਿਆਹ ਕਰਵਾਉਣ ਦੀ ਸਲਾਹ ਦਿੰਦਾ ਸੀ। ਵੱਖ-ਵੱਖ ਜਥੇਬੰਦੀਆਂ ਤੇ ਸੰਘਰਸ਼ਸ਼ੀਲ ਬੰਦਿਆਂ ਨੂੰ ਅਪੀਲ ਕਰਦਾ ਸੀ ਕਿ ਮੇਰਾ ਤੇ ਮੇਰੀ ਬੱਚੀਆਂ ਦਾ ਅੰਤਿਮ ਸੰਸਕਾਰ ਉਨਾ ਚਿਰ ਨਾ ਹੋਣ ਦਿੱਤਾ ਜਾਵੇ ਜਿੰਨਾ ਚਿਰ ਸੰਬੰਧਿਤ SP, DSP, ਇੰਸਪੈਕਟਰ, ਸੰਬੰਧਿਤ ਦੋਵੇਂ ਪੁਲਿਸ ਵਾਲੇ ਤੇ ਨਜਾਇਜ਼ ਕਬਜ਼ਾ ਕਰੀ ਬੈਠੇ ਬੰਦਿਆਂ ਤੇ ਕੇਸ ਦਰਜ ਨਹੀਂ ਹੋ ਜਾਂਦਾ। ਮੈਂ ਆਪਣੇ ਇਸ ਝਗੜੇ ਵਾਲੇ ਮਕਾਨ ਦੀ ਵਸੀਅਤ ਵੀ ਉਹਨਾਂ ਸਭ ਜਥੇਬੰਦੀਆਂ ਦੇ ਦਫ਼ਤਰ ਬਣਾਉਣ ਲਈ ਲਿਖ ਦਿੱਤੀ ਸੀ ਜਿਨ੍ਹਾਂ ਨੇ ਔਖੇ ਵੇਲੇ 'ਚ ਸਾਡੀ ਬਾਂਹ ਫੜੀ ਸੀ। ਬਸ ਇੱਕ ਸ਼ਰਤ ਇਹ ਰੱਖੀ ਸੀ ਕਿ ਇਸ ਜਗ੍ਹਾ ਉੱਤੇ ਬਣਨ ਵਾਲੇ ਬਾਥਰੂਮਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਉਹ ਇਹਨਾਂ ਮੁਜਰਮਾਂ ਦੇ ਮੂੰਹ ਜਾਪਣ ਤੇ ਹਰ ਪਿਸ਼ਾਬ ਜਾਂ ਮਲ ਤਿਆਗਣ ਵਾਲਾ ਬੰਦਾ ਇਹਨਾਂ ਦੇ ਮੂੰਹ 'ਚ ਇਹ ਸਭ ਕੁਝ ਕਰੇ। ਮੈਂ ਸਭ ਬਾਰੇ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਭਾਵ ਤੱਕ ਨਹੀਂ ਸੀ ਲੱਗਣ ਦਿੱਤੀ। ਸਿਰਫ ਮੇਰੇ ਇੱਕ ਪੱਕੇ ਆੜੀ ਨਵਜੀਤ ਨੂੰ ਆਖ ਰੱਖਿਆ ਸੀ ਕਿ ਜੇ ਮੇਰੇ ਤੇ ਕੋਈ ਵੀ ਆਂਚ ਆ ਗਈ ਤਾਂ ਉਹ ਅਲਮਾਰੀ 'ਚ ਪਈ ਮੇਰੀ ਡਾਇਰੀ ਨੂੰ ਸੰਘਰਸ਼ੀ ਲੋਕਾਂ ਦੇ ਸਾਹਮਣੇ ਜ਼ਰੂਰ ਪੇਸ਼ ਕਰ ਦੇ। ਭਾਵੇਂ ਕਿ ਮੈਂ ਉਹਨੂੰ ਇਹ ਲਿਖਤਾਂ ਪੜ੍ਹਾਈਆਂ ਨਹੀਂ ਸਨ, ਪਰ ਮੇਰੀ ਇਹ ਗੱਲ ਸੁਣ ਕੇ ਉਹ ਬੜਾ ਪਰੇਸ਼ਾਨ ਹੋ ਗਿਆ ਸੀ। ਉਹ ਮੈਨੂੰ ਬਾਰ-ਬਾਰ ਹੌਸਲਾ ਦਿੰਦਾ ਰਹਿੰਦਾ ਸੀ। ਮੈਂ ਮਹਿਸੂਸ ਕੀਤਾ ਕਿ ਉਹ ਉੱਚ ਅਧਿਕਾਰੀ ਵਜੋਂ ਆਪਣੀ ਵੱਡੀ ਜ਼ਿੰਮੇਵਾਰੀ ਵਾਲੀ ਤੇ ਰੁਝੇਵਿਆਂ ਭਰੀ ਨੌਕਰੀ ਹੋਣ ਦੇ ਬਾਵਜੂਦ ਮੇਰੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਲੱਗ ਪਿਆ ਸੀ। ਮੈਨੂੰ ਉਹਦੀ ਸੰਗਤ ਵੇਲੇ ਤਾਂ ਪੂਰਾ ਹੌਸਲਾ ਰਹਿੰਦਾ, ਪਰ ਬਾਅਦ 'ਚ ਮੈਂ ਫਿਰ ਨਕਾਰਾਤਮਕ ਸੋਚਾਂ 'ਚ ਬੁਰੀ ਤਰ੍ਹਾਂ ਘਿਰ ਜਾਂਦਾ ਸੀ। ਮੈਂ ਆਤਮ ਹੱਤਿਆ ਕਰਨ ਵਾਲਾ ਆਪਣਾ ਇਹ ਫੈਸਲਾ ਇਸ ਕਰਕੇ ਵੀ ਅੱਗੇ ਪਾਈ ਜਾ ਰਿਹਾ ਸੀ ਕਿ ਮੇਰੀ ਮਾਂ ਦੇ ਜਬਾੜੇ ਦਾ ਆਪਰੇਸ਼ਨ ਹੋਣ ਕਾਰਨ ਉਸ ਤੋਂ ਮੇਰੀ ਲਾਸ਼ ਤੇ ਵੈਣ ਪਾ ਕੇ ਰੋਇਆ ਵੀ ਨਹੀਂ ਜਾਣਾ। ਆਪਰੇਸ਼ਨ ਹੋਣ ਕਾਰਨ ਸੁੱਜਿਆ ਹੋਇਆ ਉਹਦਾ ਚਿਹਰਾ ਤੇ ਪਿਛਲੇ ਕਈ ਦਿਨਾਂ ਤੋਂ ਅੰਨ ਦਾ ਇੱਕ ਵੀ ਦਾਣਾ ਅੰਦਰ ਨਾ ਲੰਘਾ ਸਕਣ ਕਾਰਨ ਮਾਂ ਬਹੁਤ ਕਮਜ਼ੋਰ ਹੋਈ ਪਈ ਸੀ। ਉਹਦੀ ਅਜਿਹੀ ਸਰੀਰਕ ਹਾਲਤ ਵਿੱਚ ਮੈਂ ਉਹਨੂੰ ਇਕੱਲਿਆਂ ਰੋਣ ਪਿੱਟਣ ਤੇ 3 ਜੀਆਂ ਦੀ ਮੌਤ ਦਾ ਸਦਮਾ ਦੇਣ ਲਈ ਤਿਆਰ ਨਹੀਂ ਸੀ। ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ ਕਿ ਉਹ ਇਸ ਟੁੱਟਣ ਵਾਲੇ ਕਹਿਰ ਕਾਰਨ ਨਾ ਰੋਵੇ, ਕਿਉਂਕਿ 1.5 ਸਾਲ ਪਹਿਲਾਂ ਮੈਂ ਆਪਣੇ ਕੁਝ ਦਿਨਾਂ ਦੇ ਪੁੱਤਰ ਦਾ ਵਿਛੋੜਾ ਝੱਲ ਕੇ ਅਰਧ ਪਾਗਲਾਂ ਵਾਲੀ ਹਾਲਤ ਵਿੱਚ ਪੁੱਜ ਗਿਆ ਸਾਂ ਤੇ 3 ਜੀਆਂ ਦੇ ਤੁਰ ਜਾਣ ਕਾਰਨ ਮੈਨੂੰ ਉਹਦੀ ਭਵਿੱਖ 'ਚ ਹੋਣ ਵਾਲੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਸੀ। ਮੈਨੂੰ ਇੱਕ ਹੋਰ ਫਿਕਰ ਵੀ ਸਤਾ ਰਿਹਾ ਸੀ। ਸਾਰੇ ਪਰਿਵਾਰਕ ਜੀਅ ਤਾਂ ਦਿਨ ਭਰ ਬਾਹਰ ਆਪਣੇ ਕੰਮੀ ਧੰਦੇ ਰੁੱਝੇ ਰਹਿੰਦੇ ਆ, ਇਸ ਲਈ ਪੁਲਿਸ ਵਾਲੇ ਮੇਰੇ ਤੋਂ ਬਦਲਾ ਲੈਣ ਜਾਂ ਦਬਾਅ ਪਾਉਣ ਲਈ ਕਿਸੇ ਵੀ ਮੈਂਬਰ ਨਾਲ ਕੁਝ ਵੀ ਕਰਵਾ ਸਕਦੇ ਆ। ਇਹਦੇ ਹੱਲ ਲਈ ਮੈਂ ਜਦ ਵੀ ਕਿਸੇ ਪੁਲਿਸ ਅਧਿਕਾਰੀ ਨੂੰ ਕੋਈ ਸ਼ਿਕਾਇਤ ਲਿਖਦਾ ਤਾਂ ਅੰਤ 'ਚ ਇਹ ਸਤਰ ਜ਼ਰੂਰ ਪਾਉਣ ਲੱਗ ਪਿਆ ਸਾਂ, ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਮੁਕੰਮਲ ਖਤਰਾ ਬਣਿਆ ਹੋਇਆ ਤੇ ਕੁਝ ਪੁਲਿਸ ਮੁਲਾਜ਼ਮਾਂ ਦੀ ਇਸ ਕੇਸ 'ਚ ਸ਼ਮੂਲੀਅਤ ਹੋਣ ਕਾਰਨ ਗੁੰਡਾ ਅਨਸਰ ਇੰਨੇ ਜ਼ਿਆਦਾ ਹੌਸਲੇ 'ਚ ਹਨ ਕਿ ਉਹ ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਭ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਪੁਲਿਸ ਵਿਭਾਗ ਦੀ ਹੀ ਹੋਏਗੀ। ਬਾਰ-ਬਾਰ ਲਿਖੀ ਜਾਂਦੀ ਇਸ ਸਤਰ ਦਾ ਅਸਰ ਇਹ ਹੋਇਆ ਕਿ ਸਾਡੇ ਉਸ ਘਰ ਅੱਗੇ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਤੇ ਮੋਟਰਸਾਈਕਲ ਆਦਿ ਲੰਘਣੇ ਘਟੇ ਹੀ ਨਹੀਂ, ਸਗੋਂ ਬੰਦ ਹੀ ਹੋ ਗਏ। ਸਾਨੂੰ ਮਹਿਸੂਸ ਵੀ ਹੋਇਆ ਕਿ ਹੁਣ ਅਸੀਂ ਕੁਝ ਸੁਰੱਖਿਅਤ ਹੋ ਗਏ ਹਾਂ ਤੇ ਜੇ ਸਾਡੇ ਕਿਸੇ ਵੀ ਮੈਂਬਰ ਤੇ ਕੋਈ ਹਮਲਾ ਹੁੰਦਾ ਹੈ ਤਾਂ ਇਹਦੀ ਜ਼ਿੰਮੇਵਾਰੀ ਪੁਲਿਸ ਵਿਭਾਗ ਦੀ ਬਣ ਜਾਏਗੀ। ਹੁਣ ਅਸੀਂ ਆਪਣੇ ਉਸ ਘਰ 'ਚ ਬੇਝਿਜਕ ਗੇੜਾ ਮਾਰਨ ਦੇ ਯੋਗ ਹੋ ਗਏ ਸੀ, ਨਹੀਂ ਤਾਂ ਝਗੜੇ ਤੋਂ ਬਾਅਦ ਜਦ ਵੀ ਉਸ ਘਰ 'ਚ ਕੋਈ ਜਾਂਦਾ ਸੀ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਭੱਜਦਿਆਂ ਨੂੰ ਤਾਂ ਵਾਹਨ ਇੱਕੋ ਜਿਹੇ ਹੁੰਦੇ ਆ। ਪੁਲਿਸ ਨਾਲ ਵੈਰ ਪਾ ਕੇ ਕੋਈ ਬਚਿਆ ਅੱਜ ਤੱਕ? ਜੇ ਇੱਥੇ ਆਉਂਦੇ ਆ ਤਾਂ ਲੱਤਾਂ ਭੰਨੋ ਇਹਨਾਂ ਦੀਆਂ, ਚਾਰ ਮਾਰੋ ਤੇ ਭਜਾ ਦਿਓ ਆਦਿ ਗੱਲਾਂ ਸਾਡੇ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਨੂੰ ਉਸ ਵੇਲੇ ਸੁਣਨ ਨੂੰ ਮਿਲੀਆਂ ਸੀ ਜਦੋਂ ਵੀ ਉਹ ਝਗੜੇ ਤੋਂ ਬਾਅਦ ਉਸ ਘਰ 'ਚ ਗਏ ਸੀ। ਸ਼ਾਇਦ ਇਹ ਗੱਲਾਂ ਉਹਨਾਂ ਦੀ ਆਮ ਗੱਲਬਾਤ ਦੀਆਂ ਹੋਣ, ਪਰ ਉਸ ਦਿਨ ਤੋਂ ਬਾਅਦ ਅੱਜ ਤੱਕ ਇਹ ਚੱਲਣ ਕਾਇਮ ਕਿਉਂ ਨਹੀਂ ਰਿਹਾ, ਮੇਰੇ ਤੇ ਸਦਾ ਇਹ ਸੋਚ ਭਾਰੂ ਰਹਿੰਦੀ ਸੀ। ਭਾਗ 8। ਇੱਕ ਦਿਨ ਮੈਂ ਨਗਰ ਨਿਗਮ ਦੇ ਦਫ਼ਤਰ ਗਿਆ ਤਾਂ ਕਿ ਆਪਣੀ ਪਾਈ ਹੋਈ ਸ਼ਿਕਾਇਤ ਬਾਰੇ ਕੁਝ ਪਤਾ ਕਰ ਸਕਾਂ। ਉੱਥੋਂ ਦੇ ਹਾਲਾਤ ਵੇਖ ਕੇ ਮੇਰੇ ਹੱਥਾਂ ਦੇ ਤੋਤੇ ਹੀ ਉੱਡ ਗਏ। ਸਾਰੇ ਜਣੇ ਈਓ ਦੀ ਬਦਲੀ ਦੀਆਂ ਗੱਲਾਂ ਕਰੀ ਜਾ ਰਹੇ ਸੀ। ਮੇਰੇ ਲਈ ਇਹ ਸਿਰ ਤੇ ਮੁਸੀਬਤ ਵਾਲਾ ਪਹਾੜ ਟੁੱਟਣ ਵਾਲੀ ਗੱਲ ਸੀ। ਭਰੇ ਜੇ ਮਨ ਨਾਲ ਮੈਂ ਈਓ ਦੇ ਦਫ਼ਤਰ 'ਚ ਵੜ ਗਿਆ। ਉਹਨੇ ਮੈਨੂੰ ਤੁਰੰਤ ਪਹਿਚਾਣ ਲਿਆ। ਝੱਟ ਦੇਣੇ ਬੋਲਿਆ, ਕਾਕਾ ਮੇਰੀ ਬਦਲੀ ਹੋ ਗਈ ਹੈ, ਮੈਂ ਇਹਨੂੰ ਰੁਕਵਾਉਣ ਦੇ ਚੱਕਰ 'ਚ, ਜੇ ਰੁਕ ਗਈ ਤਾਂ ਸਮਝ ਲੈ ਉਹ ਮਕਾਨ ਤਾਂ ਢਿਆ ਹੀ ਪਿਆ, ਫਿਰ ਤੈਨੂੰ ਗੇੜਾ ਮਾਰਨ ਦੀ ਵੀ ਲੋੜ ਨਹੀਂ ਪੈਣੀ।
ਮੈਂ ਉਸ ਨਾਲ ਉਹਦੀ ਰਾਜਨੀਤਿਕ ਆਧਾਰ ਕਾਰਨ ਹੋਈ ਇਸ ਬਦਲੀ ਬਾਬਤ ਇੱਕ ਦੋ ਹਮਦਰਦੀ ਦੀਆਂ ਗੱਲਾਂ ਕੀਤੀਆਂ, ਭਾਵੇਂ ਕਿ ਉਸ ਵਕਤ ਮੈਨੂੰ ਸਭ ਤੋਂ ਵੱਧ ਤੇ ਉਹ ਵੀ ਉਹਦੀ ਹਮਦਰਦੀ ਤੇ ਸਹਾਇਤਾ ਦੀ ਲੋੜ ਸੀ। ਇੰਨਾ ਨਿਰਾਸ਼ ਮੈਂ ਕਦੇ ਪੁਲਿਸ ਦੇ ਵੱਖ-ਵੱਖ ਦਫ਼ਤਰਾਂ ਤੇ ਥਾਣਿਆਂ 'ਚ ਕਈ ਚੱਕਰ ਲਾ ਕੇ ਵੀ ਨਹੀਂ ਸੀ ਹੋਇਆ, ਜਿੰਨਾ ਮੈਂ ਨਗਰ ਨਿਗਮ 'ਚ ਈਓ ਦੇ ਬਦਲ ਜਾਣ ਕਾਰਨ ਹੋ ਕੇ ਆਇਆ ਸੀ। ਇਸ ਸਾਰੇ ਗੰਦੇ ਢਾਂਚੇ 'ਚ ਉਹੀ ਤਾਂ ਇੱਕੋ ਇੱਕ ਚੰਗਾ ਬੰਦਾ ਸੀ ਜਿਹਨੇ ਮੇਰੀ ਸਾਰੀ ਅਸਲੀਅਤ ਤੇ ਪੁਲਿਸ ਵਾਲਿਆਂ ਦੀਆਂ ਚਲਾਕੀਆਂ ਨੂੰ ਧੁਰ ਅੰਦਰ ਤੋਂ ਸਮਝਿਆ ਤੇ ਮੈਨੂੰ ਆਗਾਹ ਕੀਤਾ ਸੀ। ਇਹੀ ਤਾਂ ਉਹ ਬੰਦਾ ਸੀ ਜਿਹਨੇ ਡਟ ਕੇ ਸੱਚ ਦੇ ਹੱਕ 'ਚ ਖੜਨ ਦੀ ਹਿੰਮਤ ਕੀਤੀ ਸੀ। ਮੇਰੇ ਇਸ ਹਮਦਰਦ ਦੀ ਬਦਲੀ ਹੋ ਜਾਣਾ ਮੈਨੂੰ ਆਪਣੀ ਇੱਕ ਵੱਡੀ ਹਾਰ ਲੱਗ ਰਹੀ ਸੀ। ਹੁਣ ਤਾਂ ਮੈਂ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਸੀ ਕਿ ਮੈਨੂੰ ਇੱਥੋਂ ਤੱਕ ਵੀ ਯਾਦ ਨਹੀਂ ਸੀ ਰਹਿੰਦਾ ਕਿ ਅੱਜ ਲੰਘ ਰਿਹਾ ਦਿਨ ਕਿਹੜਾ ਵਾਰ ਹੈ। ਮੈਨੂੰ ਆਪਣੇ ਪਰਿਵਾਰਕ ਜੀਆਂ ਦੇ ਨਾਲ-ਨਾਲ ਉਹਨਾਂ ਸਭ ਜਥੇਬੰਦੀਆਂ ਦਾ ਸਹਾਰਾ ਸੀ ਜਿਨ੍ਹਾਂ ਦੇ ਆਗੂਆਂ ਨੇ ਆਖ ਦਿੱਤਾ ਸੀ, ਤੂੰ ਫਿਕਰ ਨਾ ਕਰ, ਇਹ ਲੜਾਈ ਹੁਣ ਸਾਡੀ ਹੈ, ਜਿੱਤ ਵੀ ਸਾਡੀ, ਹਾਰ ਵੀ ਸਾਡੀ। ਇਹਨਾਂ ਗੱਲਾਂ ਨਾਲ ਮੇਰਾ ਧਰਵਾਸ ਤਾਂ ਵੱਧ ਜਾਂਦਾ ਸੀ, ਪਰ ਮੈਨੂੰ ਆਪਣੇ ਕਮਜ਼ੋਰ ਪੈਂਦੇ ਜਾ ਰਹੇ ਕਦਮਾਂ ਕਰਕੇ ਇਹਨਾਂ ਸੰਘਰਸ਼ਸ਼ੀਲ ਲੋਕਾਂ ਨਾਲ ਬਿਖੜੇ ਪੈਂਡਿਆਂ ਉੱਤੇ ਤੁਰਨਾ ਬੜਾ ਹੀ ਔਖਾ ਲੱਗ ਰਿਹਾ ਸੀ। ਲਿਖਣ ਪੜ੍ਹਨ ਦਾ ਕੰਮ, ਜਿਹੜਾ ਕਿ ਮੇਰੇ ਜੀਵਨ ਦਾ ਅਹਿਮ ਹਿੱਸਾ ਰਿਹਾ ਸੀ, ਉਹ ਬਿਲਕੁਲ ਹੀ ਛੁੱਟ ਚੁੱਕਾ ਸੀ। ਘਰ 'ਚ 3 ਅਖਬਾਰ ਆਉਂਦੇ ਸੀ, ਉਹ ਵੀ ਬਿਨਾਂ ਪੜ੍ਹੇ ਤੋਂ ਹੀ ਰਹਿ ਜਾਂਦੇ ਸੀ। ਛੁੱਟੀਆਂ 'ਚ ਪੜ੍ਹਨ ਲਈ ਲਿਆਂਦੀਆਂ ਕਿਤਾਬਾਂ ਉੱਤੇ ਵੀ ਇੰਨੀ ਧੂੜ ਜੰਮ ਚੁੱਕੀ ਸੀ ਕਿ ਉਹਨਾਂ ਨੂੰ ਛੇੜਨ ਨੂੰ ਮਨ ਨਹੀਂ ਕਰ ਰਿਹਾ ਸੀ। ਟੀਵੀ ਤਾਂ ਦੂਰ ਦੀ ਗੱਲ, ਕਿਸੇ ਵੀ ਪਰਿਵਾਰਕ ਜੀ ਨੇ ਰੇਡੀਓ ਵੱਲ ਵੀ ਮੂੰਹ ਤੱਕ ਨਹੀਂ ਸੀ ਕੀਤਾ। ਸ਼ੁਕਰ ਇਸ ਗੱਲ ਦਾ ਸੀ ਕਿ ਮਹੀਨਾ ਗਰਮੀ ਦਾ ਚੱਲ ਰਿਹਾ ਸੀ ਤੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਨਹੀਂ ਆਇਆ ਸੀ। ਪਰ ਜੇ ਇਹ ਮਹੀਨਾ ਸਰਦੀ ਦਾ ਹੁੰਦਾ ਤੇ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿਣਾ ਸੀ ਤੇ ਸਾਡਾ ਜਲੂਸ ਨਿਕਲ ਜਾਣਾ ਸੀ। ਸਭ ਨੇ ਮੂੰਹ ਜੋੜ ਕੇ ਗੱਲਾਂ ਕਰਨੀਆਂ ਸੀ। ਹਰ ਕਿਸੇ ਨੇ ਉਸ ਖੁਸ਼ੀ ਦੇ ਮੌਕੇ ਸਾਡਾ ਉਦਾਸਿਆ ਜਿਹਾ ਮੂੰਹ ਬਣਾ ਕੇ ਰੱਖਣ ਦਾ ਕਾਰਨ ਪੁੱਛਣਾ ਸੀ ਤੇ ਬਾਅਦ 'ਚ ਮਖੌਲ ਵੀ ਉਡਾਉਣਾ ਸੀ। ਉਹਨਾਂ ਨੇ ਮਜ਼ਾਕ ਤਾਂ ਉਡਾਉਣਾ ਹੀ ਸੀ, ਕਿਉਂਕਿ ਇਸ ਔਖੇ ਵੇਲੇ 'ਚ ਅਸੀਂ ਆਪਣੇ ਇੱਕ ਸਭ ਤੋਂ ਤਕੜੇ ਰਿਸ਼ਤੇਦਾਰ ਦਾ ਸਹਾਰਾ ਤੱਕਿਆ ਸੀ ਕਿ ਉਹ ਸਾਡੀ ਮਦਦ ਕਰ ਦੇਗਾ। 2 ਕੁ ਵਾਰ ਉਸ ਕੋਲ ਗਏ ਸੀ ਤਾਂ ਉਹਨੇ ਆਪਣੇ ਵੱਲੋਂ ਪੂਰੀ ਵਾਹ ਲਾ ਦੇਣ ਦੀ ਹਾਮੀ ਭਰੀ ਸੀ। ਤੀਜੀ ਵਾਰ ਗਏ ਤਾਂ ਉਹਨੇ ਆਪਣੀ ਲੜਕੀ ਦੇ ਵਿਆਹ ਦੀ ਮੂਵੀ ਵਿਖਾ ਕੇ ਤੇ ਉੱਥੇ ਆਏ ਵੱਡੇ ਬੰਦਿਆਂ ਦੀ ਵਾਹ ਕਰਕੇ ਸਾਨੂੰ ਟਰਕਾ ਦਿੱਤਾ। ਅਸੀਂ ਦੋਵੇਂ ਭਰਾ ਵਿਆਹ ਦੀ ਮੂਵੀ ਵੇਖੀ ਤਾਂ ਜਾ ਰਹੇ ਸੀ, ਪਰ ਸਾਡੇ ਦਿਮਾਗ ਦੇ ਅੰਦਰ ਤਾਂ ਹੋਰ ਹੀ ਫਿਲਮ ਚੱਲੀ ਜਾ ਰਹੀ ਸੀ। ਸਾਡੇ ਮਨਾਂ ਵਿਚਲੀ ਚੱਲ ਰਹੀ ਇਸ ਫਿਲਮ ਬਾਰੇ ਉਹਨੂੰ ਵੀ ਪਤਾ ਸੀ, ਪਰ ਜਾਣਬੁੱਝ ਕੇ ਅਣਜਾਣ ਜਿਹਾ ਬਣਿਆ ਬੈਠਾ ਰਿਹਾ। ਇੱਕ ਦਿਨ ਫਿਰ ਜਦ ਅਸੀਂ ਉਸ ਕੋਲ ਮਦਦ ਦੀ ਉਮੀਦ ਰੱਖ ਕੇ ਗਏ ਤਾਂ ਉਹਨੇ ਅੱਗੋਂ ਇੱਕ ਹੋਰ ਹੀ ਸਵਾਲ ਪਾਤਾ, ਭਾਣਜਾ ਕੋਈ ਵੱਡਾ ਸੌਦਾ ਕਰ ਬੈਠਾ, ਮੈਨੂੰ 7 ਲੱਖ ਰੁਪਈਆ ਚਾਹੀਦਾ ਹੈ, 2 ਮਹੀਨਿਆਂ ਲਈ, ਵਿਆਜ ਪੂਰਾ ਦੇਵਾਂਗਾ। ਮਾਮਾ ਜੀ, ਜੇ ਇੰਨੇ ਪੈਸੇ ਮੇਰੇ ਕੋਲ ਹੁੰਦੇ ਤਾਂ ਉਹ ਪੁਲਸੀਏ ਉਂਝ ਮਾਰ ਦੇਣੇ ਸੀ ਤੇ ਇਦੋਂ ਥੋੜੇ ਖਰਚ ਕੇ ਬਰੀ ਵੀ ਹੋ ਜਾਣਾ ਸੀ। ਪੈਸੇ ਹੁੰਦੇ ਤਾਂ ਇਹ ਸਮੱਸਿਆ ਆਉਣੀ ਨਹੀਂ ਸੀ। ਮੈਂ ਆਪਣੀ ਮਜਬੂਰੀ ਦੱਸੀ। ਸਾਡੇ ਜੀਜੇ ਕੋਲ ਤਾਂ ਬੜੇ ਨੇ, ਅਜੇ ਪਿਛਲੇ ਸਾਲ ਹੀ ਤਾਂ ਰਿਟਾਇਰ ਹੋਇਆ, ਉਹ ਤੋਂ ਲੈ ਕੇ ਦੇ ਦਿਓ, 2 ਮਹੀਨੇ ਦੀ ਤਾਂ ਗੱਲ ਹੈ ਸਾਰੀ। ਉਹ ਭੁੱਖ ਵਿਖਾਉਂਦਾ ਬੋਲਿਆ। ਤੁਸੀਂ ਆਪ ਹੀ ਗੱਲ ਕਰ ਲਓ ਜੀਜਾ ਸਾਲਾ, ਸਾਨੂੰ ਵਿੱਚ ਕਾਹਨੂੰ ਲਿਆਉਂਦੇ ਹੋ ਮਾਮਾ ਜੀ? ਤੁਸੀਂ ਆਪਣੇ ਭਾਂਜਿਆਂ ਦੀ ਮਦਦ ਦੱਸੋ, ਕੀ ਕਰ ਸਕਦੇ ਹੋ? ਯਾਦਵਿੰਦਰ ਨੇ ਉਹਨੂੰ ਟੋਕਦਿਆਂ ਆਖਿਆ। ਇੱਕ ਗਰੀਬ ਬੰਦਾ ਕੀ ਮਦਦ ਕਰ ਸਕਦਾ ਜਦ ਉਹਦੇ ਭਾਣਜੇ ਆਪਣੇ ਨਾ ਹੋਏ? ਜੀਜੇ ਨੇ ਸਾਡਾ ਕੀ ਹੋਣਾ, ਜਿਹੜਾ ਸਾਡੀ ਭੈਣ ਵੀ ਲੈ ਕੇ ਮੁੱਕਰ ਗਿਆ? ਉਹਨੇ ਹੋਰਾ ਜਿਹਾ ਮਾਰ ਕੇ ਖਚਰੀ ਜੀ ਹਾਸੀ ਹੱਸਦਾ ਹੋਇਆ ਆਖਣ ਲੱਗਾ, ਮਾਮਾ ਜੀ ਉਹ ਜਗ੍ਹਾ ਸਾਡੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੀ ਹੋਈ ਜਗ੍ਹਾ ਹੈ, ਤੁਹਾਡੇ ਵਾਂਗੂ ਟੈਕਸ ਚੋਰੀ ਕਰਕੇ ਬਣਾਈ ਹੋਈ ਜਗ੍ਹਾ ਨਹੀਂ ਹੈਗੀ। ਅੱਜ ਸਾਡੇ ਔਖੇ ਵੇਲੇ 'ਚ ਨਹੀਂ ਖੜਨਾ ਨਾ ਖੜੋ, ਪਰ ਸਾਡੀ ਲਾਚਾਰੀ ਦਾ ਮਜ਼ਾਕ ਤਾਂ ਨਾ ਉਡਾਓ ਵੱਡਿਓ ਮੀਰੋ। ਜੇ ਉਹ ਜਗ੍ਹਾ ਸਾਡੇ ਹੱਕ ਹਲਾਲ ਦੀ ਕਮਾਈ ਦੀ ਹੋਈ ਤਾਂ ਮਿਲ ਜਾਏਗੀ, ਨਹੀਂ ਤਾਂ ਨਾ ਸੀ। ਪਰ ਸਾਨੂੰ ਤੁਹਾਡਾ ਪਤਾ ਲੱਗ ਗਿਆ ਮਾਮਾ ਜੀ। ਯਾਦਵਿੰਦਰ ਨੇ ਇੰਨੀ ਉੱਚੀ ਦੇਣੇ ਕਿਹਾ ਕਿ ਮਾਮੇ ਦੀ ਫੈਕਟਰੀ 'ਚ ਕੰਮ ਕਰ ਰਹੇ ਸਾਰੇ ਕਰਿੰਦੇ ਆਪਣਾ ਕੰਮ ਛੱਡ ਕੇ ਸਾਡੇ ਵੱਲ ਵੇਖਣ ਲੱਗ ਪਏ। ਮੇਰੇ ਉਸ ਦੂਰ ਦੇ ਮਾਮੇ ਦੀ ਅਸਲੀਅਤ ਉਸ ਦਿਨ ਸਮਝ ਆ ਗਈ ਸੀ, ਜਿਹੜਾ ਕਿ ਆਪਣੀ ਪਹੁੰਚ ਦੀਆਂ ਬੜੀਆਂ ਪਾਡੀਆਂ ਮਾਰਦਾ ਹੁੰਦਾ ਸੀ ਤੇ ਸਾਡੇ ਤੇ ਵਕਤ ਪੈਣ ਵੇਲੇ ਸਾਡੀ ਮਦਦ ਕਰਨ ਦੀ ਥਾਂ ਉਲਟਾ ਸਾਡੇ ਕੋਲੋਂ ਹੀ ਆਰਥਿਕ ਮਦਦ ਮੰਗਣ ਲੱਗ ਪਿਆ ਸੀ। ਸਾਨੂੰ ਪੱਕੀ ਤਰ੍ਹਾਂ ਪਤਾ ਸੀ ਕਿ ਉਹਨੇ ਰਕਮ, ਜਿਹੜੀ ਕਿ ਸਾਡੇ ਕੋਲ ਹੈ ਹੀ ਨਹੀਂ, ਮੋੜਨ ਵੇਲੇ ਆਖ ਦੇਣਾ ਸੀ, ਤੁਹਾਡੇ ਇਸ ਕੰਮ 'ਚ ਇੰਨੇ ਰੁਪਈਏ ਲੱਗ ਗਏ ਤੇ ਬਾਕੀ ਆ ਫੜੋ। ਸ਼ਾਇਦ ਉਹਨੂੰ ਵੀ ਪਤਾ ਸੀ ਕਿ ਪੈਸੇ ਮੰਗਣ ਨਾਲੇ ਮੇਰੇ ਕੋਲ ਦੁਬਾਰਾ ਨਹੀਂ ਆਉਣਗੇ। ਅਸੀਂ ਵੀ ਉਹਦੀ ਸਾਰੀ ਗੱਲ ਸਮਝ ਚੁੱਕੇ ਸੀ ਤੇ ਇਸ ਰਿਸ਼ਤੇ ਨੂੰ ਪੱਕੀ ਤਰ੍ਹਾਂ ਤੋੜ ਦੇਣ ਤੇ ਭਵਿੱਖ 'ਚ ਉਹਦੀ ਸ਼ਕਲ ਤੱਕ ਵੀ ਨਾ ਵੇਖਣ ਦੀ ਸਹੁੰ ਖਾ ਕੇ ਮੁੜ ਆਏ। ਇੱਕ ਹੋਰ ਸਵਾਲ ਵੀ ਮਨ 'ਚ ਆ ਰਿਹਾ ਸੀ ਕਿ ਜਦ ਪੁਲਿਸ ਵਾਲੇ ਇੰਨੀਆਂ ਜਥੇਬੰਦੀਆਂ ਦੀ ਗੱਲ ਨਹੀਂ ਮੰਨ ਰਹੇ ਤਾਂ ਉਹਨਾਂ ਦੇ ਸਾਹਮਣੇ ਸਿਆਸੀ ਆਗੂਆਂ ਦਾ ਚਮਚਾ ਕਿਹਦਾ ਪਾਣੀ ਹਾਰ ਹੈ। ਖੈਰ, ਮੁਸੀਬਤ ਪਈ ਤਾਂ ਇਸ ਵੱਡੇ ਅਮੀਰ ਤੇ ਕਾਰੋਬਾਰੀ ਰਿਸ਼ਤੇਦਾਰ ਦੇ ਹੀਜ ਪਿਆਜ ਦਾ ਪਤਾ ਲੱਗ ਗਿਆ ਸੀ, ਨਹੀਂ ਤਾਂ ਇਹਨੇ ਐਵੇਂ ਫੜਾਈ ਮਾਰੀ ਜਾਣੀਆਂ ਸੀ ਕਿ ਮੇਰੇ ਕੋਲ ਆ ਜਾਂਦੇ ਤਾਂ ਮੈਂ ਚੁਟਕੀ 'ਚ ਤੁਹਾਡਾ ਕੰਮ ਕਰਵਾ ਦੇਣਾ ਸੀ। ਉਹਦੇ ਘਰੋਂ ਬਾਹਰ ਆ ਕੇ ਯਾਦਵਿੰਦਰ ਮੈਨੂੰ ਸਮਝਾਉਣ ਲੱਗ ਪਿਆ, ਭਾਵੇਂ ਮੈਂ ਤੇਰੇ ਤੋਂ 4 ਸਾਲ ਹੀ ਵੱਡਾ, ਪਰ ਇਹੋ ਜਿਹੇ ਮਾਮਿਆਂ ਦੀ ਅਸਲੀਅਤ ਮੈਂ ਤੇਰੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦਾ।
ਐਵੇਂ ਗੇੜੇ ਮਾਰ ਕੇ ਆਪਾਂ ਬੇਵਕੂਫ ਨਾ ਬਣੀਏ ਤੇ ਕੋਈ ਹੋਰ ਹੱਲ ਸੋਚੀਏ। ਨਾਲੇ ਜਿਹੜਾ ਬੰਦਾ ਚੁਟਕੀ ਮਾਰ ਕੇ ਹਰ ਸਮੱਸਿਆ ਦਾ ਹੱਲ ਕਰਵਾਉਣ ਦਾ ਦਾਅਵਾ ਕਰਦਾ ਹੋਵੇ ਉਹ ਜ਼ਿਆਦਾ ਪਾਏਦਾਰ ਨਹੀਂ ਹੁੰਦਾ, ਠੁੱਸ ਪਟਾਕਾ ਹੀ ਹੁੰਦਾ ਹੈ। ਇੱਕ ਰਿਸ਼ਤੇਦਾਰ ਦੇ ਨਾਲ ਮੇਰੇ 2 ਦੋਸਤ ਵੀ ਵਿੱਚੋਂ ਛੱਡ ਕੇ ਭੱਜ ਤੁਰੇ ਸੀ। ਇੱਕ ਤਾਂ ਸਾਡੇ ਸ਼ਹਿਰ 'ਚ ਆਉਣ ਤੋਂ ਬਾਅਦ ਮੇਰਾ ਨਵਾਂ ਬਣਿਆ ਸਾਥੀ ਸੀ ਤੇ ਦੂਜਾ ਸਾਡੇ ਵਾਂਗ ਹੀ ਪਿੰਡ ਛੱਡ ਕੇ ਸ਼ਹਿਰ ਵਸਿਆ ਇੱਕ ਸੇਵਾ ਮੁਕਤ ਫਾਰਮਾਸਿਸਟ ਸੀ। ਜਦ ਅਸੀਂ ਬਾਰ-ਬਾਰ ਇਸ ਮਸਲੇ ਦੇ ਹੱਲ ਲਈ ਵੱਖ-ਵੱਖ ਅਧਿਕਾਰੀਆਂ ਨੂੰ ਮਿਲਦੇ ਸੀ ਤੇ ਦੋਵੇਂ ਨਾਲ ਹੁੰਦੇ ਸੀ, ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਸੀ ਨਿਕਲ ਰਿਹਾ ਤਾਂ ਇਹਨਾਂ ਦੋਵਾਂ ਨੇ ਵਿੱਚ ਪੈ ਕੇ ਦੂਜੀ ਧਿਰ ਨਾਲ ਸਮਝੌਤੇ ਦੀ ਗੱਲ ਚਲਾਈ ਸੀ। ਅਸੀਂ ਤਾਂ ਕੀ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਰਾਜ਼ੀਨਾਮਾ ਜਾਂ ਸਮਝੌਤਾ ਕੋਈ ਬੁਰੀ ਗੱਲ ਨਹੀਂ ਸੀ, ਨਾ ਹੀ ਹੁੰਦੀ ਹੈ। ਇਹਨਾਂ ਦੋਵਾਂ ਨੇ ਮਲਕੀਤ ਤੇ ਜਪਨਾਮ ਨਾਲ ਗੱਲ ਤੋਰ ਲਈ ਸੀ ਤੇ ਉਹ ਥਾਂ ਦਾ ਅੱਧ ਕਰਨ ਲਈ ਆਖ ਰਹੇ ਸੀ। ਇਸ ਸਮਝੌਤੇ ਮੁਤਾਬਕ ਅਸੀਂ ਅੱਧੀ ਜਗ੍ਹਾ ਵੜ ਲੈਣੀ ਸੀ, ਅੱਧੀ ਗਲੀ 'ਚ ਛੱਡ ਦੇਣੀ ਸੀ। ਕੁਝ ਦਿਨਾਂ ਬਾਅਦ ਹੋਈ ਇੱਕ ਬੈਠਕ 'ਚ ਉਹਨਾਂ ਦੇ ਸੁਝਾਅ ਤੇ ਗੌਰ ਵੀ ਕੀਤਾ ਗਿਆ। ਸਭ ਦੀ ਰਾਏ ਸੀ ਕਿ ਇਹ ਤੋਂ ਵਧੀਆ ਸਮਝੌਤਾ ਤਾਂ DSP ਕਰਵਾਉਂਦਾ ਸੀ, ਜਿਹੜਾ ਛੱਡ ਦਿੱਤੇ ਜਾਣ ਵਾਲੇ ਅੱਧ ਦੇ ਪੈਸੇ ਦਿਵਾਉਣ ਲਈ ਤਾਂ ਆਖ ਰਿਹਾ ਸੀ। ਪਰ ਇਹ ਕਿਹੋ ਜਿਹਾ ਸਮਝੌਤਾ ਹੋਇਆ ਕਿ ਸਾਡੀ ਧਿਰ ਸੱਚੀ ਹੁੰਦੀ ਹੋਈ ਵੀ ਆਪਣਾ ਬਣਦਾ ਹੱਕ ਛੱਡ ਦੇਵੇ। ਇਸ ਲਈ ਇਹਨੂੰ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਸੀ। ਫਿਰ ਉਹ ਸਾਨੂੰ ਸਮਝਾਉਣ ਲੱਗ ਪਿਆ, ਕਾਕਾ ਸਿਆਣਾ ਬਣ, ਸਿਆਣੇ ਆਖਦੇ ਨੇ ਸਾਰਾ ਜਾਂਦਾ ਜੇ ਦਿਸੇ ਅੱਧਾ ਦੇਈਏ ਵੰਡ ਵਾਲੀ ਗੱਲ ਵਾਂਗੂ ਹੁਣ ਤਾਂ ਤੈਨੂੰ ਅੱਧ ਮਿਲਦਾ ਹੈ ਤੇ ਜੇ ਪੁਲਿਸ ਵਾਲੇ ਅੜ ਗਏ ਤਾਂ ਤੇਰਾ ਵਲਿਆ ਹੋਇਆ ਵੀ ਢੁਆ ਕੇ ਛੱਡਣਗੇ। ਸਿਆਣਾ ਬਣ, ਜਿੱਦ ਨਾ ਕਰ। ਅੰਕਲ ਜੀ, ਇਹ ਘਰ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਿਆ ਹੋਇਆ। ਇਹਦਾ ਫਿਰ ਚੋਰੀ ਦੇ ਕੱਪੜੇ ਤੇ ਡਾਂਗਾਂ ਦੀ ਗਾਜ ਵਾਲੀ ਹੋ ਗਈ। ਇਹ ਕੋਈ ਸ਼ਾਮਲਾੜ ਥੋੜੀ ਹੈ ਜਿਹੜੀ ਮੈਂ ਧੱਕੇ ਨਾਲ ਵਾਲਣ ਲੱਗਾ ਤੇ ਅੱਧੀ ਛੱਡ ਦੇਵਾਂ। ਮੈਂ ਕਿਉਂ ਛੱਡਾਂ? ਇਹ ਥਾਂ ਨੋਟਾਂ ਦੀ ਢੇਰੀ ਦੇ ਕੇ ਖਰੀਦੀ ਹੈ। ਮੇਰਾ ਵਾਲ ਕਰਜਾਈ ਹੋਇਆ ਪਿਆ। ਮੈਂ ਉਹਦੀ ਪੇਸ਼ਕਸ਼ ਨੂੰ ਕੋਰੀ ਨਾ ਕਰਦੀ। ਆਪਣੀ ਗੱਲ ਨਾ ਮੰਨੀ ਜਾਂਦੀ ਵੇਖ ਕੇ ਇੱਕ ਤਾਂ ਜ਼ਿਆਦਾ ਹੀ ਗਰਮੀ 'ਚ ਆ ਗਿਆ, ਅਵਾ ਤਵਾ ਬੋਲਣ ਲੱਗ ਪਿਆ। ਉਹਨੇ ਆਪਣੇ ਮਨ ਦੀ ਭੜਾਸ ਖੂਬ ਕੱਢੀ। ਸਭ ਨੂੰ ਪਤਾ ਸੀ ਵੀ ਉਹਦੇ ਮਨ ਦੀ ਹਾਲਤ ਕੀ ਹੈ, ਇਸ ਲਈ ਉਹਨੂੰ ਕਿਸੇ ਨੇ ਵੀ ਟੋਕਿਆ ਨਹੀਂ ਸੀ। ਜਦ ਉਹਨੇ ਵੇਖ ਲਿਆ ਸਾਰੇ ਜਣੇ ਉਹਦਾ ਸੁਝਾਅ ਮੰਨਣ ਲਈ ਤਿਆਰ ਨਹੀਂ ਹੈ ਤਾਂ ਗੁੱਸੇ ਨਾਲ ਦੂਜੇ ਸਾਥੀ ਨੂੰ ਆਪਣੇ ਨਾਲ ਲੈ ਕੇ ਵਿੱਚੋਂ ਹੀ ਚਲਾ ਗਿਆ। ਉਹਦੀ ਭਾਸ਼ਾ ਹੀ ਅਜਿਹੀ ਸੀ ਕਿ ਉਹ ਸਾਡੇ ਤੋਂ ਇੰਨਾ ਦੂਰ ਹੁੰਦਾ ਗਿਆ ਕਿ ਕਿਸੇ ਨੇ ਉਹਨੂੰ ਵਾਪਸ ਆਉਣ ਦਾ ਸੱਦਾ ਜਾਂ ਮਨਾਉਣ ਦਾ ਯਤਨ ਨਹੀਂ ਸੀ ਕੀਤਾ। ਸਭ ਇਹੀ ਚਾਹੁੰਦੇ ਸੀ ਕਿ ਇਸ ਸਰਕਾਰੀ ਹਿਮਾਇਤ ਪ੍ਰਾਪਤ ਧੱਕੇਸ਼ਾਹੀ ਵਿਰੁੱਧ ਡਟ ਕੇ ਲੜਿਆ ਜਾਵੇ, ਪਰ ਉਹ ਆਪਣੀਆਂ ਬੇਥਵੀਆਂ ਮਾਰਦਾ ਰਿਹਾ। ਇਸ ਤੋਂ ਬਾਅਦ ਉਹਨਾਂ ਦੋਵਾਂ ਨੇ ਇਸ ਮਾਮਲੇ ਨਾਲ ਕੋਈ ਵੀ ਲਾਗਾ ਦੇਗਾ ਨਾ ਰੱਖਿਆ। ਮੈਂ ਨਹੀਂ ਚਾਹੁੰਦਾ ਸੀ ਕੋਈ ਬੰਦਾ ਮੇਰਾ ਇਸ ਤਰ੍ਹਾਂ ਸਾਥ ਛੱਡ ਕੇ ਚਲਾ ਜਾਵੇ। ਇੱਕ ਦਿਨ ਜਦ ਫਿਰ ਅਸੀਂ ਇੰਸਪੈਕਟਰ ਨੂੰ ਮਿਲਣਾ ਸੀ ਤਾਂ ਮੈਂ ਉਹਨਾਂ ਦੋਵਾਂ ਨੂੰ ਫੋਨ ਮਿਲਾ ਲਿਆ। ਉਹਨਾਂ ਦੋਵਾਂ ਦੇ ਹੀ ਨਾ ਆਉਣ ਦਾ ਬਹਾਨਾ ਬਣਾਤਾ। ਉਸ ਦਿਨ ਤੋਂ ਬਾਅਦ ਉਹ ਮੈਨੂੰ ਮਿਲਦੇ ਤਾਂ ਰਹੇ, ਪਰ ਸਾਡੇ 'ਚੋਂ ਕਿਸੇ ਨੇ ਵੀ ਇਸ ਮਾਮਲੇ ਦੇ ਸਬੰਧ ਵਿੱਚ ਕੋਈ ਗੱਲ ਨਾ ਛੇੜੀ। ਮੈਂ ਸਮਝ ਗਿਆ ਕਿ ਇਹਨਾਂ ਦੇ ਮਨ 'ਚ ਮੇਰੇ ਪ੍ਰਤੀ ਇਹੀ ਗੱਲ ਘਰ ਚੁੱਕੀ ਹੈ ਵੀ ਲੜੀ ਚੱਲ ਕੱਲਾ ਜਾ, ਅਸੀਂ ਨਹੀਂ ਸਾਥ ਦਿੰਦੇ, ਤੂੰ ਕਿਹੜਾ ਸਾਡੀ ਗੱਲ ਮੰਨੀ ਹੈ। ਉਹਨਾਂ ਦੋਵਾਂ ਦੀ ਗੱਲਬਾਤ ਦੇ ਰੌਂ ਤੋਂ ਮੈਂ ਸਮਝ ਗਿਆ ਸੀ ਕਿ ਵੱਧਦੀ ਉਮਰ ਕਾਰਨ ਉਹਨਾਂ ਦੀ ਨੌਜਵਾਨਾਂ ਨਾਲ ਮੀਜ਼ਾ ਨਹੀਂ ਸੀ ਮਿਲ ਰਹੀ। ਉਹ ਹੋਰ ਤਰ੍ਹਾਂ ਸੋਚਦੇ ਸੀ, ਅਸੀਂ ਹੋਰ ਤਰ੍ਹਾਂ। ਮੈਂ ਉਹਨਾਂ ਦੀ ਸਹਿਯੋਗ ਅਗਵਾਈ ਚਾਹੁੰਦਾ ਸੀ, ਪਰ ਸਾਡੀ ਸੋਚ ਦੇ ਟਕਰਾਅ ਕਾਰਨ ਉਹ ਕਿਸੇ ਵੀ ਵੇਲੇ ਸਾਥ ਛੱਡ ਸਕਦੇ ਸਨ। ਉਂਝ ਮੈਂ ਵੀ ਕੱਚੇ ਪਿੱਲੇ ਸਾਥੀਆਂ ਦੇ ਸਾਥ ਦੀ ਥਾਂ ਠੋਸ ਦਲੀਲਬਾਜ਼ ਤੇ ਜੁਝਾਰੂ ਸੰਗੀਆਂ ਦਾ ਸੰਗ ਚਾਹੁੰਦਾ ਸੀ। ਇਸ ਲਈ ਮੈਂ ਮਨੋ ਮਨੀ ਉਹਨਾਂ ਦਾ ਬੀਤੇ ਵੇਲੇ ਵਿੱਚ ਮੇਰੇ ਨਾਲ ਖੜਨ ਦਾ ਧੰਨਵਾਦ ਕਰਕੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਕੇ ਆਪਣਾ ਖਹਿੜਾ ਛੁਡਵਾ ਲਿਆ ਸੀ। ਮੈਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਮੇਰਾ ਪਹਿਲਾ ਸਾਥੀ ਤਾਂ ਕਿਸੇ ਨਾਲ ਵੀ ਇਸ ਵਿਸ਼ੇ ਬਾਰੇ ਕੋਈ ਗੱਲ ਨਹੀਂ ਸੀ ਕਰਦਾ, ਪਰ ਦੂਜਾ ਮੇਰੇ ਕਈ ਮਿੱਤਰਾਂ ਨੂੰ ਆਖਦਾ ਰਿਹਾ ਸੀ ਕਿ ਐਵੇਂ ਜਿੱਦ ਕਰੀ ਬੈਠੇ ਆ, ਆਪਣਾ ਨੁਕਸਾਨ ਕਰਾਉਣਗੇ। ਇਹ ਜਥੇਬੰਦੀਆਂ ਵਾਲੇ ਸਭ ਭੱਜ ਭੁੱਜ ਜਾਂਦੇ ਹੁੰਦੇ ਆ, ਪੈਂਦੀਆਂ 'ਚ ਅਜਿਹੇ ਮੌਕੇ ਕੋਈ ਨਹੀਂ ਖੜਦਾ ਹੁੰਦਾ, ਇਹ ਭਰਮ ਭੁਲੇਖੇ ਪਾਲੀ ਬੈਠੇ ਆ। ਉਸ ਦੁਆਰਾ ਕੀਤੀਆਂ ਜਾਂਦੀਆਂ ਹੋਰ ਵੀ ਕਈ ਗੱਲਾਂ ਸਨ ਜਿਹੜੀਆਂ ਕਿਵੇਂ ਨਾ ਕਿਵੇਂ ਮੇਰੇ ਤੱਕ ਪੁੱਜ ਜਾਂਦੀਆਂ ਸਨ, ਪਰ ਮੈਂ ਉਹਨਾਂ ਨੂੰ ਇੱਕ ਕੰਨ ਵਿੱਚੋਂ ਦੀ ਪਾ ਕੇ ਦੂਜੇ ਤੋਂ ਵਿੱਚੋਂ ਦੀ ਕੱਢ ਦਿੰਦਾ ਸੀ। ਹੁਣ ਸਭ ਕੱਚੇ ਪਿੱਲੇ ਝੜ ਚੁੱਕੇ ਸੀ ਤੇ ਮੇਰੇ ਨਾਲ ਪੱਕੀ ਧਿਰ ਬਣ ਕੇ ਖੜਨ ਵਾਲੇ ਹੀ ਮੇਰੇ ਪੱਖ 'ਚ ਰਹਿ ਗਏ ਸੀ। ਇਹਨਾਂ ਬੰਦਿਆਂ ਦੀ ਖਾਸੀਅਤ ਇਹ ਸੀ ਕਿ ਇਹਨਾਂ ਨੇ ਸਾਰਾ ਮਸਲਾ ਹੱਲ ਹੋਣ ਤੱਕ ਪਰਛਾਵੇਂ ਵਾਂਗ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਸੀ। ਅੰਗ 9ਵਾਂ। ਇਸ ਮਸਲੇ ਬਾਰੇ ਆਏ ਦਿਨ ਅਖਬਾਰਾਂ 'ਚ ਖਬਰਾਂ ਲੱਗਣ ਕਾਰਨ ਪੂਰੇ ਪੁਲਿਸ ਵਿਭਾਗ 'ਚ ਕਾਫੀ ਹਲਚਲ ਮਚ ਗਈ। ਵੱਡੇ ਸਿਰਾਂ ਨੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਢੰਗ ਤਰੀਕੇ ਸੋਚਣੇ ਸ਼ੁਰੂ ਕਰ ਦਿੱਤੇ ਸਨ। ਹੁਣ ਤੱਕ ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਦੇ ਧਰਨਿਆਂ 'ਚ ਬੋਲਣ ਵਾਲੇ ਬੁਲਾਰੇ ਵੀ ਪੁਲਿਸ ਦੁਆਰਾ ਇਸ ਮਾਮਲੇ 'ਚ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜ਼ਿਕਰ ਆਮ ਹੀ ਕਰਨ ਲੱਗ ਪਏ ਸਨ। ਉਹ ਸੰਘਰਸ਼ਸ਼ੀਲ ਲੋਕਾਂ ਨੂੰ ਇੱਕ ਨਵੇਂ ਸੰਘਰਸ਼ ਲਈ ਤਿਆਰ ਰਹਿਣ ਲਈ ਆਖ ਰਹੇ ਸਨ। ਇਸ ਸਭ
ਕੁਝ ਦੀ ਚਰਚਾ ਅਧਿਆਪਕ ਜਥੇਬੰਦੀਆਂ ਦੀਆਂ ਬੈਠਕਾਂ 'ਚ ਵੀ ਹੁੰਦੀ ਤੇ ਇਹਨਾਂ ਬੈਠਕਾਂ ਦੀਆਂ ਖਬਰਾਂ ਵਿੱਚ ਇੱਕ ਅਧਿਆਪਕ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਪੁਰਜ਼ੋਰ ਨਿੰਦਾ ਵੀ ਕੀਤੀ ਜਾਂਦੀ ਸੀ। ਸਾਡੇ ਲਈ ਇਹ ਬੜੀ ਤਸੱਲੀ ਵਾਲੀ ਗੱਲ ਸੀ ਕਿ ਲੋਕ ਪੁਲਿਸ ਦੇ ਇਸ ਬੇਇਨਸਾਫੀ ਭਰੇ ਰਵੱਈਏ ਦੇ ਵਿਰੁੱਧ ਲਾਮਬੱਧ ਹੋ ਰਹੇ ਸਨ। ਗਰਮੀ ਦੀਆਂ ਛੁੱਟੀਆਂ ਖਤਮ ਹੋਣ 'ਚ ਇੱਕ ਦਿਨ ਰਹਿੰਦਾ ਸੀ। ਨੀਂਦ ਤਾਂ ਸਾਡੇ ਪਰਿਵਾਰ ਵਿੱਚੋਂ ਕਿਸੇ ਦੇ ਵੀ ਅੱਖਾਂ ਦੇ ਨੇੜੇ ਨਹੀਂ ਸੀ ਆਉਂਦੀ। ਉਸ ਰਾਤ ਵੀ ਮੈਂ ਸਾਰੀ ਰਾਤ ਉਸਲਵੱਟੇ ਲੈਂਦੇ ਨੇ ਲੰਘਾਈ ਸੀ। ਮੈਂ ਸਵੇਰੇ 8 ਵਜੇ ਉੱਠਿਆ। ਉੱਠਦੇ ਸਾਰ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਸਕੂਲ ਲੱਗਣ ਤੋਂ ਬਾਅਦ ਕਿੰਨੀਆਂ ਛੁੱਟੀਆਂ ਲੈਣੀਆਂ ਪੈ ਸਕਦੀਆਂ ਤੇ ਮੇਰੇ ਨਾਲ ਕਿੰਨੇ ਕੁ ਸਾਥੀ ਰੋਜ਼-ਰੋਜ਼ ਦਫ਼ਤਰਾਂ ਦੇ ਚੱਕਰ ਕੱਢ ਸਕਦੇ ਐ। ਇੰਨੇ ਨੂੰ ਘੰਟੀ ਵੱਜੀ। ਦਰਵਾਜ਼ਾ ਖੋਲ੍ਹਿਆ। ਮੇਰੇ ਸਾਹਮਣੇ ਇੱਕ ਬੰਦਾ ਹੱਥ 'ਚ ਕੁਝ ਕਾਗਜ਼ ਲਈ ਖੜਾ ਸੀ। ਪੁੱਛਣ ਤੇ ਪਤਾ ਲੱਗਾ ਉਹ ਅਦਾਲਤ ਦਾ ਹਰਕਾਰਾ ਹੈ ਤੇ ਅਦਾਲਤ ਦਾ ਇੱਕ ਨੋਟਿਸ ਲੈ ਕੇ ਆਇਆ। ਉਹਨੇ ਮੇਰੇ ਕੋਲੋਂ ਕੇਸ ਦਾ ਸੰਖੇਪ ਪੁੱਛਿਆ ਤਾਂ ਸਾਰੀ ਕਹਾਣੀ ਨੂੰ ਤੁਰੰਤ ਸਮਝ ਗਿਆ। ਮੇਰੀ ਗੱਲ ਸੁਣ ਕੇ ਆਖਣ ਲੱਗਾ, ਜੇ ਤੁਹਾਡੇ ਕੋਲ ਰਜਿਸਟਰੀ ਹੈ ਤਾਂ ਕੰਨ 'ਚ ਉਂਗਲ ਦੇ ਕੇ ਸੌਂ ਜਾਓ, ਕੁਝ ਨਹੀਂ ਹੁੰਦਾ। ਇਹੋ ਜਿਹੇ ਕੁੱਤੇ ਐਵੇਂ ਭੌਂਕਦੇ ਹੁੰਦੇ ਨੇ ਤੇ ਫਿਰ ਆਪੇ ਚੁੱਪ ਕਰ ਜਾਂਦੇ ਹੁੰਦੇ ਆ। ਉਹ ਮੇਰੇ ਕੋਲੋਂ ਅਦਾਲਤ ਦਾ ਨੋਟਿਸ ਪ੍ਰਾਪਤ ਕਰਨ ਦੇ ਦਸਖਤ ਕਰਵਾ ਕੇ ਮੁੜ ਗਿਆ। ਅੰਦਰ ਆ ਕੇ ਮੈਂ ਇਸ ਅਦਾਲਤੀ ਨੋਟਿਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਸ਼ੁਰੂ ਕਰਤਾ। ਅਦਾਲਤੀ ਭਾਸ਼ਾ ਹੋਣ ਕਾਰਨ ਮੈਨੂੰ ਇਹਦੀ ਅੱਧ-ਪਚੱਧੀ ਸਮਝ ਆਈ ਸੀ। ਇੰਨਾ ਪਤਾ ਜ਼ਰੂਰ ਲੱਗ ਗਿਆ ਸੀ ਕਿ ਗੁਰਨੇਕ ਨੇ ਮੇਰੇ ਤੇ ਇਲਜ਼ਾਮ ਲਗਾਇਆ ਕਿ ਮੈਂ ਗਲੀ ਦੀ ਜਗ੍ਹਾ ਤੇ ਕਬਜ਼ਾ ਕਰਨ ਨੂੰ ਫਿਰਦਾ। ਉਹਨੇ ਮੋਤਬਰ ਬੰਦਿਆਂ ਦੀ ਮਦਦ ਨਾਲ ਮੈਨੂੰ ਕਈ ਵਾਰ ਅਜਿਹਾ ਨਾ ਕਰਨ ਲਈ ਸਮਝਾਇਆ, ਪਰ ਮੈਂ ਫਿਰ ਅਜਿਹਾ ਕਰਨ ਤੇ ਅੜਿਆ ਹੋਇਆ। ਅੰਤ ਉਹਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਤੇ ਮੇਰਾ ਇਹ ਕੰਮ ਰੁਕਵਾਉਣ ਲਈ ਸਟੇ ਦੀ ਮੰਗ ਕੀਤੀ ਹੈ। ਜੱਜ ਨੇ ਵੀ ਮਸਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੈਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਮਿੱਥੀ ਤਰੀਕ ਤੱਕ ਲਿਖਤੀ ਰੂਪ ਵਿੱਚ ਅਸਾਲਤਨ ਜਾਂ ਵਕਾਲਤ ਪੇਸ਼ ਕਰਨ ਦੇ ਲਈ ਆਦੇਸ਼ ਦਿੱਤਾ ਸੀ। ਨੋਟਿਸ ਨੂੰ ਪੜ੍ਹਦਿਆਂ ਮੇਰੇ ਮੂੰਹ 'ਚੋਂ ਸੁਭਾਵਕ ਹੀ ਨਿਕਲਿਆ, ਭੈਣ ਦਾ ਖਸਮ, ਨਾਲੇ ਚੋਰ ਨਾਲੇ ਚਤਰ। ਜਦ ਘਰ 'ਚ ਸਭ ਨੂੰ ਅਦਾਲਤ ਦੇ ਇਸ ਨੋਟਿਸ ਦੇ ਆਉਣ ਦਾ ਪਤਾ ਲੱਗਾ ਤਾਂ ਹਰ ਕੋਈ ਚਿੰਤਾ 'ਚ ਪੈ ਗਿਆ। ਅਸੀਂ ਆਪਣੇ ਪੱਕੇ ਸਮਰਥਕਾਂ ਨੂੰ ਇਸ ਬਾਰੇ ਦੱਸਤਾ। ਹਰ ਇੱਕ ਨੇ ਆਪਣੇ ਵੱਲੋਂ ਆਪਣੀ ਸਮਝ ਮੁਤਾਬਕ ਸਲਾਹ ਦਿੱਤੀ, ਕਿਹੜਾ ਵਕੀਲ ਕੀਤਾ ਜਾਏ, ਇਸ ਮਸਲੇ ਨੂੰ ਕਿੰਜ ਨਜਿੱਠਿਆ ਜਾਏ। ਸਭ ਲਈ ਇਹ ਚਿੰਤਾ ਦਾ ਇੱਕ ਨਵਾਂ ਵਿਸ਼ਾ ਬਣ ਗਿਆ। ਮੇਰੇ ਲਈ ਤਸੱਲੀ ਵਾਲੀ ਗੱਲ ਇਹ ਸੀ ਕਿ ਮੈਂ ਅਦਾਲਤ ਵਿੱਚ ਗੁਰਨੇਕ ਦੁਆਰਾ ਨੱਪੀ ਗਈ ਜਗ੍ਹਾ ਬਾਰੇ ਦੱਸਾਂਗਾ ਤੇ ਆਪਣੀ ਰਜਿਸਟਰੀ ਦੇ ਸਾਰੇ ਕਾਗਜ਼ ਪੇਸ਼ ਕਰ ਦਾਂਗਾ। ਪਹਿਲੀ ਪੇਸ਼ੀ 'ਚ ਮੇਰੀ ਕਾਗਜ਼ੀ ਪੱਤਰੀ ਸਬੂਤ ਦੇਖ ਕੇ ਜੱਜ ਇਸ ਕੇਸ ਨੂੰ ਖਾਰਜ ਕਰ ਦੇਗਾ। ਇਹਦੇ ਨਾਲ ਹੀ ਮੈਂ ਗੁਰਨੇਕ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਵੀ ਕਾਨੂੰਨ ਦੇ ਸਾਹਮਣੇ ਲਿਆ ਦੇਵਾਂਗਾ। ਮੈਂ ਸੋਚ ਰਿਹਾ ਸੀ ਕਿ ਗੁਰਨੇਕ ਨਾਲ ਤਾਂ ਇੰਜ ਹੋਏਗੀ ਕਿ ਕੁੱਕੜ ਖੇ ਉਡਾਈ ਆਪਣੇ ਸਿਰ ਪਾਈ। ਮੈਨੂੰ ਭਾਸਣ ਲੱਗਾ ਕਿ ਚੋਰ ਤਾਂ ਆਪ ਹੀ ਪਾੜ 'ਚ ਫਸ ਗਿਆ ਤੇ ਇਸ ਲਈ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਮੇਰੀਆਂ ਇਹਨਾਂ ਸੋਚਾਂ ਤੋਂ ਬੇਖਬਰ ਯਾਦਵਿੰਦਰ ਡਾਢਾ ਹੀ ਚਿੰਤਾ ਦੇ ਸਮੁੰਦਰ 'ਚ ਗੋਤੇ ਲਾਈ ਜਾ ਰਿਹਾ ਸੀ। ਉਹਨੇ ਮੇਰੀ ਖੁਸ਼ੀ ਦੇ ਭਾਵ ਮੇਰੇ ਚਿਹਰੇ ਤੇ ਪੜ੍ਹਦਿਆਂ ਆਖਿਆ, ਐਵੇਂ ਖੁਸ਼ ਨਾ ਹੋਈ ਜਾ, ਇਹ ਮਸਲਾ ਬੜਾ ਗੰਭੀਰ ਹੈ, ਇਹਨੂੰ ਡੂੰਘਾਈ ਨਾਲ ਸੋਚ। ਇਹ ਅਦਾਲਤੀ ਕੇਸ ਹੈ। ਅਦਾਲਤੀ ਕੇਸ ਤਾਂ ਕੁੰਡਲੀਆ ਨਾਗ ਹੁੰਦਾ ਹੈ, ਪਲਟ ਕੇ ਡੰਗ ਵੀ ਮਾਰ ਸਕਦਾ ਹੁੰਦਾ ਹੈ। ਮੈਂ ਤਾਂ ਆਪਣੀ ਸੱਚਾਈ ਕਾਰਨ ਹੀ ਲੱਚ ਚੜਿਆ ਫਿਰਦਾ ਸੀ, ਪਰ ਉਹਦੇ ਇਹਨਾਂ ਬੋਲਾਂ ਨੇ ਮੈਨੂੰ ਇਸ ਨਵੀਂ ਜੰਗ ਨੂੰ ਲੜਨ ਲਈ ਨਵੇਂ ਢੰਗ ਤਰੀਕੇ ਸੋਚਣ ਲਈ ਮਜਬੂਰ ਕਰਤਾ। ਹੁਣ ਮੇਰੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿ ਵਿਰੋਧੀਆਂ ਦੇ ਇਸ ਨਵੇਂ ਵਾਰ ਦਾ ਟਾਕਰਾ ਕਰਨ ਲਈ ਪੈਂਤੜਾ ਅਪਣਾਉਣ ਵਾਸਤੇ ਕਿਹੜਾ ਵਕੀਲ ਕੀਤਾ ਜਾਏ। ਅੰਤ 'ਚ ਪਰਿਵਾਰ ਦਾ ਫੈਸਲਾ ਹੋਇਆ ਕਿ ਅਸ਼ੋਕ ਸ਼ਰਮਾ ਨੂੰ ਵਕੀਲ ਕਰ ਲਿਆ ਜਾਏ। ਇਹ ਕਾਮਰੇਡਾਂ ਦੇ ਵਕੀਲ ਵਜੋਂ ਪ੍ਰਸਿੱਧ ਹੈ। ਉਹ ਸਿਧਾਂਤਕ ਤੌਰ ਤੇ ਪ੍ਰਤੀਬੱਧ ਵੀ ਹੈ, ਪਰ ਆਪ ਪੱਕਾ ਕਾਮਰੇਡ ਹੋਣ ਕਰਕੇ ਕਿਸੇ ਵੀ ਕਾਮਰੇਡ ਪਰਿਵਾਰ ਦੇ ਮੁਕੱਦਮੇ 'ਚ ਤਾਂ ਪੂਰੀ ਤਰ੍ਹਾਂ ਜੀ ਜਾਨ ਲਾ ਦਿੰਦਾ ਹੈ। ਉਹ ਸਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਸੀ ਤੇ ਮੇਰੇ ਕਾਮਰੇਡ ਚਾਚੇ ਦਾ ਪੱਕਾ ਦੋਸਤ ਸੀ। ਚਾਚੇ ਦੇ ਅੱਤਵਾਦੀਆਂ ਦੁਆਰਾ ਕੀਤੇ ਕਤਲ ਤੋਂ ਬਾਅਦ ਖੁਦ ਹਥਿਆਰ ਚੁੱਕ ਕੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਾ ਰਿਹਾ ਸੀ। ਇਸ ਤੋਂ ਵੱਡੀ ਗੱਲ ਇਹ ਕਿ ਚਾਚੇ ਦੇ ਭੋਗ ਵਾਲੀ ਰਾਤ ਨੂੰ ਜਦ ਪਰਿਵਾਰ ਉੱਤੇ ਫਿਰ ਹਮਲੇ ਦਾ ਖਤਰਾ ਬਣਿਆ ਸੀ ਤਾਂ ਅਸ਼ੋਕ ਵੀ ਬਾਕੀ ਕਾਮਰੇਡਾਂ ਵਾਂਗ ਸਾਡੇ ਚੁਬਾਰੇ ਉੱਤੇ ਰਾਤ ਭਰ ਜਾਗ ਕੇ ਪਹਿਰਾ ਦੇਣ ਲਈ ਉੱਥੇ ਮੌਜੂਦ ਰਿਹਾ ਸੀ। ਪਰ ਰਾਤ ਨੂੰ ਕਹਾਣੀ ਕੁਝ ਹੋਰ ਹੀ ਬਣ ਗਈ ਸੀ ਤੇ ਅੱਤਵਾਦੀਆਂ ਨੇ ਸਾਡੇ ਘਰ ਤੇ ਹਮਲਾ ਕਰਨ ਦੀ ਬਜਾਏ ਇੱਕ ਹੋਰ ਕਾਮਰੇਡ ਦੇ ਘਰ ਤੇ ਹਮਲਾ ਕਰਕੇ 6 ਬੰਦਿਆਂ ਨੂੰ ਮਾਰਤਾ ਸੀ, ਜਿਹੜੀ ਕਿ ਇੱਕ ਬਹੁਤ ਲੰਬੀ, ਹਿਰਦੇ ਵੇਦਕ ਤੇ ਵੱਖਰੀ ਕਹਾਣੀ ਹੈ। ਇਹ ਵਕੀਲ ਵੀ ਉਹਨਾਂ ਮੋਹਰੀ ਬੰਦਿਆਂ 'ਚੋਂ ਇੱਕ ਸੀ ਜਿਹੜੇ ਵਰਦੀਆਂ ਗੋਲੀਆਂ 'ਚ ਉਸ ਘਰ ਵੱਲ ਨੂੰ ਭੱਜੇ ਸਨ ਤੇ ਜਿਨ੍ਹਾਂ ਨੇ ਉਸ ਪਰਿਵਾਰ ਦੇ ਮਾਰੇ ਗਏ ਸਭ ਬੰਦਿਆਂ ਦੀਆਂ ਲਾਸ਼ਾਂ ਨੂੰ ਸੰਭਾਲਿਆ ਸੀ। ਉਹਦੇ ਇਹਨਾਂ ਅਹਿਸਾਨਾਂ, ਸਾਫ਼-ਸੁਥਰੇ ਕਿਰਦਾਰ ਵਾਲੇ ਅਕਸ ਤੇ ਕਿੱਤੇ ਨਾਲ ਪ੍ਰਤੀਬੱਧਤਾ ਨੂੰ ਵੇਖ ਕੇ ਅਸੀਂ ਆਪਣਾ ਮੁਕੱਦਮਾ ਅਸ਼ੋਕ ਸ਼ਰਮਾ ਨੂੰ ਹੀ ਦੇਣ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਹ ਦਿਨ ਐਤਵਾਰ ਦਾ ਸੀ, ਪਰ ਜਦ ਅਸੀਂ ਉਹਨੂੰ ਫੋਨ ਕਰਕੇ ਮਿਲਣ ਲਈ ਆਖਿਆ ਤਾਂ ਉਹਨੇ ਸਾਨੂੰ ਦੁਪਹਿਰੇ 1 ਵਜੇ ਆਪਣੀ ਚੈਂਬਰ 'ਚ ਆਉਣ ਵਾਸਤੇ ਕਹਿ ਦਿੱਤਾ। ਮੈਂ, ਮੇਰੇ ਪਿਤਾ ਜੀ ਤੇ ਯਾਦਵਿੰਦਰ ਦਿੱਤੇ ਹੋਏ ਸਮੇਂ ਤੇ 10-15 ਮਿੰਟ ਪਹਿਲਾਂ ਕਚਹਿਰੀ ਪਹੁੰਚ ਗਏ। ਉਹਦੇ ਚੈਂਬਰ ਦੇ ਬਾਹਰ ਲੱਗੇ ਇੱਕ ਰੁੱਖ ਦੀ ਛਾਂ ਥੱਲੇ ਖੜੇ ਹੋ ਗਏ। ਮੈਂ ਅਸ਼ੋਕ ਸ਼ਰਮਾ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ, ਇਸ ਲਈ ਮੇਰੇ ਮਨ 'ਚ ਘਰ ਦੇ ਜੀਆਂ ਤੋਂ ਸੁਣੀਆਂ ਹੋਈਆਂ ਗੱਲਾਂ ਕਰਕੇ ਉਹਦੀ ਸ਼ਕਲ ਵੇਖਣ ਦੀ ਜਿਗਿਆਸਾ ਪੈਦਾ ਹੋ ਗਈ।
5 ਕੁ ਮਿੰਟਾਂ 'ਚ ਇੱਕ ਬੰਦਾ ਪੁਰਾਣੇ ਜੇ ਬਜਾਜ ਸਕੂਟਰ ਉੱਤੇ ਆਇਆ ਤੇ ਸਕੂਟਰ ਦਾ ਸਟੈਂਡ ਲਾਉਂਦੇ ਹੋਏ ਸਾਹਬ ਸਲਾਮ ਤੋਂ ਬਾਅਦ ਮੇਰੇ ਪਿਤਾ ਨੂੰ ਸੰਬੋਧਿਤ ਹੁੰਦੇ ਬੋਲਿਆ, ਹੋਰ ਲਖਵੀਰ, ਕੀ ਆਫਤ ਪੈ ਗਈ ਜਿਹੜਾ ਸਾਡੇ ਵੱਲ ਨੂੰ ਭੱਜੇ ਆ? ਪੁੱਛ ਨਾ ਭਰਾਵਾ, ਬੜੇ ਦੁਖੀ ਹੋਏ ਪਏ ਆ, ਚੱਲ ਬੈਠ ਕੇ ਦੱਸਦੇ ਆ। ਮੇਰੇ ਪਿਤਾ ਜੀ ਉਸ ਵੱਲ ਨੂੰ ਹੋ ਤੁਰੇ ਤੇ ਅਸੀਂ ਦੋਵੇਂ ਭਰਾ ਵੀ ਬਿਨਾਂ ਕੁਝ ਬੋਲੇ ਉਹਨਾਂ ਦੇ ਮਗਰ ਤੁਰ ਪਏ। ਜਦੋਂ ਚੈਂਬਰ 'ਚ ਜਾ ਕੇ ਵਕੀਲ ਵਾਲੀ ਕੁਰਸੀ ਤੇ ਬੈਠਾ ਤਾਂ ਮੈਂ ਸਮਝ ਗਿਆ ਕਿ ਇਹੀ ਅਸ਼ੋਕ ਸ਼ਰਮਾ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਨਾਮਵਰ ਵਕੀਲ ਇਸ ਤਰ੍ਹਾਂ ਸਧਾਰਨ ਜਿਹੇ ਕੱਪੜਿਆਂ 'ਚ ਟੁੱਟੇ ਜਿਹੇ ਸਕੂਟਰ ਤੇ ਤੁਰਿਆ ਫਿਰਦਾ ਹੈ। ਉਹਦੇ ਹੱਥ 'ਚ ਪੁਰਾਣਾ ਤੇ ਵੇਲਾ ਵਿਹਾ ਚੁੱਕਿਆ ਮੋਬਾਈਲ ਵੇਖ ਕੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਹੈਰਾਨੀ ਹੋਈ। ਮੇਰੇ ਦਿਮਾਗ 'ਚ ਤਾਂ ਵਕੀਲਾਂ ਦੀ ਇੱਕ ਹੋਰ ਹੀ ਤਸਵੀਰ ਬਣੀ ਸੀ, ਜਿਸ 'ਚੋਂ ਵੱਡੀਆਂ ਗੱਡੀਆਂ ਤੇ ਝੂਟੇ ਲੈਂਦੇ, ਮਹਿੰਗੇ ਕੱਪੜੇ, ਮਹਿੰਗੇ ਮੋਬਾਈਲ ਲਈ ਫਿਰਦੇ ਰੋਹਬਦਾਰ ਸ਼ਖਸੀਅਤ ਵਾਲੇ ਹੁੰਦੇ ਆ। ਅਗਲੇ ਹੀ ਪਲ ਦਿਮਾਗ 'ਚ ਆਇਆ ਕਿ ਜਦ ਇਹ ਸਾਰੀ ਦਿਹਾੜੀ ਰਹਿੰਦਾ ਹੀ ਕਾਮਰੇਡਾਂ 'ਚ ਹੀ, ਤਾਂ ਇਹ ਵਿਚਾਰਾ ਕਾਮਰੇਡਾਂ ਦਾ ਵਕੀਲ ਵੱਜਦਾ ਤੇ ਇਹਦੀ ਸ਼ਕਲ ਸੂਰਤ ਤੇ ਰਹਿਣ ਸਹਿਣ ਵੀ ਤਾਂ ਕਾਮਰੇਡਾਂ ਵਾਲਾ ਹੋਣਾ ਸੁਭਾਵਕ ਹੀ ਹੈ। ਜੈਸੀ ਸੰਗਤ ਵੈਸੀ ਰੰਗਤ। ਫਿਰ ਦਿਮਾਗ 'ਚ ਆਇਆ, ਚਲੋ ਆਪਾਂ ਨੂੰ ਕੀ, ਆਪਾਂ ਅੰਬ ਚੁੱਪਣੇ ਕਿ ਦਰਖਤ ਗਿਣਨੇ ਨੇ। ਜੱਜ ਨੇ ਤਾਂ ਦਲੀਲਾਂ ਸੁਣਨੀਆਂ ਤੇ ਉਹਨੂੰ ਕੀ, ਕੋਈ ਜਿਵੇਂ ਮਰਜ਼ੀ ਕਹਿੰਦਾ ਹੋਵੇ। ਅਸੀਂ ਆਪਣੀ ਸਾਰੀ ਰਾਮ ਕਹਾਣੀ ਆਪਣੇ ਵਕੀਲ ਨੂੰ ਸੁਣਾ ਦਿੱਤੀ। ਉਹਦੇ ਕਹਿਣ ਮੁਤਾਬਕ ਸਾਡਾ ਕੇਸ ਬੜਾ ਮਜ਼ਬੂਤ ਸੀ। ਉਹਨੇ ਵਿਚਲੀ ਗੱਲ ਇਹ ਵੀ ਦੱਸੀ ਕਿ ਮਸਲਾ ਪ੍ਰੈਸ 'ਚ ਆਉਣ ਤੇ ਜਥੇਬੰਦੀਆਂ ਦੇ ਹੱਥ ਲੱਗ ਜਾਣ ਕਾਰਨ ਇਹ ਕੇਸ ਪੁਲਿਸ ਵਾਲਿਆਂ ਨੇ ਜਾਣਬੁੱਝ ਕੇ ਕਰਵਾਇਆ। ਹੁਣ ਪੁਲਿਸ ਵਿਭਾਗ ਨੇ ਬਚਾਅ ਦਾ ਇਹ ਰਾਹ ਹੀ ਲੱਭਿਆ ਹੈ ਕਿ ਉਹ ਇਸ ਮਸਲੇ ਨੂੰ ਅਦਾਲਤ 'ਚ ਭੇਜ ਕੇ ਆਪਣੇ ਆਪ ਨੂੰ ਇਹ ਆਖ ਕੇ ਮੁਕਤ ਕਰ ਲੈਣਗੇ ਕਿ ਮਾਮਲਾ ਅਦਾਲਤ ਵਿੱਚ ਹੈ ਤੇ ਉਹ ਇਸ 'ਚ ਕੁਝ ਵੀ ਨਹੀਂ ਕਰ ਸਕਦੇ। ਵਕੀਲ ਦੀ ਗੱਲ ਸੁਣ ਕੇ ਮੈਨੂੰ ਐਸਪੀ ਦੀ ਆਖੀ ਗੱਲ ਵੀ ਯਾਦ ਆ ਗਈ। ਉਹਨੇ ਇੱਕ ਦਿਨ ਮਿਲਣ ਗਿਆ ਸਾਨੂੰ ਕਿਹਾ ਸੀ, ਜੇ ਦੂਜੀ ਧਿਰ ਅਦਾਲਤ 'ਚ ਚਲੀ ਗਈ ਤਾਂ? ਵਕੀਲ ਨੇ ਇੱਕ ਹੋਰ ਗੱਲ ਦੱਸੀ, ਉਹ ਇਹ ਕਿ ਇਹ ਕੇਸ ਇੰਨੀ ਕਾਹਲੀ ਨਾਲ ਤਿਆਰ ਕਰਕੇ ਕਰਨ ਦੀ ਕੀਤੀ ਗਈ ਹੈ ਕਿ ਕੱਲ ਹੀ ਇਹ ਕੇਸ ਅਦਾਲਤ 'ਚ ਲਾਇਆ ਗਿਆ ਸੀ। ਇਹ ਜਲਦਬਾਜ਼ੀ ਦਾ ਹੀ ਨਤੀਜਾ ਹੈ ਕਿ ਅੱਜ ਹੀ ਉਹ ਵੀ ਐਤਵਾਰ ਵਾਲੇ ਦਿਨ ਤੁਹਾਨੂੰ ਨੋਟਿਸ ਭੇਜਤਾ ਗਿਆ। ਇਹ ਕਾਲ ਇਹ ਦਰਸਾਉਂਦੀ ਹੈ ਕਿ ਦੂਜੀ ਧਿਰ ਨੇ ਜ਼ਰੂਰ ਕਿਸੇ ਸਿਫਾਰਿਸ਼ ਨਾਲ ਤੇਜ਼ੀ ਕਰਵਾਈ ਹੈ ਜਾਂ ਫਿਰ ਸੰਬੰਧਤ ਕਲਰਕ ਤੇ ਹਰਕਾਰੇ ਨੂੰ ਪੈਸੇ ਦੇ ਕੇ ਛੁੱਟੀ ਵਾਲੇ ਦਿਨ ਇਹ ਨੋਟਿਸ ਤੁਹਾਨੂੰ ਭੇਜ ਦਿੱਤਾ ਗਿਆ। ਇਹ ਸਾਰਾ ਕੁਝ ਰਾਤੋਂ ਰਾਤ ਹੀ ਹੋਇਆ, ਨਹੀਂ ਤਾਂ ਅਦਾਲਤਾਂ ਦੇ ਨੋਟਿਸ ਜਾਰੀ ਹੁੰਦਿਆਂ ਨੂੰ ਕਈ ਦਿਨ ਤੱਕ ਹੀ ਕਈ ਹਫ਼ਤੇ ਲੰਘ ਜਾਂਦੇ ਹੈ। ਅਦਾਲਤਾਂ 'ਚ ਵੀ ਅਜਿਹਾ ਕੁਝ ਚੱਲਦਾ ਹੈ। ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, ਇੱਥੇ ਤਾਂ ਹੋਰ ਵੀ ਬੜਾ ਕੁਝ ਚੱਲਦਾ ਪੁੱਤਰਾ, ਤੂੰ ਪਹਿਲੀ ਵਾਰ ਆਇਆ ਲੱਗਦਾ ਸਾਡੇ ਕੋਲ। ਵਕੀਲ ਮੇਰੇ ਵੱਲ ਤਰਸ ਭਰੀ ਨਿਗਾਹ ਨਾਲ ਝਾਕਦਾ ਬੋਲਿਆ। ਉਹ ਜ਼ਰਾ ਕੁ ਮੁਸਕਰਾ ਵੀ ਪਿਆ ਸੀ। 2-3 ਵਾਰ ਆਇਆ ਸੀ ਪਹਿਲਾਂ ਵੀ। ਚਾਚੇ ਦਾ ਮੁੰਡਾ ਹੈ ਨਾ ਰਮਿੰਦਰ, ਉਹ ਲੱਗਾ ਹੁੰਦਾ ਸੀ ਇਸੇ ਕਚਹਿਰੀ 'ਚ। ਇੱਕ ਕਹਾਣੀ ਦੀ ਪਾਤਰ ਉਸਾਰੀ ਕਰਨ ਵਾਸਤੇ ਅਦਾਲਤ ਦਾ ਦ੍ਰਿਸ਼ ਵੇਖਣ ਲਈ ਆਉਂਦਾ ਹੁੰਦਾ ਸੀ ਤਾਂ ਕਿ ਕਹਾਣੀ ਰੁਚੀਪੂਰਨ ਤੇ ਅਸਲੀ ਲੱਗੇ। ਮੈਂ ਵਕੀਲ ਨੂੰ ਦੱਸਿਆ, ਅੱਗੇ ਤਾਂ ਪਾਠਕਾਂ ਨੂੰ ਵਿਖਾਉਂਦਾ ਹੁੰਦਾ ਸੀ ਕਚਹਿਰੀ ਦੇ ਨਜ਼ਾਰੇ, ਹੁਣ ਆਪ ਹੀ ਵੇਖ ਲਈ ਅਦਾਲਤ ਦਾ ਸਵਾਦ। ਤੇਰਾ ਇੰਨਾ ਤਜਰਬਾ ਹੋ ਜਾਣਾ ਕਿ ਭਾਵੇਂ ਸਾਰੀ ਉਮਰ ਬੈਠਾ ਲਿਖੀ ਜਾਈਂ, ਮੈਟਰ ਮੁੱਕਣਾ ਹੀ ਨਹੀਂ, ਵਕੀਲ ਨੇ ਗੰਭੀਰ ਹੁੰਦੇ ਨੇ ਆਖਿਆ। ਇਹ ਮੁਕੱਦਮਾ ਕਿੰਨਾ ਕੁ ਚਿਰ ਚੱਲ ਸਕਦਾ? ਅਸਲ 'ਚ ਮੈਂ ਵਕੀਲ ਦੀ ਗੱਲ ਸੁਣ ਕੇ ਡਰ ਗਿਆ ਸੀ ਤੇ ਮੈਂ ਸੁਭਾਵਕ ਹੀ ਉਹਨੂੰ ਪੁੱਛ ਬੈਠਾ ਸੀ, ਵੇਖ ਇਹ ਤਾਂ ਸਭ ਨੂੰ ਪਤਾ ਲੱਗੀ ਜਾਂਦਾ ਕਿ ਤੂੰ ਸੱਚਾ ਹੈ। ਇਹ ਤਾਂ ਜੱਜ ਤੇ ਨਿਰਭਰ ਕਰਦਾ ਹੈ ਕਿ ਉਹਦੇ ਮਨ 'ਚ ਕੀ ਆਉਂਦੀ ਹੈ। ਹੋ ਸਕਦਾ ਉਹ ਪਹਿਲੀ ਤਰੀਕ ਤੇ ਇਸ ਮਾਮਲੇ ਨੂੰ ਖਾਰਜ ਕਰਦਾ ਹੈ ਤੇ ਹੋ ਸਕਦਾ ਹੈ ਲੰਮਾ ਵੀ ਚੱਲ ਜਾਏ। ਇਹਨਾਂ ਦੀਵਾਨੀ ਕੇਸਾਂ ਦਾ ਕੁਝ ਵੀ ਨਹੀਂ ਪਤਾ ਹੁੰਦਾ। 2-3 ਸਾਲ ਤਾਂ ਮਾਮੂਲੀ ਜੀ ਗੱਲ ਹੁੰਦੀ ਹੈ, ਜੇ ਲਮਕ ਜਾਣ ਤਾਂ 10-15 ਸਾਲ ਵੀ ਲੱਗ ਸਕਦੇ ਨੇ। ਉਹ ਗੰਭੀਰਤਾ ਵਿਖਾਉਂਦਾ ਹੋਇਆ ਬੋਲਿਆ। ਵਕੀਲ ਦੀ ਗੱਲ ਸੁਣ ਕੇ ਮੈਂ ਤੇ ਯਾਦਵਿੰਦਰ ਇੱਕ ਦੂਜੇ ਵੱਲ ਝਾਕੇ ਤੇ ਬਿਨਾਂ ਬੋਲੇ ਹੀ ਸਮਝ ਗਏ ਕਿ ਹੁਣ ਤਾਂ ਫਸ ਗਏ ਕਚਹਿਰੀਆਂ ਦੇ ਚੱਕਰ 'ਚ। ਲੰਮੀ ਲੜਾਈ ਲਈ ਤਿਆਰ ਹੋ ਜਾਈਏ। ਵਕੀਲ ਨੇ ਅਗਲੇ ਦਿਨ ਸ਼ਾਮ ਨੂੰ ਆਉਣ ਦਾ ਸਮਾਂ ਦਿੱਤਾ ਤਾਂ ਜੋ ਸਾਰੇ ਕੇਸ ਦੀ ਤਿਆਰੀ ਮੁਕੰਮਲ ਕੀਤੀ ਜਾ ਸਕੇ। ਉਸ ਦਿਨ ਮੈਂ ਡਾਢਾ ਹੀ ਉਦਾਸ ਤੇ ਨਿਰਾਸ਼ ਰਿਹਾ ਸੀ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਭਵਿੱਖ 'ਚ ਮੇਰੇ ਨਾਲ ਕੀ ਬੀਤਣ ਵਾਲਾ ਹੈ। ਨਕਾਰਾਤਮਕ ਸੋਚਾਂ ਸੋਚ ਕੇ ਮੈਂ ਅਰਧ ਪਾਗਲਾਂ ਵਾਲੀ ਹਾਲਤ 'ਚ ਪੁੱਜ ਚੁੱਕਾ ਸੀ। ਥਾਣਿਆਂ ਕਚਹਿਰੀਆਂ ਸੰਬੰਧੀ ਪੜ੍ਹੀਆਂ ਕਹਾਣੀਆਂ, ਨੋਵਲ ਤੇ ਉਹਨਾਂ ਵਿਚਲੇ ਪਾਤਰ ਮੇਰੇ ਦਿਲ ਦਿਮਾਗ ਤੇ ਛਾ ਗਏ ਸਨ। ਖਾਧੀ ਹੋਈ ਰੋਟੀ ਵੀ ਬਾਹਰ ਨੂੰ ਆ ਰਹੀ ਸੀ। ਮਨ ਹੀ ਮਨ 'ਚੋਂ ਕਿਹੜੀ ਗਾਲ ਸੀ ਜਿਹੜੀ ਮੈਂ ਪੁਲਿਸ ਵਾਲਿਆਂ ਨੂੰ ਨਹੀਂ ਸੀ ਕੱਢੀ। ਮੇਰੇ ਲੱਖ ਯਤਨ ਕਰਨ ਦੇ ਬਾਵਜੂਦ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਈ। ਸਾਰੀ ਰਾਤ ਮੈਂ ਕਦੇ ਕਮਰੇ ਦੇ ਅੰਦਰ ਕਦੇ ਬਾਹਰ ਤੁਰਿਆ ਫਿਰਦਾ ਰਿਹਾ। ਮੈਂ ਇੰਨੀ ਚੋਰੀ ਉੱਠਦਾ ਸੀ ਕਿ ਕਿਤੇ ਨਾਲ ਪਈ ਪਤਨੀ ਤੇ ਬੱਚਿਆਂ ਦੀ ਨੀਂਦ ਭੰਗ ਨਾ ਹੋ ਜਾਏ। ਕਮਰੇ ਦੇ ਅੰਦਰ ਪੈਂਦਾ ਸਾਂ ਤਾਂ ਘਬਰਾਹਟ ਹੁੰਦੀ ਸੀ ਤੇ ਜੇ ਬਾਹਰ ਜਾਂਦਾ ਸੀ ਪੈਰ ਭਾਰ ਨਹੀਂ ਚੱਲਦੇ ਸੀ। ਹਨੇਰੇ 'ਚ ਕਿਸੇ ਜਗ੍ਹਾ ਤੇ ਬੈਠਦਾ ਵੀ ਨਹੀਂ ਸੀ ਕਿ ਕਿਤੇ ਕੋਈ ਜ਼ਹਿਰੀਲਾ ਸੱਪ ਸਲੂੰਗਾ ਹੀ ਨਾ ਲੜ ਜਾਏ। ਹਰੇਕ ਸਥਿਤੀ 'ਚ ਮੈਨੂੰ ਡਰ ਹੀ ਡਰ ਨਜ਼ਰੀ ਆ ਰਿਹਾ ਸੀ। ਉਨੀਂਦਰੇ 'ਚ ਜਦ ਵਿਹੜੇ 'ਚ ਗੇੜਾ ਕੱਢ ਕੇ ਫਿਰ ਅੰਦਰ ਵੜਿਆ ਤਾਂ ਅਮਿਤਾ ਨੇ ਮੈਨੂੰ ਬੜੇ ਹੀ ਪਿਆਰ ਨਾਲ ਆਖਿਆ, ਹੁਣ ਪੈ ਵੀ ਜਾਓ, ਕਿੰਨੇ ਕੁ ਚੱਕਰ ਕੱਢੀ ਜਾਓਗੇ, ਕੁਝ ਨਹੀਂ ਹੁੰਦਾ ਆਪਾਂ ਨੂੰ, ਆਪਾਂ ਕਿਹੜਾ ਝੂਠੇ ਆ, ਆਏ ਨੀਂਦ ਗੁਆਉਣ ਨਾਲ ਕਿਹੜਾ ਜੱਜ ਨੇ ਛੇਤੀ ਫੈਸਲਾ ਕਰ ਦੇਣਾ। ਮੇਰੀ ਤਾਂ ਜਿਵੇਂ ਚੋਰੀ ਫੜੀ ਗਈ ਸੀ, ਇਸ ਲਈ ਮੈਂ ਬਿਨਾਂ ਬੋਲੇ ਗੱਦੇ ਤੇ ਪੈ ਗਿਆ। ਅੱਖਾਂ ਬੰਦ ਕਰਕੇ ਸੌਣ ਦਾ ਯਤਨ ਕਰਨ ਲੱਗ ਪਿਆ। ਫਿਰ ਵੀ ਮੈਨੂੰ ਥਾਣਾ ਤੇ ਕਚਹਿਰੀ ਦਿਸੀ ਜਾ ਰਹੀ ਸੀ।
ਤੇ ਅੱਖਾਂ ਖੋਲ ਵੀ ਲੈਂਦਾ ਸੀ ਤੇ ਤਾਂ ਵੀ ਉਹੀ ਦ੍ਰਿਸ਼ ਨਜ਼ਰੀ ਆਈ ਜਾ ਰਹੇ ਸੀ। ਇੰਨੀ ਪਰੇਸ਼ਾਨੀ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਹੰਢਾਈ। ਅੱਕ ਕੇ ਮੈਂ ਬੈੱਡ ਦੇ ਦਰਾਜ਼ 'ਚੋਂ ਇੱਕ ਨੀਂਦ ਵਾਲੀ ਗੋਲੀ ਕੱਢ ਕੇ ਖਾ ਲਈ, ਪਰ ਉਹਨੇ ਵੀ ਕੋਈ ਅਸਰ ਨਾ ਕੀਤਾ। ਸਵੇਰ ਨੂੰ ਮੈਂ ਜਿਵੇਂ ਪਿਆ ਸੀ ਉਵੇਂ ਉੱਠ ਖੜੋਤਾ। ਆਖਰੀ ਛੁੱਟੀ ਸੀ, ਮੈਂ ਉਹ ਨੀਂਦਰੇ ਦਾ ਮਾਰਿਆ ਹੋਇਆ ਸੀ। ਫਿਰ ਵੀ ਸੋਚ ਲਿਆ ਜਿੰਨੇ ਕੰਮ ਹੋ ਸਕਦੇ ਉਹ ਨਿਬੇੜ ਲਏ ਜਾਣ। ਮੈਂ ਤਿਆਰ ਹੋ ਕੇ ਨਗਰ ਨਿਗਮ ਦੇ ਦਫ਼ਤਰ ਗਿਆ। ਈਓ ਦੇ ਬਦਲ ਜਾਣ ਕਾਰਨ ਹੁਣ ਮੇਰਾ ਕੇਸ ਵੀ ਦਬ ਚੁੱਕਾ ਸੀ। ਉੱਥੇ ਅਜੇ ਕਿਸੇ ਵੀ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ ਸੀ, ਇਸ ਕਰਕੇ ਮੇਰੀ ਅਰਜ਼ੀ ਤੇ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਜਿਸ ਦਫ਼ਤਰ ਦਾ ਸਭ ਤੋਂ ਵੱਡਾ ਅਧਿਕਾਰੀ ਮੈਨੂੰ ਪੁੱਤਰ ਆ ਕੇ ਬੁਲਾਉਂਦਾ ਹੁੰਦਾ ਸੀ, ਅੱਜ ਉਸ ਦਫ਼ਤਰ ਦਾ ਚਪੜਾਸੀ ਵੀ ਮੈਨੂੰ ਆਖ ਰਿਹਾ ਭਾਸਦਾ ਸੀ, ਇੱਧਰ ਕਿਵੇਂ ਮੂੰਹ ਚੁੱਕੇ ਫਿਰਦਾ ਹੈ। ਆਪਣੀ ਇਸ ਸ਼ਰਮਸਾਰੀ ਮੇਰੇ ਲਈ ਨਿਰਾਸ਼ਾ ਦੀ ਗੱਲ ਤਾਂ ਹੈ ਹੀ ਸੀ, ਮੇਰੇ ਲਈ ਇੱਕ ਹੋਰ ਵੱਡੀ ਹਾਰ ਵੀ ਸੀ। ਚੁੱਕੇ ਜਾਣ ਵਾਲੇ ਆਪਣੇ ਇਸ ਫੈਸਲਾਕੁਨ ਪਹਿਲੇ ਕਦਮ ਤੇ ਹੀ ਹਾਰ ਜਾਣ ਕਾਰਨ ਮੈਂ ਧੁਰ ਅੰਦਰ ਤੋਂ ਟੁੱਟਣ ਦੇ ਨਾਲ-ਨਾਲ ਮਾਨਸਿਕ ਤੌਰ ਤੇ ਝੰਜੋੜਿਆ ਵੀ ਗਿਆ ਸੀ। ਇਸ ਦਿਨ ਅਸੀਂ ਮੁਕੱਦਮੇ ਦੀ ਤਿਆਰੀ ਵਾਸਤੇ ਵਕੀਲ ਕੋਲ ਵੀ ਜਾਣਾ ਸੀ। ਉਹਦੇ ਦੱਸੇ ਸਮੇਂ ਤੋਂ ਪਹਿਲਾਂ ਯਾਦਵਿੰਦਰ ਘਰ ਆ ਗਿਆ। ਮੈਨੂੰ ਵਕੀਲ ਦੇ ਦਿੱਤੇ ਹੋਏ ਸਮੇਂ ਬਾਰੇ ਯਾਦ ਕਰਵਾਉਣ ਲੱਗ ਪਿਆ। ਮੇਰੀ ਹਾਲਤ ਅਜਿਹੀ ਹੋ ਚੁੱਕੀ ਸੀ ਕਿ ਮੈਂ ਚਾਹੁੰਦਾ ਸੀ ਕਿ ਮੈਨੂੰ ਕੋਈ ਵੀ ਨਾ ਬੁਲਾਏ ਤੇ ਨਾ ਹੀ ਮੇਰੇ ਨੇੜੇ ਆਏ। ਮੈਂ ਤੁਰੰਤ ਯਾਦਵਿੰਦਰ ਨੂੰ ਜਵਾਬ ਦਿੱਤਾ ਕਿ ਮੈਂ ਨਹੀਂ ਜਾ ਸਕਦਾ। ਸ਼ਾਇਦ ਉਹ ਮੇਰੀ ਮਾਨਸਿਕ ਸਥਿਤੀ ਸਮਝ ਗਿਆ। ਆਖਣ ਲੱਗਾ, ਆਪਾਂ ਤਾਂ ਕਾਗਜ਼ ਹੀ ਵਕੀਲ ਨੂੰ ਦੇ ਕੇ ਆ ਜਾਣਾ, ਬਾਕੀ ਉਹ ਆਪੇ ਵੇਖੇਗਾ। ਆਪਾਂ ਤਾਂ ਫੀਸ ਦੇ ਕੇ ਵਿਹਲੇ ਹੋ ਜਾਣਾ, ਪਰ ਤੇਰਾ ਜਾਣਾ ਤਾਂ ਲਾਜ਼ਮੀ ਹੈ। ਮੈਂ ਤੇਰੇ ਕੇਸ 'ਚ ਇਕੱਲਾ ਕੁਝ ਵੀ ਨਹੀਂ ਕਰ ਸਕਦਾ, ਤੇਰੇ ਦਸਖਤ ਤਾਂ ਜ਼ਰੂਰੀ ਹੈ। ਮੈਨੂੰ ਉਸ ਤੇ ਪਹਿਲਾਂ ਵਾਂਗ ਹੀ ਰੱਬ ਵਰਗਾ ਭਰੋਸਾ ਸੀ। ਸ਼ਾਇਦ ਇਸੇ ਕਾਰਨ ਮੈਂ ਕਾਗਜ਼ ਪੱਤਰ ਚੁੱਕ ਕੇ ਵਕੀਲ ਨੂੰ ਮਿਲਣ ਲਈ ਤੁਰ ਪਿਆ। ਮੇਰਾ ਦਿਲ ਟੁੱਟਿਆ ਸੀ। ਇਸ ਮਾਮਲੇ ਤੋਂ ਅੱਕਣ ਦੇ ਨਾਲ-ਨਾਲ ਮੈਂ ਥੱਕ ਵੀ ਚੁੱਕਾ ਸੀ। ਵਕੀਲ ਦੁਆਰਾ ਕਾਗਜ਼ ਮੰਗਣ ਤੋਂ ਮੈਂ ਨਾ ਕਰ ਦਿੱਤੀ। ਫਿੱਸ ਪਿਆ, ਸਰ ਮੈਂ ਫੈਸਲਾ ਕਰ ਲਿਆ, ਮੈਂ ਇਹ ਮੁਕੱਦਮਾ ਨਹੀਂ ਲੜਨਾ, ਨਾ ਹੀ ਕੋਈ ਜਵਾਬ ਦੇਣਾ। ਮੈਂ ਤਾਂ ਲਿਖਣ ਪੜ੍ਹਨ ਵਾਲਾ ਬੰਦਾ, ਮੇਰੇ ਤੋਂ ਨਹੀਂ ਹੋਣਾ ਇਹ ਸਭ ਕੁਝ। ਮੈਂ ਉਹ ਜਗ੍ਹਾ ਗਲੀ ਨੂੰ ਛੱਡ ਦੇਣਾ। ਮੈਂ ਇਸ ਖਲਜਗਨ 'ਚ ਨਹੀਂ ਫਸਣਾ ਚਾਹੁੰਦਾ। ਮੈਂ ਮਹਿਸੂਸ ਕੀਤਾ ਮੇਰੇ ਬੋਲ ਸੁਣ ਕੇ ਯਾਦਵਿੰਦਰ ਨੂੰ ਬੜਾ ਧੱਕਾ ਲੱਗਾ ਸੀ। ਉਹ ਮੇਰੇ ਵੱਲ ਬੜੀ ਹੈਰਾਨੀ ਨਾਲ ਝਾਕਿਆ, ਬੋਲਿਆ ਕੁਝ ਨਹੀਂ। ਇਹੀ ਤਾਂ ਉਹ ਚਾਹੁੰਦੇ ਆ ਵੀ ਤੂੰ ਤੰਗ ਪਰੇਸ਼ਾਨ ਹੋਵੇਂ ਤੇ ਉਹ ਜਿੱਤ ਜਾਣ। ਵਕੀਲ ਨੇ ਦਲੀਲ ਦਿੱਤੀ। ਹਾਂਜੀ, ਮੈਂ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਹੋ ਚੁੱਕਾ। ਇਹ ਤੋਂ ਵੱਧ ਹੋਰ ਕੀ ਹੋਵਾਂਗਾ। ਮੈਂ ਪੱਕਾ ਫੈਸਲਾ ਕਰ ਲਿਆ, ਮੈਂ ਨਹੀਂ ਲੜਨਾ ਇਹ ਕੇਸ। ਮੈਂ ਨਹੀਂ ਹੋਰ ਚੱਕਰਾਂ 'ਚ ਪੈਣਾ ਚਾਹੁੰਦਾ, ਬਸ ਮੈਂ ਸਪਸ਼ਟ ਕੀਤਾ। ਫਿਰ ਤਾਂ ਇਹਨਾਂ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਹੋਰ ਵੀ ਵੱਧ ਜਾਣੇ ਆ। ਇਹ ਚਾਅ ਮਚਾਏ ਕਈਆਂ ਨੂੰ ਤੰਗ ਕਰਨਗੇ। ਤੂੰ ਲਿਖਦਾ ਹੈ ਨਾ ਕਹਾਣੀਆਂ, ਕਿਸ ਲਈ? ਸਮਾਜ ਦੀ ਭਲਾਈ ਵਾਸਤੇ ਹੀ ਨਾ? ਅਸ਼ੋਕ ਸ਼ਰਮਾ ਬੋਲਿਆ। ਹਾਂਜੀ, ਮੈਂ ਹਾਮੀ ਭਰੀ। ਅੱਗੇ ਤੂੰ ਲਿਖ ਕੇ ਸਮਾਜ ਸੁਧਾਰਨ ਦਾ ਯਤਨ ਕਰਦਾ ਸੀ, ਹੁਣ ਕੁਝ ਕਰਕੇ ਸੁਧਾਰ। ਆਪਣੇ ਕੋਲ ਸੱਚ ਹੈ, ਦੱਸ ਕਿਸੇ ਕਹਾਣੀ 'ਚ ਝੂਠ ਜਿੱਤਿਆ ਕਦੇ? ਨਹੀਂ ਨਾ, ਫਿਰ ਅਸਲੀ ਜ਼ਿੰਦਗੀ 'ਚ ਵੀ ਇਹਨੂੰ ਹਾਰਨ ਨਹੀਂ ਦਿੰਦੇ। ਮੈਂ ਬੈਠਾ, ਆਪਣੇ ਸਾਥੀ ਬੈਠੇ ਨੇ, ਸਭ ਤੇਰੇ ਕੋਲ ਆ। ਇਹ ਲੜਾਈ ਤੇਰੇ ਇਕੱਲੇ ਦੀ ਨਹੀਂ, ਕਈ ਜਥੇਬੰਦੀਆਂ ਦੀ ਵੀ ਹੈ। ਜੇ ਤੂੰ ਹਥਿਆਰ ਸੁੱਟ ਗਿਆ ਤਾਂ ਅੱਗੋਂ ਤੋਂ ਤੁਹਾਡੇ ਨਾਲ ਕਿਸੇ ਨੇ ਵੀ ਨਹੀਂ ਖੜਨਾ। ਹੁਣ ਇਹ ਮੁੱਦਾ ਜਨਤਕ ਬਣ ਚੁੱਕਾ ਹੈ। ਵਕੀਲ ਮੇਰੇ ਮੂੰਹ ਵੱਲ ਤੱਕਦਾ ਹੋਇਆ ਇੱਕੋ ਸਾਹੇ ਕਿੰਨਾ ਕੁਝ ਆਖ ਗਿਆ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ, ਕੀ ਕਹਾਂ। ਫਿਰ ਮੈਂ ਸੋਚ ਕੇ ਆਖਿਆ, ਸਰ ਜੇ ਆਪਾਂ ਅਦਾਲਤ 'ਚ ਹਾਰ ਗਏ ਤਾਂ ਸਭ ਜਥੇਬੰਦੀਆਂ ਦੀ ਵੀ ਬਦਨਾਮੀ ਹੋਏਗੀ ਤੇ ਆਪਣੀ ਵੀ। ਸਾਡੇ ਨਾਲ ਤਾਂ ਆਪਣਿਆਂ ਦੀ ਵੀ ਦੁਸ਼ਮਣੀ ਪੈ ਜਾਣੀ ਹੈ ਕਿ ਤੁਸੀਂ ਝੂਠੇ ਹੁੰਦੇ ਹੋਏ ਵੀ ਜਥੇਬੰਦੀਆਂ ਨੂੰ ਵਰਤਿਆ। ਚੱਲ ਤੂੰ ਮੈਨੂੰ ਆਪਣੇ ਸੱਚੇ ਮਨੋਂ ਦੱਸ ਕੇ ਤੂੰ ਪਿਛਲਾ ਮਹੀਨਾ ਭਰ ਜੋ ਕੁਝ ਵੀ ਕੀਤਾ ਕੀ ਉਹ ਗਲਤ ਸੀ? ਜੋ ਦੂਜੀ ਧਿਰ ਨੇ ਜਾਂ ਪੁਲਿਸ ਨੇ ਕੀਤਾ ਉਹ ਸਹੀ ਸੀ? ਵਕੀਲ ਨੇ ਮੈਨੂੰ ਸਵਾਲ ਕੀਤਾ। ਮੈਂ ਆਪਣੇ ਵੱਲੋਂ ਸਭ ਕੁਝ ਸਹੀ ਕੀਤਾ, ਪਰ ਫਿਰ ਵੀ ਸਿੱਟਾ ਕੁਝ ਨਹੀਂ ਨਿਕਲਿਆ। ਮੈਂ ਹੌਲੀ ਜਿਹੀ ਜਵਾਬ ਦਿੱਤਾ। ਮੇਰੇ ਕੁਝ ਹੋਰ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ। ਤੇਰਾ ਕਸੂਰ ਪਤਾ ਕੀ ਹੈ? ਤੂੰ ਏਸ਼ੀਆ ਮਹਾਦੀਪ 'ਚ ਜੰਮ ਪਿਆ। ਤੇਰੀ ਇਸ ਤੋਂ ਵੀ ਵੱਡੀ ਗਲਤੀ ਇਹ ਹੈ ਕਿ ਤੂੰ ਜੰਮ ਵੀ ਇੰਡੀਆ, ਉਹ ਵੀ ਪੰਜਾਬ 'ਚ ਪਿਆ। ਹੋਰ ਤੇਰਾ ਕਸੂਰ ਕੋਈ ਨਹੀਂ। ਤੇਰੀ ਇਸ ਅਣਕੀਤੀ ਗਲਤੀ ਦਾ ਖਾਮਿਆਜ਼ਾ ਤੈਨੂੰ ਭੁਗਤਣਾ ਹੀ ਪੈਣਾ। ਤੈਨੂੰ ਇਨਸਾਫ ਲੈਣ ਲਈ ਲੜਨਾ ਵੀ ਪੈਣਾ, ਕਤਾਰਾਂ 'ਚ ਖੜਨਾ ਵੀ ਪੈਣਾ, ਲੰਮਾ ਸਮਾਂ ਇਨਸਾਫ ਦੀ ਉਡੀਕ ਵੀ ਕਰਨੀ ਪੈਣੀ ਹੈ। ਜੇ ਨਹੀਂ ਕਰ ਸਕਦਾ ਤਾਂ ਭੀੜ ਨੇ ਤੈਨੂੰ ਆਪਣੇ ਪੈਰਾਂ ਹੇਠ ਲਤਾੜ ਕੇ ਅੱਗੇ ਲੰਘ ਜਾਣਾ ਹੈ। ਵਕੀਲ ਨੇ ਮੈਨੂੰ ਕਾਵਿਕ ਸ਼ਬਦਾਂ 'ਚ ਸੰਬੋਧਿਤ ਹੁੰਦਿਆਂ ਦਲੀਲਾਂ ਦਿੱਤੀਆਂ। ਲੰਬਾ ਸਾਰਾ ਭਾਸ਼ਣ ਦੇ ਮਾਰਿਆ। ਹਾਂਜੀ, ਮੈਂ ਗੱਲ ਚਲਦੀ ਰੱਖਣ ਲਈ ਹੁੰਗਾਰਾ ਭਰਿਆ। ਆਪਣੇ ਮੁਲਕ 'ਚ ਥਾਲੀ 'ਚ ਪਰੋਸ ਕੇ ਇਨਸਾਫ ਨਹੀਂ ਮਿਲਦਾ। ਇੱਥੇ ਤਾਂ ਵਿਗੜਿਆਂ ਤਿਗੜਿਆਂ ਦੇ ਸਿੰਘ ਚੰਗੀ ਤਰ੍ਹਾਂ ਹੀ ਭੰਨਣੇ ਪੈਂਦੇ ਆ। ਇਹ ਜਿਹੜੇ ਭੂਤਰੇ ਸਾਨ ਆ ਨਾ, ਐਸਪੀ ਵਰਗੇ, ਜਿਹੜੇ ਤੈਨੂੰ ਚੱਕਰਾਂ 'ਚ ਪਾਈ ਫਿਰਦੇ ਆ, ਇੱਕ ਦਿਨ ਆਪਣੇ ਇੱਕੋ ਕਰਮਾਂ ਦੇ ਭਾਰ ਕਾਰਨ ਡਿੱਗ ਪੈਣੇ ਆ। ਹਰ ਚੀਜ਼ ਨੂੰ ਕੁਝ ਸਮਾਂ ਤਾਂ ਲੱਗਦਾ ਹੀ ਹੁੰਦਾ। ਯੂ ਨੋ ਬੈਟਰ, ਐਵਰੀਥਿੰਗ ਟੇਕਸ ਟਾਈਮ। ਧੀਰਜ ਰੱਖ, ਸਭ ਕੁਝ ਠੀਕ ਹੋ ਜਾਏਗਾ। ਸਾਰੀ ਗੱਲ ਮੇਰੇ ਤੇ ਛੱਡ ਦੇ, ਵਕੀਲ ਨੇ ਆਪਣੇ ਵੱਲੋਂ ਪੂਰਾ ਹੌਸਲਾ ਦਿੰਦੇ ਆਖਿਆ। ਮੈਂ ਅਣਮੰਨੇ ਜੇ ਮਨ ਨਾਲ ਸਾਰੇ ਕਾਗਜ਼ ਉਹਨੂੰ ਫੜਾ ਦਿੱਤੇ। ਇੰਜ ਨਾ ਸੋਚੀ ਕਿ ਮੈਂ ਆਪਣਾ ਇੱਕ ਕੇਸ ਵਧਾਉਣ ਜਾਂ ਫੀਸ ਲੈਣ ਦੀ ਖਾਤਰ ਤੈਨੂੰ ਮਜਬੂਰ ਕਰ ਰਿਹਾ। ਆਹ ਵੇਖ, ਮੇਰੇ ਕੋਲ ਕਿੰਨੇ ਕੇਸਾਂ ਦੀਆਂ ਫਾਈਲਾਂ ਪਈਆਂ ਨੇ। ਇੱਕ ਵੱਧ ਜਾਂ ਘਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਂ ਤਾਂ ਉਹੀ ਅਚਾਰ ਨਾਲ ਹੀ ਰੋਟੀ ਖਾਣੀ ਹੈ। ਸਾਡੇ ਕੋਲ ਤਾਂ ਸੈਂਕੜੇ ਕੇਸ ਆਉਂਦੇ ਆ, ਪਰ ਤੇਰਾ ਕੇਸ ਪੂਰੇ ਸੱਚ
ਤੇ ਨਿਰੇ ਝੂਠ ਦੇ ਵਿਚਕਾਰ ਦੀ ਲੜਾਈ ਵਾਲਾ ਹੈ। ਮੇਰਾ ਮਨ ਆਖਦਾ ਹੈ ਕਿ ਇਹ ਕੇਸ ਲੜਿਆ ਜਾਣਾ ਚਾਹੀਦਾ ਹੈ। ਇਹ ਨਹੀਂ ਕਿ ਇਸ ਕੇਸ ਨੂੰ ਮੈਂ ਹੀ ਲੜਾਂ, ਭਾਵੇਂ ਤੂੰ ਕਿਸੇ ਹੋਰ ਵਕੀਲ ਕੋਲ ਚਲਾ ਜਾ, ਪਰ ਇੰਜ ਹਥਿਆਰ ਨਾ ਸੁੱਟ। ਸੱਚ ਨੂੰ ਜਿੱਤ ਲੈਣ ਦੇ ਤੇ ਸੱਚ ਹਰ ਹਾਲਤ 'ਚ ਜਿੱਤਣਾ ਚਾਹੀਦਾ ਹੈ। ਆਪਾਂ ਤਾਂ ਮੁੱਢ ਤੋਂ ਹੀ ਹਨੇਰਿਆਂ ਦੇ ਵਿਰੁੱਧ ਲੜਦੇ ਮਰਦੇ ਆਏ ਹਾਂ। ਇਹ ਤਾਂ ਬੜੀ ਨਿੱਕੀ ਜੀ ਗੱਲ ਹੈ। ਉਹਨੇ ਕਾਗਜ਼ ਮੇਰੇ ਵੱਲ ਵਧਾਉਂਦਿਆਂ ਕਿਹਾ, ਪਰ ਮੈਂ ਕਾਗਜ਼ ਨਾ ਫੜੇ। ਲਓ ਜੀ, ਮੈਂ ਅੱਜ ਆਧੁਨਿਕ ਗੀਤਾ ਸਾਰ ਸੁਣ ਲਿਆ, ਪਰ ਪਾਤਰ ਬਦਲੇ ਹੋਏ ਹੈ। ਕ੍ਰਿਸ਼ਨ ਨਾਮ ਦਾ ਵਿਅਕਤੀ ਹਥਿਆਰ ਸੁੱਟ ਰਿਹਾ ਤੇ ਅਸ਼ੋਕ ਨਾਮ ਦਾ ਆਦਮੀ ਹਥਿਆਰ ਚੁੱਕਣ ਲਈ ਆਖ ਰਿਹਾ। ਇਹ ਕਲਯੁਗ ਵਿੱਚ ਹੀ ਸੰਭਵ ਹੈ। ਇਤਿਹਾਸ 'ਚ ਕ੍ਰਿਸ਼ਨ ਨੇ ਲੋਕਾਂ ਨੂੰ ਹਥਿਆਰ ਚੁਕਵਾਏ, ਅਸ਼ੋਕ ਨੇ ਸੁੱਟਵਾਏ, ਪਰ ਅੱਜ ਉਲਟਾ ਹੋ ਰਿਹਾ। ਯਾਦਵਿੰਦਰ ਨੇ ਗੱਲ ਨੂੰ ਹਾਸੇ 'ਚ ਪਾਉਂਦਿਆਂ ਆਪਣੀ ਧਾਰਮਿਕ ਚੇਤਨਤਾ ਵਿਖਾਉਂਦਿਆਂ ਇਤਿਹਾਸਿਕ ਹਵਾਲੇ ਨਾਲ ਗੱਲ ਕੀਤੀ। ਉਲਟਾ ਤਾਂ ਆਪਾਂ ਵੇਖੀ ਜਾਂਦੇ ਹਾਂ, ਵਰਦੀ ਵਾਲਿਆਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਸੀ ਤੇ ਦੇਈ ਅਪਰਾਧੀਆਂ ਦਾ ਜਾ ਰਹੇ ਹੈ। ਦੁਰਫਿੱਟੇ ਮੂੰਹ ਇਹੋ ਜਿਹੀ ਪੁਲਿਸ ਦੇ ਤੇ ਇਹਨਾਂ ਦੇ ਅਫਸਰਾਂ ਦੇ। ਮੈਂ ਪੂਰੀ ਨਫ਼ਰਤ ਨਾਲ ਆਖਿਆ। ਮੈਂ ਆਪ ਵੀ ਮਹਿਸੂਸ ਕੀਤਾ ਸੀ ਕਿ ਮੇਰੀ ਆਵਾਜ਼ ਕੁਝ ਜ਼ਿਆਦਾ ਹੀ ਉੱਚੀ ਹੋ ਗਈ। ਇੱਥੋਂ ਦੀਆਂ ਕੁੱਤੀਆਂ ਚੋਰਾਂ ਨਾਲ ਰਲੀਆਂ ਹੀ ਨਹੀਂ, ਸਗੋਂ ਉਹਨਾਂ ਦੀਆਂ ਤਲੀਆਂ ਵੀ ਚੱਟਦੀਆਂ ਨੇ ਤੇ ਉਹਨਾਂ ਦੇ ਸੁੱਟੇ ਹੋਏ ਟੁਕੜੇ ਬੋਚਣ ਲਈ ਇੱਕ ਦੂਜੇ ਤੋਂ ਅੱਗੇ ਹੋ ਔਲਦੀਆਂ ਨੇ। ਇਹਨਾਂ ਕੁੱਤੀਆਂ ਦੀ ਚੋਰਾਂ ਨਾਲ ਇੰਨੀ ਗੂੜੀ ਯਾਰੀ ਪੈ ਚੁੱਕੀ ਹੈ ਕਿ ਆਪ ਹੀ ਚੋਰਾਂ ਨੂੰ ਸੱਦੇ ਦੇਣ ਵਾਸਤੇ ਭੌਂਕਦੀਆਂ ਫਿਰਦੀਆਂ ਨੇ। ਬਈ ਆ ਜਾਓ, ਹੁਣ ਮਾਲਕ ਸੁੱਤੇ ਪਏ ਆ। ਵਕੀਲ ਨੇ ਕਹਿੰਦਿਆਂ ਮੇਰੀ ਗੱਲ ਦੀ ਹਾਮੀ ਭਰੀ। ਉਹਦੇ ਚਿਹਰੇ ਤੇ ਕੁਝ ਤਲਖੀ ਵੀ ਆ ਗਈ ਸੀ। ਮੈਂ ਨਾ ਚਾਹੁੰਦੇ ਹੋਏ ਵੀ ਵਕੀਲ ਦੀਆਂ ਗੱਲਾਂ ਨਾਲ ਤਕਰੀਬਨ ਸਹਿਮਤ ਹੋ ਗਿਆ ਸੀ। ਵਕੀਲ ਨੂੰ ਆਪਣੇ ਸਾਰੇ ਕਾਗਜ਼ ਪੱਤਰ ਫੜਾ ਕੇ ਵਕਾਲਤਨਾਮੇ ਤੇ ਦਸਖਤ ਕਰਕੇ ਅਸੀਂ ਉੱਥੋਂ ਤੁਰ ਆਏ। ਸ਼ਾਮ ਨੂੰ ਘਰ ਆ ਕੇ ਮੈਂ ਅਗਲੇ ਦਿਨ ਸਕੂਲ ਜਾਣ ਦੀ ਤਿਆਰੀ 'ਚ ਰੁੱਝ ਗਿਆ। ਰਾਤ ਨੂੰ ਫੇਰ ਨੀਂਦ ਨਹੀਂ ਸੀ ਆ ਰਹੀ। ਸਾਰੀ ਰਾਤ ਹੀ ਸੋਚਦਾ ਰਿਹਾ ਕਿ ਨੌਕਰੀ ਲੱਗਣ ਤੋਂ ਬਾਅਦ 13 ਸਾਲਾਂ 'ਚ ਇਹ ਪਹਿਲੀਆਂ ਛੁੱਟੀਆਂ ਸਨ ਜਿਨ੍ਹਾਂ 'ਚ ਮੈਂ ਕੁਝ ਦਿਨਾਂ ਵਾਸਤੇ ਕਿਧਰੇ ਵੀ ਘੁੰਮਣ ਫਿਰਨ ਨਹੀਂ ਗਿਆ ਸੀ ਤੇ ਨਾ ਹੀ ਰੱਜ ਕੇ ਕਿਤਾਬਾਂ ਪੜ੍ਹੀਆਂ। ਰੱਜ ਤਾਂ ਦੂਰ ਦਾ ਸ਼ਬਦ ਲੱਗ ਰਿਹਾ ਸੀ, ਕਿਤਾਬ ਨੂੰ ਤਾਂ ਮੈਂ ਹੱਥ ਤੱਕ ਵੀ ਨਹੀਂ ਸੀ ਲਾਇਆ। ਗਰਮੀ ਦੀਆਂ ਛੁੱਟੀਆਂ ਵਾਲਾ ਇਹ ਮਹੀਨਾ ਕਿਸ ਤਰ੍ਹਾਂ ਕਈ ਸਾਲਾਂ ਵਰਗਾ ਬਣ ਕੇ ਲੰਘਿਆ, ਇਹ ਮੈਨੂੰ ਪਤਾ ਸੀ। ਸਕੂਲ 'ਚ ਨਾਲ ਦੇ ਸਾਥੀਆਂ ਨੇ ਵੀ ਮਜ਼ਾਕ ਕਰਨੇ ਤੇ ਚਸਕੇ ਲੈ ਲੈ ਕੇ ਗੱਲਾਂ ਵੀ ਕਰਨੀਆਂ। ਜੇਕਰ ਕੁਝ ਹੱਥ ਪੱਲੇ ਪਿਆ ਹੁੰਦਾ ਤਾਂ ਮੈਂ ਉਹਨਾਂ ਦੀ ਇੱਕ ਵੀ ਨਹੀਂ ਸੀ ਚੱਲਣ ਦੇਣੀ, ਪਰ ਹੁਣ ਮੇਰੇ ਹੱਥਾਂ 'ਚ ਕੀ ਸੀ? ਕੁਝ ਵੀ ਨਹੀਂ। ਨਾ ਤਾਂ ਮੇਰਾ ਕੰਮ ਰੋਕਣ ਵਾਲੇ ਪੁਲਿਸ ਵਾਲਿਆਂ ਤੇ ਕੋਈ ਕਾਰਵਾਈ ਹੋਈ ਤੇ ਨਾ ਹੀ ਢਾਹ ਢੁਆਈ ਕਰਨ ਵਾਲੇ ਕੋਈ ਬੰਦਾ ਹੀ ਪੁਲਿਸ ਨੇ ਕਾਬੂ ਕੀਤਾ। ਉੱਤੋਂ ਮੇਰੇ ਸਿਰ ਤੇ ਅਦਾਲਤ ਵਾਲਾ ਕੇਸ ਜ਼ਰੂਰ ਪੈ ਗਿਆ। ਉਹ ਰਾਤ ਵੀ ਮੈਂ ਜਾਗ ਕੇ ਲੰਘਾਈ। ਸਵੇਰ ਵੇਲੇ ਮਸਾਂ ਘੰਟਾ ਕੱਖ ਲੱਗੀ ਸੀ, ਉਹਨੇ ਨੂੰ ਪਤਨੀ ਨੂੰ ਉਠਾਤਾ। ਉੱਠੋ, ਸਕੂਲ ਨਹੀਂ ਜਾਣਾ, ਅੱਜ ਪਹਿਲਾ ਦਿਨ ਹੈ। ਸੁਣਿਆ ਅੱਜ ਛਾਪੇ ਵੀ ਪੈਣੇ ਆ, ਸਪੈਸ਼ਲ ਟੀਮਾਂ ਬਣਾਈਆਂ ਹੋਈਆਂ ਸਰਕਾਰ ਨੇ। ਜੇ ਕੋਈ 2 ਮਿੰਟ ਲੇਟ ਹੋ ਜੂ ਤਾਂ ਕੀ ਆਫਤ ਆਉਣੀ ਹੁੰਦੀ ਆ। ਇਹਨਾਂ ਦੇ ਆਪਣੇ ਅਫਸਰ ਤਾਂ ਸਾਰਾ ਦਿਨ ਦਫ਼ਤਰਾਂ 'ਚ ਹੀ ਨਹੀਂ ਵੜਦੇ। ਲੋਕ ਖੱਜਲ ਖੁਆਰ ਹੋ ਕੇ ਮੁੜ ਜਾਂਦੇ। ਇਹ ਨਹੀਂ ਪਤਾ ਲੱਗਦਾ ਸਰਕਾਰ ਨੂੰ। ਮੈਂ ਅੱਖਾਂ ਮਲਦੇ ਹੋਏ ਨੇ ਨਫ਼ਰਤ ਜਿਹੀ ਨਾਲ ਆਖਿਆ, ਕਿਉਂਕਿ ਮੈਨੂੰ ਪੁਲਿਸ ਦੇ ਦਫ਼ਤਰਾਂ 'ਚ ਆਪਣੀ ਮਹੀਨਾ ਭਰ ਹੋਈ ਸਾਰੀ ਦੁਰਗਤੀ ਸਵੇਰੇ ਸਵੇਰੇ ਯਾਦ ਆ ਗਈ ਸੀ। ਛੇਤੀ ਛੇਤੀ ਤਿਆਰ ਹੋ ਕੇ ਚੱਲੀਏ, ਕੱਲ ਨੂੰ ਅਖਬਾਰ 'ਚ ਖਬਰ ਤਾਂ ਪੱਕੀ ਆਉਣੀ ਹੈ ਕਿ ਇੰਨੇ ਲੇਟ ਲਤੀਫ ਅਧਿਆਪਕ ਕਾਬੂ। ਕਿਤੇ ਇਹਨਾਂ 'ਚ ਆਪਣਾ ਨਾਮ ਵੀ ਨਾ ਆ ਜੇ। ਤੁਸੀਂ ਅਧਿਕਾਰੀਆਂ ਦੀ ਗੱਲ ਕਰਦੇ ਹੋ, ਉਹਨਾਂ ਨੇ ਤਾਂ ਮਲਾਈ ਖਵਾਉਣੀ ਹੁੰਦੀ ਹੈ ਸਰਕਾਰਾਂ ਨੂੰ। ਉਹਨਾਂ ਨੂੰ ਕੀ ਆਖਣਾ ਹੁੰਦਾ? ਤੁਸੀਂ ਆਪਣਾ ਬਚਾਅ ਕਰੋ ਬਸ। ਅਮਿਤਾ ਨੇ ਆਪਣੀ ਗੱਲ ਕਾਹਲੀ ਕਾਹਲੀ ਪੂਰੀ ਕੀਤੀ। ਅੱਗੇ ਹੀ ਮਾੜੇ ਦਿਨ ਚੱਲੀ ਜਾਂਦੇ ਆ, ਆਪਦਾ ਵੇਲੇ ਸਿਰ ਜਾਓ। ਮੇਰੀ ਮਾਂ ਨੇ ਰੋਟੀ ਤਵੇ ਤੇ ਪਾਉਂਦੀ ਅਮਿਤਾ ਦੀ ਤੁਕ ਨਾਲ ਤੁਕ ਜੋੜ ਕੇ ਇੱਕ ਪ੍ਰਕਾਰ ਦਾ ਹੁਕਮ ਦੇ ਦਿੱਤਾ। ਸ਼ਾਇਦ ਹੁਣ ਮੇਰੀ ਮਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਸਰਕਾਰਾਂ ਆਪਣੇ ਵੱਲੋਂ ਕੀਤੇ ਜਾ ਰਹੇ ਗਲਤ ਮਲਤ ਕੰਮਾਂ ਵੱਲੋਂ ਧਿਆਨ ਹਟਾਉਣ ਦੀ ਖਾਤਰ ਇਹੋ ਜਿਹੇ ਅਡੰਬਰ ਰਚਾਉਂਦੀਆਂ ਰਹਿੰਦੀਆਂ। ਧੰਨਵਾਦ।